और सतनाम करता पुरख निर्भौ निर्वैर अकाल मूरत अजूनी सैभं गुर प्रसाद। गगन दमम बाजियो परियो निशानै काओ खेत जो मांडियो सूरमा अब जूजन को दाओ। सूरा सो पहचानिए जो लरै दीन कै हित पुरजा पुरजा कट मरै कबहू ना छाड़ै खेत। कबीर ऐसी होए परी मन को भावत की ना मरने ते क्या डरपना जब हाथ संधौरा लीना। मरण मुनसा सूर्या हक है जे होए मरण परवाणो सूरे से आगे दरगा आखिए पावै साची मानो। बेसुमार अथाह अगंत अतुलै ज्यों बुलावो त्यों नानक दास बुलै। ज्यों बुलावो त्यों नानक दास बुलै। जुगो जुग अटल। चवर छतर तख्त दे मालक हाजर नाजर सतगुरु दीन दुनी दे पातशाह लोक प्रलोक दे राखे बेअंत बख्शिशां दे भंडार ज्ञान दे अगमी सागर सरब सांझी वालता दे प्रतीक दसां पातशाहियां प्रमाणिक भगतां सत्कारित भट्टां ते गुरसिखां दे स्वरूप दीन दयाल पतित पावन भगत वचल कृपा निधान राजान राज पानन पान देवान देव उपमा महान दे सोमे जागत जोत सम्राट गुरुदेव शब्द गुरु तन 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 सतगुरु साहेब श्री गुरु ग्रंथ साहिब जी महाराज जिन्हां दी पावन पाक पवित्र हजूरी अंदर जुड़ मिल बैठी गुरु रूप गुरु प्यारी सत संगत जीओ। अब समूह रेल कोच फैक्ट्री दे समुचे ही किरती गुरु दरबार अंदर 2 दिना विशेष गुरमत समागम जो कि दशमेश पिता सरबंस दानी साहिबे कमाल सतगुरु तिन्हां दे चारों लखते जिगर अते सत्कारयोग माता माता गुजरी जी तिन्हां दियां महान शहादतां नूं मुख रख के उलीके गए ने। इन्हां समागमां दियां हाजरियां पर अज रात दे सजे होए इन्हां विशेष दीवाना अंदर नतमस्तक होए हो। सोदर रहराज साहिब जी दे पाठ आरंभ विच सरवण कीते हन। उपरंत गुरु प्यार वाले ਸਿੰਘਾਂ ने पावन पवित्र बाणी दे कीर्तन राही आप संगतां नूं निहाल कीता। आओ जिमें भी हुक्म होया दास नूं आप संगतां दे नाल इतिहास दे उन्हां पन्नियां दी सांझ पाउण दा जिहड़ा इतिहास सिख जगत ने संसार नूं दिता है ये अपने आप विच बड़ा विलक्षण अद्विती है। ते ये इतिहास निक्कियां उमरां दे विच बड़े वड्डे पूरने पा के लिखिया गया।
ਜਦੋਂ ਨਿੱਕੀਆਂ ਜਿੰਦਾਂ ਸੰਸਾਰ ਨੂੰ ਵੱਡੀ ਪ੍ਰੇਰਣਾ ਦੇਣ ਤਾਂ ਸਪਸ਼ਟ ਹੈ ਉਹ ਸਰੀਰ ਕਰਕੇ ਨਿੱਕੀਆਂ ਹਨ, ਪਰ ਜ਼ਮੀਰ ਕਰਕੇ ਨਿੱਕੀਆਂ ਨਹੀਂ ਹਨ। ਯਕੀਨਨ ਉਹਨਾਂ ਦੀ ਕਮਾਈ, ਉਹਨਾਂ ਦੀ ਆਤਮਾ, ਉਹਨਾਂ ਦੀ ਆਭਾ, ਉਹਨਾਂ ਦੀ ਅੰਦਰੂਨੀ ਸ਼ਕਤੀ ਬਹੁਤ ਬਾਕਮਾਲ ਹੈ। ਉਹ ਰੱਬੀ ਭਗਤੀ ਵਿੱਚ ਰਤੀਆਂ ਹੋਈਆਂ ਰੂਹਾਂ ਹੁੰਦੀਆਂ ਨੇ, ਜੋ ਸੰਸਾਰ ਨੂੰ ਨਿੱਕੀ ਉਮਰ ਵਿੱਚ ਬਹੁਤ ਵੱਡੇ ਪੂਰਨੇ ਪਾ ਕੇ ਦੇ ਜਾਂਦੀਆਂ ਨੇ। ਗੁਰੂ ਕੇ ਲਾਲ ਚਾਰੋਂ ਸਾਹਿਬਜ਼ਾਦੇ ਤੇ ਸਤਿਕਾਰਯੋਗ ਮਾਤਾ ਜੀ ਤੇ ਬਹੁਤ ਹੀ ਪਿਆਰੇ ਗੁਰੂ ਸਾਹਿਬ ਜੀ ਦੇ ਜਾਨੋਂ ਪਿਆਰੇ ਸਿੰਘ ਵੀ ਅਸੀਂ ਕਹਿ ਲਈਏ, ਵਿਸ਼ੇਸ਼ ਤੌਰ ਤੇ ਉਹਨਾਂ ਦੇ ਪਿਆਰੇ 5 ਪਿਆਰਿਆਂ ਵਿੱਚੋਂ 3 ਪਿਆਰੇ ਵੀ ਇਸ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ਹੀਦ ਹੋ ਜਾਂਦੇ ਨੇ। ਤੇ ਸਮੁੱਚਾ ਸਿੱਖ ਜਗਤ ਆਪਾਂ ਇਹਨੂੰ ਸ਼ਹੀਦੀ ਹਫ਼ਤੇ ਦੇ ਨਾਂ ਨਾਲ ਵੀ ਮਨਾਉਂਦੇ ਹਾਂ, ਯਾਦ ਕਰਦੇ ਹਾਂ, ਇਹਨਾਂ ਦਿਨਾਂ ਵਿੱਚ ਜੁੜਦੇ ਹਾਂ। ਤਾਂ ਆਓ ਅੱਜ ਦੇ ਇਸ ਦੀਵਾਨ ਅੰਦਰ ਆਪਾਂ ਜਿਵੇਂ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਕੋਸ਼ਿਸ਼ ਕਰਨੀ ਹੈ ਅੱਜ ਵੱਡੇ ਸਾਹਿਬਜ਼ਾਦਿਆਂ ਦਾ ਜੋ ਇਤਿਹਾਸ ਹੈ, 14 ਤੇ 17 ਸਾਲ ਦੀਆਂ ਉਮਰਾਂ ਕਿਵੇਂ ਜੰਗ ਦੇ ਮੈਦਾਨ ਵਿੱਚ ਜੂਝਦੀਆਂ ਨੇ, ਉਹਨਾਂ ਦੇ ਸਾਹਮਣੇ ਜ਼ਿੰਦਗੀ ਦਾ ਰਸਤਾ ਹੈ, ਆਫਰ ਹੈ, ਇੱਕ ਮੌਕਾ ਹੈ। ਤੇ ਉਹਨਾਂ ਨੇ ਉਸ ਮੌਕੇ ਨੂੰ ਠੁਕਰਾ ਕੇ ਮੌਤ ਚੁਣੀ ਹੈ। ਇਹ ਗੱਲ ਬਹੁਤ ਧਿਆਨ ਦੇਣ ਯੋਗ ਹੈ। ਦੇਖੋ, ਸੰਸਾਰ ਅੰਦਰ ਸਾਧ ਸੰਗਤ ਜਦੋਂ ਬੰਦੇ ਦੇ ਸਿਰ ਤੇ ਬਣਦੀ ਹੈ, ਸਿਰ ਤੇ ਤਲਵਾਰ ਲਟਕੇ ਬੰਦਾ ਸੋਚਦਾ ਮੈਨੂੰ ਕੋਈ ਐਸਾ ਸਮਾਂ ਮਿਲ ਜਾਏ, ਮੌਕਾ ਮਿਲ ਜਾਏ, ਕੋਈ ਐਸੀ ਖੇਡ ਬਣ ਜਾਏ, ਕੋਈ ਰੱਬ ਐਸੀ ਕਲਾ ਵਰਤਾ ਦੇ ਕਿਤੇ ਮੈਂ ਇਸ ਮੌਤ ਦੇ ਚੰਗਲ ਚੋਂ ਬਚ ਨਿਕਲਾਂ। ਹਰ ਸਾਧਨ, ਹਰ ਹੀਲਾ ਵਸੀਲਾ ਵਰਤਿਆ ਜਾਂਦਾ ਹੈ ਮੌਤ ਤੋਂ ਬਚਣ ਲਈ। ਪਰ ਕਮਾਲ ਦੀ ਗੱਲ ਹੈ, ਦੋਵਾਂ ਮੌਕਿਆਂ ਤੇ, ਵੱਡਿਆਂ ਲਈ ਵੀ ਛੋਟਿਆਂ ਲਈ ਵੀ, ਇੱਕ ਮੌਕਾ ਸੀ ਬਚ ਕੇ ਨਿਕਲਣ ਦਾ। ਬਸ ਇੱਥੋਂ ਹੀ ਪਰਖ ਹੋਣੀ ਹੈ ਵੀ ਅਸਲ ਵਿੱਚ ਧਰਮ ਅਤੇ ਧਰਮੀ ਹੁੰਦਾ ਕੀ ਹੈ। ਆਓ ਆਪਾਂ ਉਸ ਮਹਾਨ ਇਤਿਹਾਸ ਨੂੰ ਆਪਣੇ ਕਲਾਵੇ ਵਿੱਚ ਸਮੂਣ ਤੋਂ ਪਹਿਲਾਂ, ਆਪਣੇ ਹਿਰਦਿਆਂ 'ਚ ਵਸਾਉਣ ਤੋਂ ਪਹਿਲਾਂ, ਆਪਣੀ ਰਸਨਾ ਤੋਂ ਬੋਲਣ ਤੇ ਕੰਨਾਂ ਰਾਹੀਂ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਜੀ ਦੇ ਮੁਬਾਰਕ ਚਰਨਾਂ ਵਿੱਚ ਆਪ ਸਮੂਹ ਸੰਗਤ ਇੱਕ ਵਾਰ ਬੜੇ ਹੀ ਪਿਆਰ ਨਾਲ ਭਿੱਜ ਕੇ ਦਾਸ ਨੂੰ ਅਸੀਸ ਬਖਸ਼ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਸੀਸ ਝੁਕਾਉਂਦੇ ਫਤਿਹ ਦੀ ਸਾਂਝ ਪਾਓ। ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਹੜਾ ਗੁਰਸਿੱਖੀ ਦਾ ਮਾਰਗ ਹੈ ਨਾ, ਮਹਾਰਾਜ ਨੇ ਇਹਨੂੰ ਆਖਿਆ ਇਹ ਬੜਾ ਨਿਰਾਲਾ ਮਾਰਗ ਹੈ। ਇਹ ਸੰਸਾਰ ਵਰਗਾ ਸੌਖਾ ਮਾਰਗ ਨਹੀਂ ਹੈ। ਇਹਦੀ ਚਾਲ ਬੜੀ ਨਿਰਾਲੀ ਹੈ। ਤੀਜੇ ਪਾਤਸ਼ਾਹ ਨੇ ਬਹੁਤ ਬਖੂਬੀ ਬਚਨ ਕਹੇ, ਭਗਤਾਂ ਕੀ ਚਾਲ ਨਿਰਾਲੀ। ਮਹਾਰਾਜ ਕੈਸੀ ਨਿਰਾਲੀ? ਕਹਿੰਦੇ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਬਸ ਇੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ। ਸੰਸਾਰ ਦੇ ਬਹੁਤ ਮਤ ਨੇ, ਬੜੇ ਧਰਮ ਨੇ, ਬੜੇ ਮਜ਼ਹਬ ਨੇ, ਬੜੀਆਂ ਵਿਚਾਰਧਾਰਾਵਾਂ ਸੰਸਾਰ ਚਾਹੀਆਂ। ਉਹ ਮਨੁੱਖੀ ਜ਼ਿੰਦਗੀ ਚੋਂ ਦੁੱਖ ਕੱਢਣ ਦਾ ਯਤਨ ਕਰਦੇ ਰਹੇ, ਔਖੀਆਂ ਕੜੀਆਂ ਕੱਢਣ ਦਾ ਯਤਨ ਕਰਦੇ ਰਹੇ, ਬਿਖਮ ਰਸਤਿਆਂ ਨੂੰ ਕੱਢਣ ਦਾ ਯਤਨ ਕਰਦੇ ਰਹੇ। ਪਰ ਗੁਰਮਤਿ ਨੇ ਇੱਕੋ ਗੱਲ ਕਹੀ, ਮਾਰਗ ਚੁਣਨਾ ਤੇ ਬਿਖਮ ਮਾਰਗ ਚੁਣੀ। ਇਹ ਰਸਤਾ ਬਿਖਮ ਹੈ, ਇਹ ਮਾਰਗ ਬੜਾ ਵਿਖੜਾ ਹੈ, ਪਰ ਇਹਦੀ ਮੰਜ਼ਿਲ ਬੜੀ ਖੂਬਸੂਰਤ ਹੈ। ਦੇਖੋ, ਮੰਜ਼ਿਲ ਖੂਬਸੂਰਤ ਹੋਣੀ ਜ਼ਰੂਰੀ ਹੈ। ਰਸਤਾ ਕੋਈ ਵੀ ਹੋਵੇ, ਕੋਈ ਪਰਵਾਹ ਨਹੀਂ। ਅਸੀਂ ਆਪੋ ਆਪਣੇ ਘਰਾਂ ਤੋਂ ਚੱਲਦੇ ਹਾਂ ਜੀ, ਦਰਬਾਰ ਸਾਹਿਬ ਜਾਣਾ ਹੋਵੇ ਨਾ, ਬੰਦਾ ਕਹਿੰਦਾ ਕੋਈ ਵੀ ਰਸਤਾ ਹੋਵੇ ਪਰ ਪਹੁੰਚਣਾ ਦਰਬਾਰ ਸਾਹਿਬ ਹੈ। ਇਹ ਨਾ ਹੋਵੇ ਵੀ ਅਸੀਂ ਰਸਤਾ ਚੁਣ ਲਈਏ ਬਿਲਕੁਲ ਕਮਾਲ ਦਾ, ਇੰਜ ਕਹਿ ਲਓ ਵੀ ਸੋਨੇ ਨਾਲ ਮੜਿਆ ਹੋਵੇ, ਲਾਈਟਾਂ ਹੋਣ, ਚੱਕਾ ਚੌਂਦ ਹੋਵੇ, ਪਰ ਜਾਂਦਾ ਕਿਸੇ ਹੋਰ ਹੀ ਪਾਸੇ ਹੋਵੇ, ਕੌਣ ਜਾਏਗਾ? ਸਿਆਣਾ ਬੰਦਾ ਕਹੇਗਾ ਮੈਂ ਉਹ ਮਾਰਗ ਚੁਣਨਾ ਜੋ ਮੈਨੂੰ ਮੇਰੀ ਮੰਜ਼ਿਲ ਤੇ ਲੈ ਜਾਏ। ਮਹਾਰਾਜ ਕਹਿੰਦੇ ਫਿਰ ਰੱਬ ਹੈ ਤੇਰੀ ਮੰਜ਼ਿਲ, ਸੱਚ ਹੈ ਤੇਰੀ ਮੰਜ਼ਿਲ, ਤੇ ਤੇਰੀ ਇਸ ਮੰਜ਼ਿਲ ਤੇ ਜਾਣ ਵਾਲਾ ਰਸਤਾ ਬਿਖਮ ਮਾਰਗ ਚੱਲਣਾ। ਇਹਦੇ ਹੁਣ ਇਹਦੀਆਂ ਸ਼ਰਤਾਂ ਨੇ ਕੁਝ। ਇਹਦੀਆਂ ਸ਼ਰਤਾਂ ਕੀ ਨੇ? ਮਹਾਰਾਜ ਕਹਿੰਦੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਲੱਭ ਲੋਭ ਤਜਣਾ ਪਏਗਾ। ਔਰ ਜਦੋਂ ਇਤਿਹਾਸ ਬਣਦਾ ਨਾ, ਜਦੋਂ ਸ਼ਹੀਦਾਂ ਦੀ ਗਾਥਾ ਚੇਤੇ ਕੀਤੀ ਜਾਂਦੀ ਹੈ, ਸ਼ਹੀਦ ਇਤਿਹਾਸ ਸਿਰਜਦੇ ਨੇ, ਉਹ ਤੋਂ ਪਹਿਲਾਂ, ਉਹ ਸਰੀਰ ਦੀ ਕੁਰਬਾਨੀ ਤੋਂ ਪਹਿਲਾਂ ਇੱਕ ਬੜੀ ਵੱਡੀ ਹੋਰ ਕੁਰਬਾਨੀ ਦਿੰਦੇ ਨੇ। ਉਹ ਲੱਭ ਲੋਭ ਦੀ ਕੁਰਬਾਨੀ ਦਿੰਦੇ ਨੇ।
ਕਿਉਂਕਿ ਲੋਭੀ ਬੰਦਾ ਕੁਰਬਾਨੀ ਦੇ ਹੀ ਨਹੀਂ ਸਕਦਾ, ਲਾਲਚੀ ਬੰਦਾ ਸਿਰ ਨਹੀਂ ਕਟਾ ਸਕਦਾ, ਖੂਨ ਨਹੀਂ ਵਹਾ ਸਕਦਾ, ਆਪਣਾ ਆਪ ਕੁਰਬਾਨ ਨਹੀਂ ਕਰ ਸਕਦਾ। ਉਹਨੂੰ ਤੇ ਜਦੋਂ ਮੌਕਾ ਮਿਲੇ ਚੰਦ ਛਿਲਣਾ ਪਿੱਛੇ ਆਪਣੇ ਇਸ ਮਿੱਟੀ ਦੇ ਜਿਸਮ ਨੂੰ ਬਚਾ ਕੇ ਸਾਈਡ ਤੇ ਹੋ ਜਾਂਦਾ ਹੈ। ਐਸਾ ਵੀ ਬਹੁਤ ਕੁਝ ਇਸ ਇਤਿਹਾਸ ਨਾਲ ਜੁੜਿਆ ਤੇ ਅੱਜ ਤੱਕ ਮਨੁੱਖ ਦੇ ਨਾਲ ਵੀ ਜੁੜਿਆ। ਪੈਸੇ ਪਿੱਛੇ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਵਿਕਦੇ ਆਏ ਨੇ, ਵਿਕ ਰਹੇ ਨੇ ਤੇ ਵਿਕਦੇ ਰਹਿਣਗੇ। ਆ ਵੋਟਾਂ ਆਣੀਆਂ ਨੇ, ਤੁਹਾਨੂੰ ਸਭ ਕੁਝ ਤੁਹਾਡੇ ਸਾਹਮਣੇ ਸਾਫ਼ ਆ ਜਾਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਇਹ ਜਿਹੜਾ ਲੱਭ ਲੋਭ ਹੈ ਇਹ ਬੜੀ ਖਤਰਨਾਕ ਚੀਜ਼ ਹੈ, ਧਿਆਨ ਵਿੱਚ ਰੱਖਿਓ। ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਇੱਕ ਮਾਹੌਲ ਐਸਾ ਕ੍ਰੀਏਟ ਕੀਤਾ ਗਿਆ ਏਜੰਸੀਆਂ ਵੱਲੋਂ, ਕੁਝ ਗੁਰੂ ਘਰ ਦੇ ਪੰਥ ਵਿਰੋਧੀ ਤਾਕਤਾਂ ਵੱਲੋਂ, ਵੀ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਉਲਝਾਇਆ ਜਾਏ, ਸਾਡੀ ਗਰਿਮਾ ਨੂੰ ਪ੍ਰਭਾਵਿਤ ਕੀਤਾ ਜਾਏ, ਸਾਡੀ ਸ਼ਾਨ ਨੂੰ ਉਹ ਲੋਕ ਗਿਰਾਉਣਾ ਚਾਹੁੰਦੇ ਨੇ, ਡਿਗਾਉਣਾ ਚਾਹੁੰਦੇ ਨੇ। ਉਹ ਕਿਸੇ ਤਰੀਕੇ ਨਾਲ ਸਾਨੂੰ ਦੁਨੀਆ 'ਚ ਬਦਨਾਮ ਕਰਨਾ ਚਾਹੁੰਦੇ ਨੇ। ਕਿਉਂ? ਕਿਉਂਕਿ ਗੁਰੂ ਘਰ ਦੀ ਸ਼ਾਨ ਇਤਨੀ ਨਿਰਾਲੀ ਹੈ ਵੀ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਮੈਂ ਤਾਂ ਬੇਨਤੀ ਕਰ ਰਿਹਾ, ਮਹਾਰਾਜ ਕਹਿੰਦੇ ਲੱਭ ਲੋਭ ਤੇ ਇੱਕ ਵੱਡੀ ਖਤਰਨਾਕ ਸ਼ੈ ਹੈ ਜੀ ਅਹੰਕਾਰ। ਕਿਉਂਕਿ ਹੰਕਾਰ ਧਰਮ ਦੇ ਮਾਰਗ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਜੇ ਇਹਨੂੰ ਕੋਈ ਤਜ ਦੇ, ਤਜ ਤ੍ਰਿਸ਼ਨਾ, ਤ੍ਰਿਸ਼ਨਾ ਦਾ ਅਰਥ ਹੁੰਦਾ ਬਹੁਤਾਤ, ਬਹੁਤਾ, ਹੋਰ ਹੋਰ ਹੋਰ, ਇਹਨੂੰ ਕਹਿੰਦੇ ਤਜਣਾ ਹੈ। ਜਿਹੜੀ ਲੱਭ ਲੋਭ ਦੀ ਗੱਲ ਹੈ, ਮਹਾਰਾਜ ਨੇ ਕਿਹਾ ਲੋਭੀ ਬੰਦਾ ਕਿਤੇ ਵੀ ਹੋਵੇ, ਕਿਸੇ ਵੀ ਰਿਸ਼ਤੇ ਦਾ ਹੋਵੇ, ਕਿਸੇ ਵੀ ਸਾਖ ਸੰਬੰਧ ਚ ਹੋਵੇ, ਜਿਹੜਾ ਲਾਲਚ ਦੇ ਰਿਹਾ ਤੇ ਜਿਹੜਾ ਲਾਲਚ ਲੈ ਰਿਹਾ। ਸਮਝ ਰਹੇ ਹੋ ਬੇਨਤੀ ਨੂੰ? ਲਾਲਚ ਦੇਣ ਵਾਲਾ ਵੀ ਤੇ ਦਿੱਤੇ ਹੋਏ ਲਾਲਚ ਨੂੰ ਲੈਣ ਵਾਲਾ ਵੀ, ਉਹ ਕੋਈ ਵੀ ਹੋਵੇ, ਕਹਿੰਦੇ ਲੋਭੀ ਕਾ ਵੇਸਾ ਨਾ ਕੀਜੈ ਜੇ ਕਾ ਪਾਰ ਵਸਾਏ। ਅੰਤ ਕਾਲ ਤਿੱਥੈ ਤੋ ਹੈ ਜਿੱਥੇ ਹੱਥ ਨਾ ਪਾਏ। ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਵਿੱਚ ਜਿਹੜਾ ਵੱਡਾ ਮੋੜ ਆਉਂਦਾ ਇੱਕ ਲੋਭ ਦੇ ਕਾਰਨ ਆਉਂਦਾ। ਗੰਗੂ ਦੇ ਮਨ 'ਚ ਲੋਭ ਜਾਗਿਆ, ਉਹਨੇ ਜਾ ਕੇ ਚੁਗਲੀ ਕੀਤੀ ਕਿ ਗੁਰੂ ਕੇ ਲਾਲ ਮੇਰੇ ਕੋਲ ਹਨ। ਇੱਕ ਲੋਭ ਹੀ ਸੀ ਜੀ। ਮਹਾਰਾਜ ਕਹਿੰਦੇ ਦੇਖੋ 20 ਸਾਲ ਜਿਹੜਾ ਬੰਦਾ ਗੁਰੂ ਘਰ 'ਚ ਸੇਵਾ ਕਰਕੇ ਵੀ ਆਪਣਾ ਅੰਦਰ ਨਹੀਂ ਬਦਲ ਪਾਇਆ, ਚੰਦ ਛਿਲੜਾਂ ਤੇ ਡੋਲ ਜਾਂਦਾ ਹੈ। ਫਿਰ ਅੱਜ ਅਸੀਂ ਕਿਸੇ ਬੰਦੇ ਤੇ ਕਿਵੇਂ ਭਰੋਸਾ ਕਰ ਲਈਏ? ਲੋਭੀ ਤੇ ਕਿਵੇਂ ਭਰੋਸਾ ਕਰੋਗੇ ਜੋ ਸਾਨੂੰ ਪੈਸੇ ਨਾਲ ਖਰੀਦਣਾ ਚਾਹੁੰਦਾ ਤੇ ਆਪ ਵੀ ਅੱਗੇ ਕਿਤੇ ਜਾ ਕੇ ਵਿਕਿਆ ਹੋਇਆ ਹੈ। ਉਸ ਭਾਵੇਂ ਸਮਾਜ ਵਿੱਚ ਹੋਵੇ, ਭਾਵੇਂ ਧਰਮ ਵਿੱਚ ਹੋਵੇ, ਭਾਵੇਂ ਰਾਜਨੀਤੀ ਚ ਹੋਵੇ। ਮਹਾਰਾਜ ਕਹਿੰਦੇ ਲੋਭੀ ਬੰਦੇ ਨੂੰ ਕਦੇ ਵੀ ਤੁਸੀਂ ਉਹਦੇ ਨਾਲ ਕਿਸੇ ਕਿਸਮ ਦਾ ਸੰਬੰਧ ਨਾ ਰੱਖੋ। ਇਹ ਗੁਰੂ ਦਾ ਵਚਨ ਹੈ ਤੇ ਮੇਰੀ ਬੇਨਤੀ ਹੈ ਵੀ ਸਾਨੂੰ ਮੰਨ ਜ਼ਰੂਰ ਲੈਣਾ ਚਾਹੀਦਾ, ਕਿਤੇ ਨਾ ਕਿਤੇ ਜਾ ਕੇ ਸਾਡਾ ਭਲਾ ਹੀ ਹੋਏਗਾ। ਲੋਭੀ ਕਾ ਵਿਸਾ ਨਾ ਕੀਜੈ। ਹੁਣ ਸਾਹਿਬਜ਼ਾਦਿਆਂ ਨੇ ਲੋਭ ਤਜਿਆ ਹੈ। ਜਿਹੜੇ ਬਾਬਾ ਅਮਰਦਾਸ ਜੀ ਨੇ ਬਚਨ ਆਖੇ ਨੇ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਫਿਰ ਕਹਿੰਦੇ ਧਿਆਨ ਰੱਖਿਓ, ਇਹ ਸੌਖਾ ਨਹੀਂ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇੱਥੇ ਕਠਿਨ ਆਕੇ, ਇੱਥੇ ਰਸਤਾ ਕਠਿਨ ਹੋ ਜਾਂਦਾ ਹੈ ਜੀ। ਖੰਨਿਓ ਤਿੱਖੀ, ਸੂਈ ਦੇ ਨੱਕੇ ਤੋਂ ਵੀ ਤਿੱਖਾ ਮਾਰਗ ਹੈ। ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗੋਂ ਜੁਗ ਨਿਰਾਲੀ। ਪਰ ਜਿਸ ਦਿਨ ਕੋਈ ਇਸ ਮਾਰਗ ਤੇ ਤੁਰ ਪਏਗਾ, ਮਹਾਰਾਜ ਕਹਿੰਦੇ ਉਹਦੀ ਚਾਲ ਜੁਗਾਂ ਜੁਗਾਂਤਰਾਂ ਤੱਕ ਨਿਰਾਲੀ ਹੋ ਜਾਏਗੀ। ਰਹਿੰਦੀ ਦੁਨੀਆ ਤੱਕ ਸੰਸਾਰ ਉਸ ਨਿਰਾਲੀ ਚਾਲ ਵਾਲਿਆਂ ਦੇ ਗੀਤ ਗਾਏਗਾ। ਕਠਿਨ ਹੈ ਪਰ ਰਸਤਾ ਮੰਜ਼ਿਲ ਤੇ ਜਾਂਦਾ ਹੈ। ਇਹ ਜਿਹੜੇ ਭਾਣੇ ਵਾਪਰੇ ਨੇ, ਇਹਦੇ ਪਿਛਲੇ ਕੁਝ ਕਾਰਨ ਨੇ। ਦੇਖੋ ਸਾਕਿਆਂ ਬਾਰੇ ਆਪਾਂ ਸਾਰੇ ਜਾਣਦੇ ਹਾਂ, ਆਪਾਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਅਧਿਆਇ ਨੂੰ ਸਮਝਣ ਦੀ। ਉਹ ਤੋਂ ਪਹਿਲਾਂ ਕੁਝ ਕਾਰਨ ਸਮਝਣੇ ਬਹੁਤ ਜ਼ਰੂਰੀ ਨੇ। ਸੰਨ 1704 ਈਸਵੀ ਦੇ ਵਿੱਚ ਮਈ ਦੇ ਮਹੀਨੇ 'ਚ ਅਨੰਦਪੁਰੀ ਦੀ ਨਗਰੀ ਨੂੰ ਘੇਰਾ ਪੈ ਜਾਂਦਾ ਹੈ। 7 ਮਹੀਨੇ ਘੇਰਾ ਚੱਲਦਾ ਦਸੰਬਰ ਤੱਕ। ਤੇ ਇਸ ਘੇਰੇ ਦੌਰਾਨ ਹਾਲਾਤ ਬੜੇ ਮੁਸ਼ਕਲ ਹੋ ਜਾਂਦੇ ਨੇ। ਦਸੰਬਰ ਮਹੀਨੇ ਦੀ 6 ਤੇ 7 ਪੋਹ ਦੀ ਰਾਤ ਨੂੰ ਕਿਲਾ ਖਾਲੀ ਹੋ ਜਾਂਦਾ ਹੈ। ਹੁਣ ਇੱਥੇ ਇੱਕ ਸਵਾਲ ਇਹ ਉਪਜਦਾ ਵੀ ਘੇਰਾ ਪਾਇਆ ਕਿਉਂ ਗਿਆ? ਘੇਰਾ ਪੈਣ ਦਾ ਕਾਰਨ ਕੀ ਸੀ? ਐਸੇ ਗੁਰੂ ਸਾਹਿਬ ਨੇ ਇੱਥੋਂ ਦੇ ਸਮਾਜ ਨਾਲ, ਇੱਥੋਂ ਦੇ ਧਰਮ ਨਾਲ, ਇੱਥੋਂ ਦੀ ਰਾਜਨੀਤੀ ਨਾਲ ਕਿਹੜੀ ਚਾਲ ਚੱਲੀ, ਕਿਹੜਾ ਉਹਨਾਂ ਨੂੰ ਦੁੱਖ ਦਿੱਤਾ, ਕਿਹੜੀ ਤਕਲੀਫ ਦਿੱਤੀ, ਕਿਹੜੀ ਖਿਲਾਫਤ ਕੀਤੀ ਵੀ ਉਹਨਾਂ ਨੂੰ ਘੇਰਾ ਪਾਉਣ ਲਈ ਮਜਬੂਰ ਹੋਣਾ ਪੈ ਗਿਆ? ਇਸ ਗੱਲ ਨੂੰ ਜ਼ਰੂਰ ਤੁਸੀਂ ਆਪਣੇ ਜ਼ਿਹਨ 'ਚ ਰੱਖਣਾ।
ਅਸਲ ਵਿੱਚ ਜਿਹੜਾ ਮੁਗਲ ਰਾਜ ਸੀ ਹਿੰਦੁਸਤਾਨ ਨੂੰ 712 ਈਸਵੀ ਦੇ ਵਿੱਚ ਮੁਹੰਮਦ ਬਿਨ ਕਾਸਿਮ ਨੇ ਪਹਿਲਾ ਹਮਲਾ ਕੀਤਾ ਹੈ। 150 ਬੰਦੇ ਲੈ ਕੇ ਆਇਆ ਸੀ ਤੇ ਉਹਨੇ ਵੇਖ ਲਿਆ ਵੀ ਇੱਥੋਂ ਦੇ ਲੋਕ ਭੇਡਾਂ ਦੇ ਨਿਆਈ ਹਨ। ਉਹ 150 ਬੰਦਿਆਂ ਨਾਲ ਲੁੱਟਮਾਰ ਮਚਾ ਕੇ ਚਲਾ ਗਿਆ ਤੇ ਉਹਨੇ ਜਾ ਕੇ ਗੱਲ ਆਪਣੇ ਦੇਸ਼ ਵਿੱਚ ਕੀਤੀ ਕਿ ਹਿੰਦੁਸਤਾਨ ਚ ਧਨ ਦੌਲਤ ਬਹੁਤ ਹੈ, ਜਵਾਨੀ ਬਹੁਤ ਹੈ, ਤੁਸੀਂ ਜਿੰਨੀ ਮਰਜ਼ੀ ਲੁੱਟ ਮਚਾਓ, ਉੱਥੇ ਕੋਈ ਮੂਹਰੇ ਬੋਲਣ ਵਾਲਾ ਹੀ ਨਹੀਂ। ਅੱਜ ਵੀ ਬਹੁਤ ਥਾਂ ਤੇ ਹਾਲਾਤ ਹੀ ਨੇ। ਉਹ ਸਿਲਸਿਲਾ ਸ਼ੁਰੂ ਹੋਇਆ 700 ਤੋਂ ਲੈ ਕੇ 1469 ਗੁਰੂ ਨਾਨਕ ਸਾਹਿਬ ਦੀ ਆਮਦ ਹੋ ਜਾਂਦੀ ਹੈ। ਬਾਬਰ ਆਉਂਦਾ, ਮਹਾਰਾਜ ਨੂੰ ਲਲਕਾਰਦੇ ਨੇ, ਪਾਪ ਕੀ ਜੰਜ ਲੈ ਕਾਬਲੋਂ ਤਹਾਇਆ, ਜੋਰੀ ਮੰਗੈ ਦਾਨ ਵੇਲਾਲੋ, ਉਹ ਤੇਰੇ ਆਉਣ ਨਾਲ ਸ਼ਰਮ ਧਰਮ ਤੋਂ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾਲੋ। ਕਹਿੰਦੇ ਕੋਈ ਵੀ ਹੋਵੇ ਕਾਜ਼ੀਆਂ ਬਾਹਮਣਾ ਕੀ ਗਲ ਥੱਕੀ, ਅਗਦ ਪੜ੍ਹੇ ਸ਼ੈਤਾਨ ਵੇਲਾਲੋ। ਮੁਸਲਮਾਨੀਆਂ ਕਰੇ ਕਤੇਬਾਂ, ਇਹ ਪੀ ਲੇਖਾ ਲਾਏ ਵੇਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖਾ ਲਾਏ ਵੇਲਾਲੋ, ਖੂਨ ਕੇ ਸੋਇਲੇ ਗਾਵੀਆਂ ਨਾਨਕ, ਰਤ ਕਾ ਕੁੰਗੂ ਪਾਏ ਵੇਲਾਲੋ। ਇਹ ਹਿੰਦੁਸਤਾਨ ਦੀ ਧਰਤੀ ਤੋਂ ਪਹਿਲੀ ਆਵਾਜ਼ ਸੀ ਜਿਹੜੀ ਮੁਗਲ ਸਲਤਨਤ ਦੇ ਖਿਲਾਫ ਉੱਠੀ। ਉਹ ਆਵਾਜ਼ ਗੁਰੂ ਨਾਨਕ ਦੇ ਘਰ ਚੋਂ ਉੱਠੀ ਸੀ। ਦੂਜੀ ਗੱਲ, ਹੁਣ ਮੁਗਲ ਸਲਤਨਤ ਦੇ ਖਿਲਾਫ ਆਵਾਜ਼ ਉੱਠੀ, ਅਰੇ ਆਵਾਜ਼ ਉੱਠੀ ਸੀ ਹਿੰਦੁਸਤਾਨ ਨੂੰ ਬਚਾਉਣ ਲਈ, ਇੱਥੋਂ ਦੇ ਆਵਾਮ ਨੂੰ ਬਚਾਉਣ ਲਈ, ਇੱਥੋਂ ਦੀ ਮਨੁੱਖਤਾ ਨੂੰ ਬਚਾਉਣ ਲਈ, ਇੱਥੋਂ ਦੇ ਧਰਮ ਸੰਸਕ੍ਰਿਤੀ ਸੱਭਿਆਚਾਰ ਨੂੰ ਬਚਾਉਣ ਵਾਸਤੇ। ਪਰ ਕਮਾਲ ਦੀ ਗੱਲ, ਇੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਦੇ ਘਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਦੇਖੋ ਗੁਰੂ ਨਾਨਕ ਦਾ ਘਰ ਕੀ ਹੈ। ਮਹਾਰਾਜ ਨੇ ਕਿਹਾ ਇਸ ਘਰ ਚੋਂ ਜਿਹੜੀ ਆਵਾਜ਼ ਉੱਠੇਗੀ ਸਦਾ ਉੱਠੇਗੀ, ਉਹ ਸੱਚ ਦੀ ਹੋਏਗੀ, ਇਹਦੇ ਵਿੱਚ ਝੂਠ ਕਦੀ ਨਹੀਂ ਹੋਏਗਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਸੱਚ ਤੇ ਜੀ ਸੱਚ ਹੈ। ਸੱਚ ਤੇ ਭਾਵੇਂ ਬਾਬਰ ਬੈਠਾ, ਭਾਵੇਂ ਜਹਾਂਗੀਰ ਬੈਠਾ, ਭਾਵੇਂ ਔਰੰਗਜ਼ੇਬ ਆ ਗਿਆ, ਮਹਾਰਾਜ ਨੇ ਸੱਚ ਹੀ ਸੁਣਾਇਆ। ਹੁਣ ਇਹ ਗੱਲ ਵੱਖਰੀ ਵੀ ਸੱਚ ਸਭ ਨੂੰ ਬਰਦਾਸ਼ਤ ਨਹੀਂ ਸੀ ਹੁੰਦਾ। ਜਦੋਂ ਬਾਬੇ ਨਾਨਕ ਦੇ ਮੁਖਾਰ ਬਿੰਦ ਤੋਂ ਸੱਚ ਨਿਕਲਿਆ, ਉਹਨੇ ਪੱਥਰ ਪਾੜ ਦਿੱਤੇ। ਸੱਜਣ ਵਰਗੇ ਠੱਗਾਂ ਨੂੰ ਉਨਤਾਈਆਂ ਆ ਗਈਆਂ। ਇੱਥੇ ਵਲੀ ਕੰਧਾਰੀ ਵੀ ਕੰਬ ਗਿਆ, ਮਲਕ ਭਾਗੋ ਦਾ ਹੰਕਾਰ ਟੁੱਟ ਗਿਆ। ਹਮਜ਼ਾ ਗੌਸ ਵਰਗਾ ਤਪਸਵੀ ਬੰਦਾ ਗੁਰੂ ਨਾਨਕ ਦੇ ਚਰਨਾਂ ਤੇ ਟਹਿ ਪਿਆ। ਕਿੱਥੇ ਉੱਪਰ ਸਮੇਰ ਪਰਬਤ ਤੇ ਜੋਗੀ ਬੈਠੇ ਨੇ, ਨਾਥ ਬੈਠੇ ਨੇ, ਸਿੱਧ ਬੈਠੇ ਨੇ, ਮੌਲਾਣੇ ਹਨ, ਕਾਜ਼ੀ ਹਨ, ਪੀਰ ਹਨ, ਪੈਗੰਬਰ ਹਨ। ਗੁਰੂ ਨਾਨਕ ਦੇ ਸ਼ਬਦ ਮੂਰੇ ਸਭ ਨੇ ਮਸਤਕ ਝੁਕਾ ਦਿੱਤਾ। ਸੱਚ ਆਪਣੇ ਆਪ ਦੇ ਵਿੱਚ ਬੜੀ ਵੱਡੀ ਤਾਕਤ ਹੈ। ਤੇ ਗੁਰੂ ਨਾਨਕ ਸਾਹਿਬ ਦੀ ਬਾਣੀ, ਜਾਂ ਇੰਜ ਕਹਿ ਲਈਏ ਗੁਰੂ ਨਾਨਕ ਦੇ ਘਰ ਦੀ ਆਵਾਜ਼, ਇਹ ਤੇ ਸ਼ੁਰੂ ਸੱਚ ਤੋਂ ਹੁੰਦੀ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਹੁਣ ਇਸ ਸੱਚ ਦੀ ਵਿਆਖਿਆ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਪਈ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਦੀ ਧਰਤੀ ਤੇ ਵਸਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਨੇ ਮੁਗਲ ਰਾਜ ਦੀਆਂ ਜੰਜੀਰਾਂ ਨੂੰ ਕੱਟਣ ਵਾਸਤੇ ਇੱਕ ਬੜੀ ਵੱਡੀ ਵਿਉਂਤਬੰਦੀ ਕੀਤੀ ਸੀ। ਇੱਕ ਐਸਾ ਪਲਾਨ ਤਿਆਰ ਕੀਤਾ ਸੀ, ਅਗਰ ਉਸ ਸਮੇਂ ਹਿੰਦੁਸਤਾਨ ਦੇ 22 ਧਾਰ ਦੇ ਪਹਾੜੀ ਰਾਜੇ ਜਾਂ ਉਹ ਲੋਕ ਜਿਨ੍ਹਾਂ ਕੋਲ ਥੋੜੀ ਬਹੁਤੀ ਤਾਕਤ ਸੀ, ਸ਼ਕਤੀ ਸੀ, ਸਰਮਾਏਦਾਰੀ ਸੀ, ਜਿਨ੍ਹਾਂ ਦੇ ਹੱਥ ਵਸ ਵਿੱਚ ਕੁਝ ਹੀਲੇ ਵਸੀਲੇ ਸਾਧਨ ਯਤਨ ਸਨ, ਅਗਰ ਉਹ ਗੁਰੂ ਨਾਨਕ ਦੇ ਇਸ ਘਰ ਦਾ ਸਾਥ ਦਿੰਦੇ, ਹਿੰਦੁਸਤਾਨ ਕਦੋਂ ਦਾ ਆਜ਼ਾਦ ਹੋ ਚੁੱਕਿਆ ਹੁੰਦਾ, ਸਾਡੇ ਗਲਾਂ ਵਿੱਚੋਂ ਗੁਲਾਮੀ ਦਾ ਗਲਬਾ ਲੈ ਜਾਂਦਾ। ਉਹ ਪਲਾਨ ਕੀ ਸੀ? ਮਹਾਰਾਜ ਜੀ ਨੇ 1699 ਦੀ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ, ਵਿਸਾਖੀ ਅੰਮ੍ਰਿਤ ਛਕਾਇਆ। ਇਹ ਤੋਂ ਪਹਿਲਾਂ ਮਹਾਰਾਜ ਜੀ ਨੇ 22 ਧਾਰ ਦੇ ਪਹਾੜੀ ਰਾਜਿਆਂ ਨੂੰ ਸੁਨੇਹੇ ਭੇਜੇ। ਸੁਨੇਹੇ ਤੇ ਵੈਸੇ ਸਾਰੇ ਪਾਸੇ ਗਏ ਸਨ, ਇਹਨਾਂ ਤੱਕ ਸਪੈਸ਼ਲੀ ਸੁਨੇਹੇ ਗਏ। ਉਹ ਸੁਨੇਹਾ ਇਹ ਸੀ ਵੀ ਸਾਡੇ ਹਿੰਦੁਸਤਾਨੀ ਲੋਕਾਂ ਦੀ ਤਾਕਤ ਥਾਂ ਥਾਂ ਤੇ ਵੰਡੀ ਪਈ ਹੈ, ਅਸੀਂ ਬਿਖਰੇ ਪਏ ਹਾਂ। ਅਗਰ ਅਸੀਂ ਸਾਰੇ ਇੱਕ ਝੰਡੇ ਹੇਠ ਇਕੱਠੇ ਹੋ ਜਾਈਏ, ਇੱਕ ਪਲੇਟਫਾਰਮ ਹੋਵੇ, ਇੱਕ ਯੂਨੀਫਾਰਮ ਹੋਵੇ, ਇੱਕੋ ਜੀ ਸਾਡੀ ਰਹਿਣੀ ਬਹਿਣੀ ਕਹਿਣੀ ਹੋਵੇ, ਸਾਡਾ ਮਾਰਗ ਇੱਕ ਹੋਵੇ, ਸਾਡੀ ਮੰਜ਼ਿਲ ਇੱਕ ਹੋਵੇ, ਸਾਡਾ ਆਗੂ ਇੱਕ ਹੋਵੇ। ਮਹਾਰਾਜ ਕਹਿੰਦੇ ਇਹ ਮੁਗਲਿਆ ਸਲਤਨਤ ਦਾ ਰਾਜ ਜੋ ਪਿਛਲੇ 8 ਸਦੀਆਂ ਤੋਂ ਹਿੰਦੁਸਤਾਨੀਆਂ ਨੂੰ ਲਤਾੜ ਰਿਹਾ, ਮਾਰ ਰਿਹਾ, ਕੁੱਟ ਰਿਹਾ, ਲੁੱਟ ਰਿਹਾ, ਇਹਦੀਆਂ ਜੜਾਂ ਕੁਝ ਮਹੀਨਿਆਂ ਦੇ ਵਿੱਚ ਖਤਮ ਹੋ ਜਾਣਗੀਆਂ। ਇਸ ਰਾਜ ਨੂੰ ਜੜੋਂ ਪੁੱਟ ਦੇਵਾਂਗੇ। ਹੁਣ ਦੇਖੋ, ਚਾਹੀਦਾ ਤਾਂ ਇਹ ਸੀ ਵੀ ਉਹ ਲੋਕ ਗੁਰੂ ਸਾਹਿਬ ਨਾਲ ਮਿਲਦੇ, ਮਿਲਵਰਤਨ ਕਰਦੇ, ਮਹਾਰਾਜ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ, ਕਿਉਂਕਿ ਭਲਾ ਉਹਨਾਂ ਦਾ ਵੀ ਹੋ ਰਿਹਾ। ਪਰ ਉਹਨਾਂ ਨੇ ਕੁਝ ਆਪਣੀਆਂ ਸ਼ਰਤਾਂ ਰੱਖੀਆਂ। ਅਸਲ 'ਚ ਸ਼ਰਤ ਰੱਖੀ ਇਸ ਵਾਸਤੇ ਸੀ,
ਉਹ ਗੁਰੂ ਨਾਨਕ ਨਾਲ ਦੇ ਘਰ ਨਾਲ, ਸਿੱਖੀ ਨਾਲ ਮਿਲ ਕੇ ਚੱਲਣਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਸ਼ਰਤਾਂ ਉਹ ਰੱਖੀਆਂ ਜੀ ਜਿਹੜੀਆਂ ਮੰਨੀਆਂ ਹੀ ਨਹੀਂ ਸੀ ਜਾ ਸਕਦੀਆਂ। ਉਹ ਕਹਿੰਦੇ ਪਹਿਲੀ ਗੱਲ, ਸਾਨੂੰ ਕੇਸ ਰੱਖਣ ਤੇ ਪਾਬੰਦੀ ਨਹੀਂ ਹੋਏਗੀ, ਤੇ ਦੂਜੀ ਗੱਲ, ਅਸੀਂ ਇਹਨਾਂ ਨੀਵੀਆਂ ਜਾਤੀਆਂ ਵਾਲਿਆਂ ਨਾਲ ਕੋਈ ਸੰਬੰਧ ਨਹੀਂ ਰੱਖਾਂਗੇ। ਤੀਜੀ ਗੱਲ, ਸਾਨੂੰ ਖੰਡੇ ਬਾਟੇ ਦੀ ਪੌਲ ਅਲੱਗ ਤਿਆਰ ਕੀਤੀ ਜਾਏ। ਗੁਰੂ ਸਾਹਿਬ ਕਹਿਣ ਲੱਗੇ ਵੀ ਕਮਾਲ ਹੈ, ਇਹ ਵੰਡੀਆਂ ਨੂੰ, ਵਿਤਕਰੇ ਨੂੰ, ਇਹਨੂੰ ਖਤਮ ਕਰਨ ਲਈ, ਇਸ ਮਿਟਾਉਣ ਵਾਸਤੇ ਤੇ ਅਸੀਂ ਇਹ ਕੁਝ ਕਰਨਾ ਹੈ। ਵੀ ਤੁਸੀਂ ਕਹਿੰਦੇ ਵੰਡੀਆਂ ਪੇਰ ਪਾਈ ਰੱਖਣ, ਮਹਾਰਾਜ ਕਹਿੰਦੇ ਵੀ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਸਤਿਗੁਰੂ ਨੇ ਕਿਹਾ ਫਿਰ ਜਿੱਦਾਂ ਤੁਹਾਡੀ ਮਰਜ਼ੀ ਹੈ। ਖੈਰ, ਦਸ਼ਮੇਸ਼ ਪਿਤਾ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪੌਲ ਛਕਾਈ। 5 ਸਿੰਘ ਤਿਆਰ ਹੋਏ, 5 ਬਾਣੀਆਂ ਪ੍ਰਗਟ ਹੋਈਆਂ, 5 ਪਿਆਰੇ ਪ੍ਰਗਟ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਤੋਂ ਬਾਅਦ ਜਿੰਨੇ ਵੀ ਸਿੰਘ ਸਜੇ ਸਭ ਨੂੰ ਕਕਾਰ ਪਹਿਨਣੇ ਲਾਜ਼ਮੀ ਕੀਤੇ। ਹੁਣ ਕਕਾਰਾਂ ਦੇ ਵਿੱਚ ਇੱਕ ਕਕਾਰ ਕਿਰਪਾਨ ਹੈ, 5 ਕੱਕੇ ਵੀ ਆਪਾਂ ਕਹਿੰਦੇ ਹਾਂ। ਹੁਣ ਜਦੋਂ ਪਹਾੜੀ ਰਾਜੇ ਦੇਖ ਕੇ ਹੈਰਾਨ ਹੋਏ ਵੀ ਜਿਹੜੇ ਉਹ ਲੋਕ ਜਿਹੜੇ ਸਾਡੇ ਸਾਹਮਣੇ ਕਦੀ ਅੱਖ ਨਹੀਂ ਸੀ ਚੁੱਕ ਸਕਦੇ, ਸਾਡੇ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਿਸੇ ਕਰ ਸਕਦੇ, ਸਾਡੇ ਸਾਹਮਣੇ ਗਰਦਨਾਂ ਝੁਕਾ ਕੇ ਖਲੋ ਜਾਂਦੇ ਸਨ, ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਕਿਰਪਾਨਾਂ ਪਹਿਨਾ ਦਿੱਤੀਆਂ। ਉਹ ਤੇ ਸਾਡੇ ਨਾਲ ਅੱਖਾਂ ਮਿਲਾਉਣ ਲੱਗ ਪਏ, ਉਹ ਸਾਡੀ ਬਰਾਬਰੀ ਕਰਨ ਲੱਗ ਪਏ। ਇੱਥੋਂ ਪਹਾੜੀ ਰਾਜਿਆਂ ਨੇ ਖਾਰ ਖਾਧੀ। ਇਹਨਾਂ ਨੇ ਗੁਰੂ ਨਾਨਕ ਦੇ ਘਰ ਦਾ ਸਾਥ ਦੇਣ ਦੀ ਬਜਾਏ ਸਰਕਾਰ ਦਾ ਸਾਥ ਦਿੱਤਾ। ਕੀ ਕਿਹਾ? ਔਰੰਗਜ਼ੇਬ ਤੱਕ ਖਬਰਾਂ ਪਹੁੰਚਾਈਆਂ। ਜਹਾਂ ਪਨਾਹ ਆਨੰਦਪੁਰੀ ਦੀ ਨਗਰੀ 'ਚ ਗੁਰੂ ਤੇਗ ਬਹਾਦਰ ਸਾਹਿਬ ਦਾ ਸਪੁੱਤਰ ਗੁਰੂ ਗੋਬਿੰਦ ਸਿੰਘ, ਜਿਹਨੂੰ ਸਿੱਖ 10ਵਾਂ ਨਾਨਕ ਵੀ ਕਹਿੰਦੇ ਨੇ, ਉਹਨੇ ਆਨੰਦਪੁਰ ਦੇ ਵਿੱਚ ਸਰਕਾਰ ਦੇ ਖਿਲਾਫ ਇੱਕ ਬਗਾਵਤ ਕਰਨੀ ਆਰੰਭ ਕਰ ਦਿੱਤੀ ਹੈ। ਉਹ ਪੁੱਛਦਾ ਵੀ ਕੀ ਹੋ ਰਿਹਾ? ਕਹਿੰਦੇ ਜੀ ਦੇਖੋ, ਉੱਥੇ ਨਗਾਰੇ ਵੱਜਣ ਲੱਗ ਪਏ। ਰਣਜੀਤ ਨਗਾਰਾ ਤਿਆਰ ਹੋਇਆ ਸੀ ਜੀ ਨਗਾਰੇ ਦੀ, ਤੇ ਹੁਣ ਧੌਂਸ ਐਸੀ ਹੁੰਦੀ ਹੈ, ਆਵਾਜ਼ ਇਤਨੀ ਖਤਰਨਾਕ ਹੁੰਦੀ ਹੈ ਕਿ ਦਿਲ ਨੂੰ ਦਹਿਲਾ ਦਿੰਦੀ ਹੈ। ਔਰ ਸੱਚੀ ਬਾਤ ਹੈ, ਵੱਡਾ ਨਗਾਰਾ ਕਿਤੇ ਜ਼ੋਰ ਨਾਲ ਵੱਜਿਆ ਹੋਵੇ, ਚੰਗੇ ਭਲੇ ਦੇ ਅੰਦਰ ਨੂੰ ਇੱਕ ਵਾਰ ਕੰਬਣ ਲਾ ਦਿੰਦਾ ਹੈ। ਰਣਜੀਤ ਨਗਾਰਾ ਵੱਜਿਆ। ਕਹਿੰਦੇ ਜੀ ਨਗਾਰੇ ਵੱਜਦੇ ਨੇ, ਘੋੜਿਆਂ ਦੀਆਂ ਸਵਾਰੀਆਂ ਹੁੰਦੀਆਂ ਨੇ, ਦਸਤਾਰਾਂ ਬੰਨਣ ਲੱਗ ਪਏ, ਦਮਾਲੇ ਬਣਾਉਣ ਲੱਗ ਪਏ, ਜਕਾਰੇ ਛੱਡੇ ਜਾਂਦੇ ਨੇ। ਸਭ ਕਰਮ ਕਾਂਡ ਪੂਜਾ ਸਭ ਇਹਨਾਂ ਨੇ ਤਿਆਗ ਦਿੱਤਾ ਹੈ। ਇਹ ਕੇਵਲ ਗੁਰੂ ਗੁਰੂ ਕਰਦੇ ਨੇ, ਗੁਰੂ ਦੀ ਬਾਣੀ ਪੜ੍ਹਦੇ ਨੇ। ਇਹਨਾਂ ਨੇ ਬਾਜ ਵੀ ਰੱਖੇ, ਇਹਨਾਂ ਨੇ ਸ਼ਸਤਰ ਵੀ ਰੱਖੇ, ਇਹਨਾਂ ਨੇ ਘੋੜੇ ਵੀ ਰੱਖੇ, ਇਹਨਾਂ ਨੇ ਜਾਤ ਪਾਤ ਮਿਟਾ ਦਿੱਤੀ। ਸਮਾਂ ਆਏਗਾ ਸਰਕਾਰ ਦੇ ਖਿਲਾਫ ਇਸੇ ਦੇਸ਼ ਵਿੱਚ ਇੱਕ ਹੋਰ ਸਰਕਾਰ ਪੈਦਾ ਹੋ ਰਹੀ ਹੈ, ਬਗਾਵਤ ਹੋਏਗੀ। ਔਰੰਗਜ਼ੇਬ ਦਾ ਮੱਥਾ ਠਣਕਿਆ। ਦੇਖੋ, ਜੇ ਇਹਨੂੰ ਕਹਿੰਦੇ ਨੇ ਚੁਗਲੀ, ਅਸਲ 'ਚ ਚੁਗਲੀ ਸੀ। ਇਹ ਚੁਗਲੀ ਨਾ ਕਰਦੇ, ਸਾਥ ਗੁਰੂ ਸਾਹਿਬ ਦਾ ਦਿੰਦੇ, ਇਹ ਖੁਦ ਰਾਜ ਭਾਗ ਮਾਣਦੇ। ਪਰ ਇਹਨਾਂ ਲੋਕਾਂ ਨੇ ਫੇਰ ਗੁਲਾਮੀ ਚੁਣੀ ਹੈ। ਦੇਖੋ, ਜਿੰਨਾ ਚਿਰ ਬੰਦੇ ਦੀ ਸੋਚ ਉਜਾਗਰ ਨਹੀਂ ਨਾ ਹੁੰਦੀ, ਸਾਡੇ ਅੰਦਰ ਗਿਆਨ ਦਾ, ਪ੍ਰਕਾਸ਼ ਦਾ ਦੀਵਾ ਨਹੀਂ ਜਗਦਾ, ਚਾਨਣ ਨਹੀਂ ਹੁੰਦਾ, ਬੰਦਾ ਗੁਲਾਮੀ ਨੂੰ ਹੀ ਆਪਣੀ ਇੱਕ ਚੰਗੀ ਜ਼ਿੰਦਗੀ ਮੰਨ ਕੇ ਗੁਲਾਮੀ ਵਾਲਾ ਜੀਵਨ ਜੀਣ 'ਚ ਮਾਣ ਮਹਿਸੂਸ ਕਰਦਾ ਹੈ। ਗੁਲਾਮੀ ਤੇ ਸਾਡੇ ਪੱਲੇ ਪਈ ਹੋਈ ਸੀ, ਪਰ ਗੁਰੂ ਨਾਨਕ ਦੇ ਘਰ ਨੇ ਸਾਡੀ ਗੁਲਾਮੀ ਕੱਟੀ ਸੀ ਪਿਆਰੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਵੀ ਇਹ ਲੋਕ ਇਸ ਤਰ੍ਹਾਂ ਕਰਨ ਲੱਗ ਪਏ। ਔਰੰਗਜ਼ੇਬ ਨੇ ਕਹਿ ਦਿੱਤਾ ਵੀ ਠੀਕ ਹੈ, ਫਿਰ ਮੈਂ ਆਰਡਰ ਕਰਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰੀ ਦੀ ਨਗਰੀ 'ਚੋਂ ਬਾਹਰ ਕੱਢਿਆ ਜਾਏ ਜਾਂ ਗ੍ਰਿਫਤਾਰ ਕੀਤਾ ਜਾਏ। ਉਹ ਤੋਂ ਬਾਅਦ ਫਿਰ ਔਰੰਗਜ਼ੇਬ ਨੇ ਆਪਣੀ ਫੌਜ ਭੇਜੀ। ਇਧਰੋਂ ਪਹਾੜੀ ਰਾਜੇ ਨੇ ਔਰੰਗਜ਼ੇਬ ਦਾ ਸਾਥ ਦਿੱਤਾ ਤੇ ਆਨੰਦਪੁਰੀ ਦੀ ਨਗਰੀ ਨੂੰ ਘੇਰਾ ਪੈ ਗਿਆ। ਮੈਂ ਇੱਥੇ ਇੱਕ ਬੇਨਤੀ ਕਰਾਂ, ਜਦੋਂ 84 ਦਾ ਭਾਣਾ ਵਾਪਰਿਆ, ਜੂਨ 84 ਤੇ ਨਵੰਬਰ 84, ਪੰਥ ਦਰਦੀ ਸਿੱਖਾਂ ਨੇ, ਇੰਜ ਕਹ ਲਓ ਵੀ ਹਰ ਇੱਕ ਸਿੱਖ ਨੇ, ਹਰ ਪੰਜਾਬੀ ਨੇ ਗੁਰੂ ਨਾਨਕ ਦੇ ਘਰ ਨੂੰ ਜਿਹੜਾ ਸਿਰਫ ਮੱਥਾ ਵੀ ਟੇਕਦਾ, ਉਹਨੂੰ ਹੋਰ ਬਾਕੀ ਕੁਝ ਨਹੀਂ ਪਤਾ, ਬਾਣੀ ਕੀ ਹੈ, ਗ੍ਰੰਥ ਸਾਹਿਬ ਕੀ ਹੈ, ਇਹਦਾ ਇਤਿਹਾਸ ਕੀ ਹੈ, ਗੁਰੂ ਕੀ ਹੈ, ਸਿੱਖੀ ਕੀ ਹੈ, ਕੁਝ ਨਹੀਂ ਪਤਾ, ਕੇਵਲ ਮੱਥਾ ਵੀ ਟੇਕਦਾ ਸੀ ਨਾ ਸਿਰਫ ਗੁਰੂ ਮੰਨ ਕੇ, ਉਹਦਾ ਦਿਲ ਵੀ ਰੋਇਆ ਸੀ। ਉਹਨੇ ਵੀ ਇਹ ਗੱਲ ਪੁਕਾਰ ਕੇ ਆਖੀ ਵੀ ਹੋ ਲੋਕੋ, ਤੁਸੀਂ ਉਸ ਗੁਰੂ ਨਾਨਕ ਦੇ ਘਰ ਤੇ ਹਮਲਾ ਕੀਤਾ ਜਿਨੇ ਤੁਹਾਡੇ ਕਰੋੜਾਂ ਲੋਕਾਂ ਦੇ ਧਰਮ ਨੂੰ ਬਚਾਉਣ ਲਈ, ਤੁਹਾਡਾ ਤਿਲਕ ਜੰਜੂ ਬਚਾਉਣ ਲਈ, ਤੁਹਾਡੇ ਬੱਚੇ ਬੱਚੀਆਂ ਨੂੰ ਯਤੀਮ ਹੋਣ ਤੋਂ ਬਚਾਉਣ ਲਈ, ਜਿਸ ਦਸ਼ਮੇਸ਼ ਪਿਤਾ ਨੇ ਆਪਣਾ ਪਿਓ ਕੁਰਬਾਨ ਕੀਤਾ ਹੈ, ਆਪਣੇ ਬਾਪੂ ਦਾ ਸਿਰ ਦਿੱਤਾ ਹੈ, ਤੁਸੀਂ ਉਸ ਗੁਰੂ ਨਾਨਕ ਦੇ ਘਰ ਨਾਲ ਧੋਖਾ ਕੀਤਾ, ਤੁਸੀਂ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ। ਤੇ ਮੈਂ ਬੇਨਤੀ ਕਰਾਂ ਵੀ ਖਿਆਲ ਆਇਆ ਵੀ ਗੁਰੂ ਨੇ ਬਖਸ਼ਿਆ ਵੀ, ਜਿਵੇਂ ਕਈ ਵਾਰੀ ਕੋਈ ਏਦਾਂ ਗੱਲ ਚੱਲੇ ਨਾ, ਸਿਆਣਾ ਬੰਦਾ ਫਿਰ ਪਤਾ ਕੀ ਕਹਿੰਦਾ ਹੁੰਦਾ, ਉਹ ਕਮਲਿਆ ਕਿਹੜੀਆਂ ਗੱਲਾਂ ਕਰਨਾ, ਉਹ ਭੋਲਿਓ
300 ਸਾਲ ਤੋਂ ਉੱਪਰ ਹੋ ਗਏ ਨੇ। ਇਹ ਲੋਕ ਕੇਵਲ 29 ਸਾਲ ਬਾਅਦ ਗੁਰੂ ਸਾਹਿਬ ਦਾ ਉਪਕਾਰ ਭੁੱਲ ਗਏ ਸੀ, ਜਿਨ੍ਹਾਂ ਨੇ 29 ਸਾਲਾਂ ਬਾਅਦ ਹੀ ਗੁਰੂ ਨਾਨਕ ਦੇ ਘਰ ਦਾ ਉਪਕਾਰ ਭੁਲਾ ਕੇ ਤੁਹਾਡੇ ਤੇ ਹਮਲਾ ਕੀਤਾ। ਉਹ 300 ਸਾਲ ਬਾਅਦ ਤੁਹਾਡੇ ਉਪਕਾਰ ਨੂੰ ਕਿੱਥੋਂ ਯਾਦ ਰੱਖਣਗੇ? 1675 ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਹੈ। 1704 ਚ ਘੇਰਾ ਪੈ ਜਾਂਦਾ। 29 ਸਾਲ ਅਸਲ ਚ ਸਹੀ ਸਮਾਂ ਕੱਢੋ 28.5 ਸਾਲ ਬਣਦਾ। ਆਪਾਂ 29 ਮੰਨ ਕੇ ਚੱਲਦੇ। ਜਿਨ੍ਹਾਂ ਲੋਕਾਂ ਨੇ ਇਹ ਭੁਲਾ ਦਿੱਤਾ ਵੀ ਕੇਵਲ 29 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੇ ਸਾਡੇ ਵਡੇਰਿਆਂ, ਕਸ਼ਮੀਰੀ ਪੰਡਤਾਂ, ਬ੍ਰਾਹਮਣਾਂ, ਹਿੰਦੂ ਧਰਮ ਦੀ ਰੱਖਿਆ ਲਈ, ਤਿਲਕ ਜੰਨੂ ਦੀ ਰੱਖਿਆ ਲਈ ਆਪਣਾ ਸਿਰ ਲੇਖੇ ਲਾ ਦਿੱਤਾ ਸੀ। ਉਸ ਗੁਰੂ ਨੂੰ ਘੇਰਾ ਪਾ ਰਹੇ ਹਾਂ। ਅਕਿਰਤ ਘਣਤਾ ਇਸੇ ਨੂੰ ਕਹਿੰਦੇ ਨੇ। ਕਿਸੇ ਦਾ ਕੀਤੇ ਉਪਕਾਰ ਨੂੰ ਭੁਲਾ ਦੇਣਾ, ਕਿਸੇ ਦੇ ਭਲੇ ਨੂੰ ਭੁਲਾ ਦੇਣਾ। ਦਾਤਾ ਮਿਹਰ ਕਰੇ। ਦੇਖੋ ਜੀ, ਕੋਈ ਵੀ ਹੋਵੇ, ਕੋਈ ਵੀ ਕਿਸੇ ਕਿਸਮ ਦਾ ਸਾਡਾ ਭਲਾ ਕਰੇ, ਅਰਦਾਸ ਕਰੇ ਵੀ ਮਹਾਰਾਜ ਕਿਤੇ ਉਹਨੂੰ ਭੁਲਾ ਕੇ ਮੈਂ ਅਕਿਰਤ ਘਣ ਨਾ ਬਣਾ। ਬਹੁਤ ਵੱਡਾ ਪਾਪ ਹੈ। ਭਾਰੇ ਭੂਈ ਅਕਿਰਤ ਘਣ ਮੰਦੀ ਹੋ ਮੰਦੇ। ਧਰਤੀ ਨੇ ਇੱਕ ਵਾਰ ਕਹਿ ਦਿੱਤਾ ਸੀ ਵੀ ਮੈਂ ਸਾਰੇ ਭਾਰ ਸਹਿ ਲਾਂਦੀ ਹਾਂ, ਮੈਂ ਪਰਬਤਾਂ ਦਾ ਭਾਰ ਵੀ ਸਹਿ ਲਾਂਗੀ, ਰੁੱਖਾਂ ਦਾ ਸਹਿ ਲਿਆ, ਮਨੁੱਖਾਂ ਦਾ ਸਹਿ ਲਿਆ, ਸਾਗਰ ਦਾ ਸਹਿ ਲਿਆ, ਪਰ ਇੱਕ ਅਕਿਰਤ ਘਣ ਦਾ ਭਾਰ ਧਰਤੀ ਕਹਿੰਦੀ ਮੇਤੋਂ ਵੀ ਨਹੀਂ ਸਹਿ ਜਾਂਦਾ। ਅਕਿਰਤ ਘਣ ਦਾ ਭਾਰ ਇਤਨਾ ਵੱਡਾ ਹੁੰਦਾ ਹੈ। ਹੁਣ ਜਿਹੜੇ ਲੋਕ 30 ਸਾਲ ਬਿਨਾਂ ਕੱਢ ਪਾਏ, ਉਹਨਾਂ ਨੇ 300 ਸਾਲ ਬਾਅਦ ਸਾਨੂੰ ਕਿੱਥੋਂ ਯਾਦ ਰੱਖਣਾ ਸੀ? ਦਾਤਾ ਮਿਹਰ ਕਰੇ। ਭਾਣੇ ਵਾਪਰੇ ਜੀ, ਘੇਰਾ ਪੈ ਗਿਆ। 7 ਮਹੀਨੇ ਘੇਰਾ ਚੱਲਿਆ। 3-4 ਮਹੀਨੇ ਬਾਅਦ ਸੁਭਾਵਿਕ ਹੈ ਜਦੋਂ ਬਾਹਰੋਂ ਸਾਰੀ ਰਾਸ਼ਨ ਪਾਣੀ ਦੀ ਸਪਲਾਈ ਬੰਦ ਹੋ ਜਾਏ, ਅੰਦਰ ਹਾਲਾਤ ਬਹੁਤ ਜ਼ਿਆਦਾ ਵਿਖਮ ਬਣ ਜਾਂਦੇ ਨੇ। ਇੱਥੋਂ ਹੀ ਫਿਰ ਵਿਖਮ ਮਾਰਗ ਦੀ ਸ਼ੁਰੂਆਤ ਹੁੰਦੀ ਹੈ। ਪਰ ਮੈਂ ਇੱਥੇ ਬੇਨਤੀ ਕਰਾਂ, ਹੁਣ ਭਾਈ ਸਾਹਿਬ ਨੇ ਸ਼ਬਦ ਪੜਿਆ ਸੀ, ਤਨਾਸਰੀ ਮਹੱਲਾ 5ਵਾਂ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ। ਅਰਥ ਬੜੇ ਗਹਿਰੇ ਨੇ ਸ਼ਬਦ ਦੇ, ਸਾਰੀ ਬਾਣੀ ਗਹਿਰੀ ਹੈ। ਮਹਾਰਾਜ ਕਹਿੰਦੇ ਕੇਵਲ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਵਾਲਾ, ਸਰੀਰ ਨੂੰ ਤੰਦਰੁਸਤ ਰੱਖਣ ਵਾਲਾ, ਤਨ ਦਾ ਤਕੜਾ ਹੀ ਸੂਰਮਾ ਨਹੀਂ, ਜੰਗ ਦੇ ਮੈਦਾਨ 'ਚ ਸ਼ਸਤਰ ਚਲਾਉਣ ਵਾਲਾ ਹੀ ਸੂਰਮਾ ਨਹੀਂ। ਐਸੇ ਸੂਰਮੇ ਸੰਸਾਰ 'ਚ ਕਰੋੜਾਂ ਹਨ। ਤਨ ਦਾ ਸੂਰਮਾ ਮਨ ਕਰਕੇ ਕਈ ਵਾਰੀ ਕਾਇਰ ਵੀ ਹੁੰਦਾ, ਮਨ ਕਰਕੇ ਡਰਪੋਕ ਵੀ ਹੁੰਦਾ, ਮਨ ਕਰਕੇ ਬਹੁਤ ਕਮਜ਼ੋਰ ਹੁੰਦਾ ਹੈ। ਸੂਰਮਾ ਉਹ ਹੈ ਜਿਹਦਾ ਮਨ ਤਾਕਤਵਰ ਹੈ, ਤਨ ਭਾਵੇਂ ਉਹਦਾ 5 ਤੇ 7 ਸਾਲਾਂ ਦਾ ਹੀ ਕਿਉਂ ਨਾ ਹੋਵੇ। ਸੂਰੇ ਦੀ ਵਿਆਖਿਆ ਗੁਰੂ ਦਸ਼ਮੇਸ਼ ਪਿਤਾ ਦੇ ਲਾਲਾ ਨੇ ਕੀਤੀ ਹੈ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ। ਘੇਰੇ ਦੇ ਨਾਲ ਨਾਲ ਚੱਲਿਓ। ਘੇਰਾ ਪਿਆ, ਹਾਲਾਤ ਕੀ ਬਣੇ ਨੇ, ਪਰ ਅੰਦਰ ਦੀ ਸੂਰਮਤਾ ਹੀ ਕਹਿੰਦੀ ਹੈ ਵੀ ਸਤਿਗੁਰੂ ਤੇਰੀ ਬਾਣੀ ਤੋਂ ਇਹ ਗੱਲ ਸਿੱਖੀ, ਤੇਰੇ ਬਚਨਾਂ ਤੋਂ ਇਹ ਗੱਲ ਸਿੱਖੀ, ਤੇਰੀ ਸਿੱਖੀ ਨੇ ਇਹ ਗੱਲ ਸਮਝਾ ਦਿੱਤੀ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਆਹ ਸਿੱਖੀ ਹੈ। ਜਿਸ ਦਿਨ ਗੁਰੂ ਦੇ ਬਚਨ ਦਾ ਰੰਗ ਤੁਹਾਡੇ ਮਨ ਨੂੰ ਲੱਗਦਾ ਹੈ, ਸਿੱਖ ਭੁੱਖ ਵਿੱਚ ਵੀ ਸੁੱਖ ਮਨਾਉਂਦਾ ਤੇ ਦੁੱਖਾਂ ਵਿੱਚ ਵੀ ਸੁੱਖ ਮਨਾਉਂਦਾ ਹੈ। ਪਰ ਦੇਖੋ, ਬਾਣੀ ਨੂੰ ਪੜ੍ਹਨਾ ਤੇ ਬਾਣੀ ਨੂੰ ਮੰਨਣਾ, ਦੋਵਾਂ ਗੱਲਾਂ ਵਿੱਚ ਅੰਤਰ ਹੈ। ਮੈਂ ਬੇਨਤੀ ਕਰਾਂ, ਤੁਸੀਂ ਪੜ੍ਹਦੇ ਹੋ, ਮੁਬਾਰਕ। ਅਰਦਾਸ ਕਰੋ ਵੀ ਦਾਤਾ ਕਿਤੇ ਬਾਣੀ ਨੂੰ ਮੰਨਣ ਲੱਗ ਪਈ। ਉਹ ਸਿਆਣੇ ਇੱਕ ਗੱਲ ਕਿਹਾ ਕਰਦੇ ਸਨ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਬਹੁਤ ਥਾਂ ਤੇ ਹੋ ਰਿਹਾ ਜੀ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਮੱਥਾ ਟੇਕਣ ਆਇਆ ਸੀ, ਉਹਨੇ ਮੱਥਾ ਟੇਕਿਆ ਵੀ ਹੋਏਗਾ, ਪਰ ਜੇ ਕਿਤੇ ਉਹਨੇ ਗੁਰੂ ਦੀ ਗੱਲ ਮੰਨੀ ਹੁੰਦੀ, ਉਹ ਗੁਰੂ ਦੀ ਬੇਅਦਬੀ ਨਾ ਕਰਦਾ, ਉਹ ਗੁਰੂ ਸਾਹਿਬ ਦੇ ਅੰਦਰ ਛਾਲ ਮਾਰ ਕੇ ਨਾ ਜਾਂਦਾ, ਉਹ ਉਹਨਾਂ ਲੋਕਾਂ ਦੇ ਢਹੇ ਚੜ ਕੇ ਲੋਭ ਲਾਲਚ ਵਸ ਹੋ ਕੇ ਕਦੀ ਵੀ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਤੋਹੀਨ ਨਾ ਕਰਦਾ, ਜੇ ਉਹਨੇ ਗੁਰੂ ਦੀ ਗੱਲ ਮੰਨੀ ਹੁੰਦੀ। ਮਹਾਰਾਜ ਨੇ ਕਮਾਲ ਕੀਤੀ, ਤਾਂ ਹੀ ਪਹਿਲਾਂ ਕਹਿ ਦਿੱਤਾ ਸੀ, ਕਹਿੰਦੇ ਮਤਾ ਭਲੇਖਾ ਖਾ ਜਾਇਓ, ਕੋਈ ਬੰਦਾ ਆ ਕੇ ਮੱਥਾ ਟੇਕਦਾ ਜੀ ਇਹ ਪੱਕਾ ਸਿੱਖ ਹੈ, ਸ਼ਰਧਾ ਅਕੀਦਤ ਭੇਟ ਕਰ ਰਿਹਾ, ਇਹ ਪੂਰੀ ਤਰ੍ਹਾਂ ਸਮਰਪਣ ਹੋ ਰਿਹਾ, ਨਹੀਂ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਆ ਜਾ ਹਿਰਦੈ ਕੋ ਸੁਧੇ ਜਾਹੇ। ਜਮਸ਼ੇਦ ਖਾਨ ਤੇ ਗੁਲ ਖਾਨ ਨੇ ਵੀ ਤੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਨਾ, ਹਜ਼ੂਰ ਸਾਹਿਬ ਦੀ ਧਰਤੀ ਤੇ, ਜਿਨ੍ਹਾਂ ਨੇ ਗੁਰੂ ਸਾਹਿਬ ਤੇ ਖੰਜਰ ਮਾਰ ਕੇ ਵਾਰ ਕੀਤਾ। 4-5 ਦਿਨ ਰੁਕੇ ਨੇ, ਰੋਜ਼ ਸਵੇਰੇ ਸ਼ਾਮ ਜਾਂਦੇ ਨੇ, ਮੱਥਾ ਟੇਕਦੇ ਨੇ, ਦੀਵਾਨ 'ਚ ਬੈਠਦੇ ਨੇ, ਪਰ ਅੰਦਰ ਨਹੀਂ ਸੀ ਭਿੱਜਿਆ, ਹਿਰਦਾ ਕਸੁੱਧਾ ਸੀ। ਸਿੱਖੀ ਹਿਰਦੇ ਦੀ ਗੱਲ ਕਰਦੀ ਹੈ, ਸਿੱਖੀ ਆਤਮਾ ਨੂੰ ਰੰਗਦੀ ਹੈ, ਸਿੱਖੀ ਮਨ ਨੂੰ ਸੁਧਾਰਦੀ ਹੈ, ਸਿੱਖੀ ਸਾਡੀ ਸੋਚ ਬਦਲਦੀ ਹੈ, ਸਿੱਖੀ ਸਾਡੇ ਅੰਦਰ ਚਾਨਣ ਕਰਦੀ ਹੈ। ਅੰਦਰ ਚਾਨਣ ਉਦੋਂ ਹੋਏਗਾ ਜਦੋਂ ਪੜ੍ਹੀ ਹੋਈ ਬਾਣੀ ਸਮਝ ਕੇ ਤੁਹਾਡੇ ਅੰਦਰ ਦੇ ਕਪਾਟ ਖੋਲ ਦੇ,
ਤੁਹਾਡੇ ਬੰਧਨ ਕੱਟ ਦੇ, ਤੁਹਾਡੀ ਸੋਚ ਬਦਲ, ਤੁਹਾਡੇ 'ਚ ਜਾਗਰਤੀ ਲੈ ਆਏ। ਸਾਡੇ ਅੰਦਰਲੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਰ ਜਾਣ, ਖਤਮ ਹੋ ਜਾਣ। ਸਿੱਖ ਉਦੋਂ ਲੋਭ ਵਸ ਲਾਲਚ ਵਸ ਜਾਂ ਕਿਸੇ ਇੱਛਾ ਵਸ ਨਹੀਂ ਆਏਗਾ, ਉਦੋਂ ਸਿੱਖ ਗੁਰੂ ਕੋਲ ਗੁਰੂ ਦਾ ਹੋਣ ਆਏਗਾ। ਇਹ ਸਿੱਖੀ ਹੈ। ਘੇਰੇ ਪਏ ਨੇ ਹਾਲਾਤ ਬੜੇ ਮੁਸ਼ਕਲ, ਪਰ ਸਿੱਖ ਗੁਰੂ ਆਸਰੇ ਭਾਣਾ ਮੰਨਦੇ ਹੋਏ ਚੱਲਦੇ। ਹੁਣ ਇੱਥੇ ਖੇਡ ਦੇਖੋ, ਇਹ ਸ਼ਹੀਦੀਆਂ ਬੇਸ਼ੱਕ ਅਸੀਂ ਕੇਵਲ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਆਮ ਤੌਰ ਤੇ ਦਿਨ ਮਨਾਉਂਦੇ ਆ, ਉਹਨਾਂ ਦਾ ਇਤਿਹਾਸ ਚੱਲਦਾ ਹੈ, ਪਰ ਇਹ ਤੋਂ ਪਹਿਲਾਂ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਉਹ ਵੀ ਬੜੀਆਂ ਬਾਕਮਾਲ ਨੇ। ਜਦੋਂ ਘੇਰਾ ਪਿਆ ਹੋਇਆ ਅੰਦਰ, ਰਾਸ਼ਨ ਮੁੱਕ ਗਿਆ, ਹੁਣ ਸਿੱਖਾਂ ਨੇ ਗੁਰੂ ਸਾਹਿਬ ਨਾਲ ਮਿਲ ਕੇ ਸਲਾਹ ਕੀਤੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੇ ਸਾਨੂੰ ਘੇਰਾ ਪਾਇਆ, ਅਸੀਂ ਤੇ ਦੁੱਖ ਸਹਿ ਰਹੇ ਹਾਂ, ਥੋੜਾ ਬਹੁਤਾ ਇਹਨਾਂ ਨੂੰ ਵੀ ਪਤਾ ਲੱਗੇ ਨਾ ਘੇਰੇ ਪਾਉਣ ਦੇ ਅਰਥ ਕੀ ਹੁੰਦੇ ਨੇ। ਮਹਾਰਾਜ ਕਹਿੰਦੇ ਦੱਸੋ, ਕਹਿੰਦੇ ਵੀ ਸਾਡਾ ਦਿਲ ਕਰਦਾ ਸੀ ਬਾਹਰੋਂ ਜਾ ਕੇ ਰਾਸ਼ਨ ਲੈ ਕੇ ਆਈਏ। ਸੁਭਾਵਿਕ ਹੈ ਵੀ ਉਹਨਾਂ ਨੇ ਵੀ ਲੰਗਰ ਪਾਣੀ ਅੰਨ ਪਾਣੀ ਛਕਣਾ ਹੁੰਦਾ। ਹੁਣ ਜੇ ਬਾਹਰ ਰਾਸ਼ਨ ਲੈਣ ਜਾਣਾ ਹੈ, ਦੁਸ਼ਮਣ ਦੇ ਘਰ ਚੋਂ ਰਾਸ਼ਨ ਚੁੱਕ ਕੇ ਲੈ ਕੇ ਆਉਣਾ ਹੈ, ਤੇ ਹੁਣ ਇਹ ਤਾਂ ਹੈ ਨਹੀਂ ਵੀ ਤੁਸੀਂ ਹੱਥ ਅੱਡੋਗੇ ਤੇ ਦੇ ਦੇਣਾ। ਉੱਥੇ ਤੇ ਹੁਣ ਤਲਵਾਰਾਂ ਵੀ ਚੱਲਣਗੀਆਂ, ਜੰਗ ਵੀ ਹੋਏਗਾ, 4 ਉਹਨਾਂ ਦੇ ਵੀ ਮਰਨਗੇ ਤੇ 2 ਸਾਡੇ ਵੀ ਮਰਨਗੇ। 10 ਸਿੰਘ ਜਾਂਦੇ ਨੇ ਜੀ, 10 ਵਿੱਚੋਂ 3 4 5 ਅੱਗੇ ਨਿਕਲ ਜਾਂਦੇ ਨੇ, ਲੜਦੇ ਲੜਦੇ ਹਮਲਾ ਕਰਦੇ, ਉਹਨਾਂ ਨੂੰ ਖਦੇੜ ਕੇ ਪਿੱਛੇ ਲੈ ਜਾਂਦੇ ਨੇ। ਪਿਛਲੇ 5 ਆਉਂਦੇ ਨੇ, ਉਹ ਤੁਰੰਤ ਰਾਸ਼ਨ ਚੁੱਕਦੇ ਨੇ ਤੇ ਵਾਪਸ ਕਿਲੇ 'ਚ ਪਹੁੰਚ ਜਾਂਦੇ ਨੇ। ਅਗਲੇ 5 ਸ਼ਹੀਦ ਹੋ ਜਾਂਦੇ ਨੇ। ਕਿਉਂ ਸ਼ਹੀਦ ਹੁੰਦੇ ਨੇ? ਜਿਹੜੇ ਸਾਡੇ ਪਿੱਛੇ ਨੇ ਉਹ ਬਚ ਜਾਣ। ਵਿਖਮ ਮਾਰਗ ਚੱਲਣਾ। ਇਹ ਕੌਣ ਸਨ? ਇਹ ਉਹ ਸੂਰੇ ਨੇ ਜਾਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਤ ਹੈ ਸੂਰੇ। ਹਰੀ ਦਾ ਰੰਗ, ਇਹ ਸੱਚ ਦਾ ਰੰਗ ਹੈ। ਜਦੋਂ ਰੰਗ ਦੀ ਗੱਲ ਗੁਰੂ ਸਾਹਿਬ ਨੇ ਕੀਤੀ, ਮਹਾਰਾਜ ਨੇ ਇਹਨੂੰ ਹਰ ਰੰਗ ਵੀ ਕਿਹਾ, ਇਹਨੂੰ ਸੱਚ ਰੰਗ ਵੀ ਕਿਹਾ, ਲਾਲ ਰੰਗ ਵੀ ਕਿਹਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡ ਭਾਗਾ। ਇਹ ਰੰਗ ਜਿਸ ਦਿਨ ਲੱਗਦਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਇਸੇ ਨੂੰ ਕਿਹਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨੰਦਿਆਂ ਸਭ ਅੰਗ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਸੱਚ ਨਾ ਲੱਗੋ ਰੰਗ। ਲਾਲ ਰੰਗ, ਹਰ ਰੰਗ, ਸੱਚ ਰੰਗ, ਗੱਲ ਇੱਕੋ ਹੀ ਹੈ, ਪਿਆਰ ਦਾ ਰੰਗ। ਹੁਣ ਇਹ ਰੰਗ ਲੱਗਣ ਵਾਲੇ ਆਪਣੇ ਮਾਲਕ ਤੋਂ, ਆਪਣੇ ਗੁਰੂ ਤੋਂ, ਆਪਣੇ ਇਸ਼ਟ ਤੋਂ ਜਾਨ ਕੁਰਬਾਨ ਕਰਦੇ ਨੇ, ਪਰ ਉਹਨਾਂ ਦਾ ਇੱਕੋ ਸੋਚ ਹੁੰਦੀ ਹੈ ਵੀ ਬਸ ਮੇਰੇ ਮਾਲਕ ਤੇ ਮੇਰੇ ਸਤਿਗੁਰੂ ਤੇ ਕੋਈ ਆਂਚ ਨਾ ਆ ਜਾਏ। ਕਈ ਮਹੀਨੇ ਇਹ ਸਿਲਸਿਲਾ ਚੱਲਿਆ। ਆਖਰ ਨੂੰ ਹੁਣ ਦੇਖੋ, ਸੁਭਾਵਿਕ ਹੈ ਜੀ, ਹੁਣ ਇਹ ਲੜਾਈ ਅਕਸਰ ਨੂੰ ਕਿੰਨਾ ਚਿਰ ਚੱਲਦੀ, ਪਰ ਹੁਣ ਬਾਹਰ ਵੀ ਹਾਲਾਤ ਬੜੇ ਮੁਸ਼ਕਲ ਹੁੰਦੇ ਜਾ ਰਹੇ। ਗਰਮੀ ਤੇ ਉਹਨਾਂ ਨੇ ਕਿਸੇ ਤਰ੍ਹਾਂ ਕੱਢ ਲਈ, ਹੁਣ ਜਦੋਂ ਸਰਦੀ ਆ ਗਈ, ਆ ਮੌਸਮ ਆਪਾਂ ਜਾਣਦੇ ਹਾਂ। ਹੁਣ ਉਹਨਾਂ ਨੇ, ਸਰਕਾਰਾਂ ਨੇ ਵੀ ਸੋਚਿਆ, ਪਹਾੜੀਆਂ ਨੇ ਵੀ ਸੋਚਿਆ ਵੀ ਖੁੱਲੇ ਅਸਮਾਨ ਥੱਲੇ ਸਰਦੀ ਕੱਟਣੀ ਬਹੁਤ ਔਖੀ ਹੈ, ਕਿਸੇ ਤਰੀਕੇ ਨਾਲ ਗੁਰੂ ਨੂੰ ਮਨਾ ਲਿਆ ਜਾਏ। 7 ਮਹੀਨੇ ਦਾ ਘੇਰਾ ਪੈ ਗਿਆ, ਹਿੰਦੁਸਤਾਨ ਦੇ ਵਿੱਚੋਂ ਆਵਾਜ਼ਾਂ ਆਉਣ ਲੱਗ ਪਈਆਂ, ਸਰਕਾਰ ਦੀ ਬਦਨਾਮੀ ਹੋਣ ਲੱਗ ਪਈ ਵੀ ਗੱਲ ਬਣਦੀ ਨਹੀਂ। 7 ਮਹੀਨੇ ਘੇਰਾ ਪਾਈ ਬੈਠੇ ਨੇ, ਇੱਕ ਇਹਨਾਂ ਕੋਲੋਂ ਗੁਰੂ ਪੀਰ ਫਕੀਰ ਉਹੀ ਨਹੀਂ ਇਹਨਾਂ ਤੋਂ ਕਾਬੂ ਹੋ ਰਿਹਾ ਵੀ ਕਿਹਦੀ ਕਾਦੀ ਸਰਕਾਰ, ਕਾਦੇ ਤੁਸੀਂ ਪਹਾੜੀ ਰਾਜੀ, ਲਾਹਣਤਾਂ ਪੈਣ ਲੱਗ ਪਈਆਂ। ਇਹਨਾਂ ਨੇ ਕਿਹਾ ਵੀ ਅਸੀਂ ਜ਼ੋਰ ਅਜਮਾਇਸ਼ ਕਰਕੇ ਵੇਖ ਲਈ, ਤਾਕਤ ਅਜ਼ਮਾ ਕੇ ਵੇਖ ਲਈ, ਗੱਲ ਨਹੀਂ ਬਣਦੀ, ਕਹਿੰਦੇ ਹੁਣ ਮਿੰਟਾਂ ਹੀ ਕਰਕੇ ਵੇਖ ਲਓ, ਖਹਿੜਾ ਤੇ ਛੱਡਣ ਸਾਡਾ। ਉਹ ਤੋਂ ਬਾਅਦ ਫਿਰ ਇੱਥੇ ਆ ਕੇ ਮੈਂ ਨੇੜੇ ਰੱਖਾਂ ਬੇਨਤੀ ਨੂੰ, ਪਹਾੜੀ ਰਾਜਿਆਂ ਵੱਲੋਂ ਜੀ ਆਟੇ ਦੀ ਗਊ ਬਣਾ ਕੇ ਉਹਦੀ ਕਸਮ ਚੁੱਕੀ ਗਈ। ਮੁਗਲਾਂ ਵੱਲੋਂ ਪਾਕ ਕੁਰਾਨ ਸ਼ਰੀਫ ਦੀ ਕਸਮ ਚੁੱਕੀ ਗਈ। ਕਹਿੰਦੇ ਵੀ ਸਾਨੂੰ ਕਸਮ ਲੱਗੇ, ਅਸੀਂ ਆਪਣੇ ਇਸ਼ਟ ਦੀ, ਆਪਣੇ ਚਿੰਨ ਦੀ, ਆਪਣੇ ਧਾਰਮਿਕ ਗ੍ਰੰਥ ਦੀ ਕਸਮ ਖਾਂਦੇ ਹਾਂ, ਤੁਸੀਂ ਰੱਬ ਦਾ ਵਾਸਤਾ ਇੱਕ ਵਾਰ ਆਨੰਦਪੁਰੀ ਦੀ ਨਗਰੀ ਛੱਡ ਜਾਓ। ਵੀ ਸਾਡੀ ਵੀ ਇੱਜ਼ਤ ਦਾ ਸਵਾਲ ਹੈ, ਸਾਡੀ ਨੱਕ ਰਹਿ ਜਾਏਗੀ, ਸਾਡੀ ਇੱਜ਼ਤ ਰਹਿ ਜਾਏਗੀ। 7 ਮਹੀਨੇ ਬਾਅਦ ਵੀ ਅਸੀਂ ਖਾਲੀ ਮੁੜ ਜਾਈਏ, ਸਾਨੂੰ ਰਾਜੇ ਕਿਹਨੇ ਕਹਿਣਾ, ਸਾਡੀ ਸਰਕਾਰ ਦੀ ਕੀ ਬਣੇਗੀ? ਸਾਡੀ ਇੱਜ਼ਤ ਦਾ ਸਵਾਲ ਹੈ। ਇੱਕ ਵਾਰ ਇੱਥੋਂ ਚਲੇ ਜਾਓ, ਤੁਸੀਂ ਹੋਰ ਕਿਤੇ ਵੀ ਜਾ ਕੇ ਵਿਚਰੋ, ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ, ਕੋਈ ਤੁਹਾਡੇ ਤੇ ਹਮਲਾ ਨਹੀਂ ਕਰੇਗਾ, ਤੁਹਾਡਾ ਬਾਲ ਵੀ ਵਿੰਗਾ ਨਹੀਂ ਹੋਏਗਾ। ਅਸੀਂ ਇਸ ਗੱਲ ਦਾ ਵਾਅਦਾ ਕਰਦੇ ਹਾਂ, ਅਸੀਂ ਕਸਮ ਚੁੱਕਦੇ ਹਾਂ। ਹੁਣ ਇੱਥੇ ਫੇਰ ਪੱਖ ਧਿਆਨ ਨਾਲ ਸੁਣੋ, ਇੱਕ ਇੱਕ ਅਧਿਆਏ, ਇੱਕ ਇੱਕ ਪੱਖ ਅੱਜ ਦੇ ਸਮੇਂ ਵੀ ਸਾਨੂੰ ਬਹੁਤ ਵੱਡੀ ਸਿੱਖਿਆ ਦੇ ਰਿਹਾ ਹੈ। ਤੁਸੀਂ 10ਵੇਂ ਪਾਤਸ਼ਾਹ ਦੇ ਉਹ 52 ਬਚਨ ਪੜ੍ਹੇ ਹੋਣਗੇ, ਬਹੁਤ ਗੁਰੂ ਘਰਾਂ 'ਚ ਲੱਗੇ ਹੁੰਦੇ ਨੇ, ਜੋ ਹਜ਼ੂਰ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਉੱਥੇ ਰਹਿੰਦੇ ਆ ਸਿੱਖਾਂ ਨੂੰ ਲਿਖਵਾਏ ਸਨ। ਉਹਦੇ ਵਿੱਚ 26ਵਾਂ ਬਚਨ ਹੈ ਜੀ, ਕਸਮ ਚੁੱਕਣ ਵਾਲੇ ਤੇ ਭਰੋਸਾ ਨਹੀਂ ਕਰਨਾ। ਸਪਸ਼ਟ ਹੈ ਜੀ, ਲਿਖਿਆ ਨਾ। ਤੇ ਅਸੀਂ ਉਹ ਬੰਦਾ ਚੁਣ ਲਿਆ ਜਿਹਨੇ ਗੁਟਕੇ ਦੀ ਕਸਮ ਚੁੱਕੀ
ਤੇ ਉਹ ਹਾਲਾਤ ਪੰਜਾਬ ਦੇ ਕਿੱਥੇ ਲੈ ਗਿਆ, ਅੱਜ ਉਹਦਾ ਨਤੀਜਾ ਸਾਰੇ ਭੁਗਤ ਰਹੇ ਨੇ। ਜਿਹੜਾ ਬੰਦਾ ਗੁਟਕਾ ਸਾਹਿਬ ਦੀ, ਗੁਰੂ ਸਾਹਿਬ ਦੀ ਬਾਣੀ ਦੀ, ਸੱਚ ਦੀ ਸਹੁੰ ਖਾ ਕੇ ਮੁੱਕਰ ਜਾਏ, ਉਹ ਤੋਂ ਜਿੰਨੇ ਥੱਲੇ ਵਾਲੇ ਨੇ ਉਹਨਾਂ ਨੂੰ ਤੇ ਬਹੁਤ ਸੌਖਾ ਹੋ ਗਿਆ ਵੀ ਜੇ ਸਾਡਾ ਮਾਲਕ ਹੀ ਮੁੱਕਰ ਗਿਆ ਸਾਨੂੰ ਕਿਹਨੇ ਪੁੱਛਣਾ, ਸੀ ਤੇ ਜੋ ਮਰਜ਼ੀ ਕਰੀਏ। ਲੁੱਟ ਮਚ ਗਈ, ਕੁਰਾਹੇ ਪੈ ਗਏ, ਬੇਅਦਬੀਆਂ ਹੋਈਆਂ, ਕੋਈ ਇਨਸਾਫ ਨਾ ਮਿਲਿਆ, ਜਿਹੜੇ ਮੁੱਦੇ ਉਠਾਏ ਗਏ ਸਭ ਖੂਹ ਖਾਤੇ ਪੈ ਗਏ। ਕਿਉਂ? ਕਿਉਂਕਿ ਰਾਜੇ ਕਸਮ ਚੁੱਕ ਕੇ ਮੁੱਕਰ ਗਿਆ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੈਂਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚੱਟ ਜਾਓ। ਜੇ ਰਾਜਾ ਹੀ ਬੰਦੇ ਨੂੰ ਪਾੜ ਖਾਣਾ ਸ਼ੇਰ ਬਣ ਜਾਏ, ਕਹਿੰਦੇ ਮੁਕੱਦਮਾ ਵਾਸਤੇ ਤੇ ਰਾਹ ਖੁੱਲ ਜਾਂਦੇ ਨੇ। ਉਹ ਤੇ ਲੋਕਾਂ ਨੂੰ ਲੁੱਟਣਗੇ ਵੀ, ਕੁੱਟਣਗੇ ਵੀ, ਮਾਰਨਗੇ ਵੀ, ਤੋਹੀਨ ਵੀ ਕਰਨਗੇ। ਕਸਮ ਚੁੱਕਣ ਵਾਲੇ ਤੇ ਭਰੋਸਾ ਨਹੀਂ ਕਰਨਾ। ਕਸਮ ਚੁੱਕੀ ਇਸ ਵਾਸਤੇ ਜਾਂਦੀ ਹੈ, ਵਾਅਦਾ ਕੀਤਾ ਇਸ ਵਾਸਤੇ ਜਾਂਦਾ ਤਾਂ ਕਿ ਤੋੜਿਆ ਜਾ ਸਕੇ, ਕੇਵਲ ਤੁਹਾਨੂੰ ਭਰਮਾਉਣ ਦੇ। ਤੁਸੀਂ ਇੱਕ ਵਾਰ ਮਗਰ ਲੱਗੋ ਤੇ ਸਹੀ, ਪਰਤ ਕੇ ਦੇਖੋ ਜੀ ਤੁਹਾਡਾ ਕੀ ਕਰਦੇ। ਮੇਰੀ ਬੇਨਤੀ ਹੈ, ਕਿਉਂਕਿ ਦੇਖੋ ਇਹਦੇ ਨਾਲ ਰਾਜਨੀਤਿਕ ਪੱਖ ਜੁੜਿਆ ਹੋਇਆ। ਮੁਬਾਰਕ ਹੈ ਜਿਹੜੇ ਕੇਵਲ ਗੁਰੂ ਦੇ ਭਰੋਸੇ ਚੱਲਦੇ ਨੇ। ਸਿੱਖ ਵਾਸਤੇ ਖਾਸ ਤੌਰ ਤੇ ਅੰਮ੍ਰਿਤਧਾਰੀ ਗੁਰਸਿੱਖ ਵਾਸਤੇ ਗੁਰੂ ਤੋਂ ਵੱਡਾ ਕੋਈ ਆਗੂ ਨਹੀਂ ਹੈ। ਗੁਰੂ ਤੋਂ ਉੱਪਰ ਕੁਝ ਨਹੀਂ ਸਾਡੇ ਵਾਸਤੇ। ਬੰਦਾ ਕਿਤੇ ਨਾ ਕਿਤੇ ਜਾ ਕੇ ਪੈਰ ਛੱਡ ਜਾਏਗਾ, ਧੋਖਾ ਦੇ ਜਾਏਗਾ, ਕੋਈ ਮਜਬੂਰੀ ਬਣ ਜਾਏਗੀ, ਕੋਈ ਲੋਭ ਲਾਲਚ ਵਸ ਪੈ ਜਾਏਗਾ, ਪਾਰਟੀਆਂ ਬਦਲਣਗੇ, ਛੱਡਣਗੇ, ਲਾਰੇ ਲਾਉਣਗੇ, ਬੜੇ ਕੁਝ ਕਰਨਗੇ। ਇਹ ਹੁਣ ਹੈ, ਤੁਹਾਡੇ ਸਾਹਮਣੇ ਹੈ। ਮੈਂ ਫਿਰ ਬੇਨਤੀ ਕਰ ਰਿਹਾ, ਇਹ ਰਾਜਨੀਤਿਕ ਮਾਹੌਲ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਪਿੱਛੇ ਇਹਨਾਂ ਲੋਕਾਂ ਦਾ ਵੀ ਬੜਾ ਵੱਡਾ ਹੱਥ ਹੈ। ਰਾਜਨੀਤੀ ਦੀ ਦੁਸ਼ਮਣੀ, ਇੱਕ ਦੂਜੇ ਨੂੰ ਬਦਨਾਮ ਕਰਨ ਲਈ ਧਰਮ ਨੂੰ ਵੀ ਵੱਟਾ ਲਗਾਉਣ ਤੋਂ ਪਿੱਛੇ ਨਹੀਂ ਹਟਦੇ। ਇਹ ਧਰਮ ਨੂੰ ਵੀ ਵਰਤ ਜਾਂਦੇ ਨੇ। ਖੁਦਾਇਆ ਹਬਸ਼ ਕੇ ਬੰਦੇ ਵਫਾ ਕੋ ਵੇਚ ਦੇਤੇ हैं, खुदा के घर की क्या कहिए, खुदा को बेच देते हैं। ਕਦੀ ਇਹਨਾਂ ਦੇ ਮਗਰ ਨਾ ਲੱਗਿਓ। ਦਾਤਾ ਮਿਹਰ ਕਰੇ, ਅਸੀਂ ਗੁਰੂ ਨੂੰ ਮੰਨ ਕੇ ਚੱਲੀ ਹਾਂ। ਅਰਦਾਸ ਕਰੋ ਵੀ ਦਾਤਾ ਕੋਈ ਐਸਾ ਮਿਲਾ ਦੇਈ, ਜਿਹੜੀ ਬਾਣੀ ਦੇ ਤੁਸੀਂ ਆਪ ਹੀ, ਅਸੀਂ ਰੋਜ਼ ਹੀ ਪੜ੍ਹਦੇ ਹਾਂ, ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੋਵੇ, ਕੋਈ ਬਸ ਤੇਰੇ ਨਾਲ ਜੁੜਨ ਵਾਲਾ, ਤੇਰੇ ਮਾਰਗ ਤੇ ਤੁਰਨ ਵਾਲਾ ਹੋਵੇ। ਉਹਨਾਂ ਲੋਕਾਂ ਨੇ ਕਸਮਾਂ ਖਾਧੀਆਂ। ਕਹਿੰਦੇ ਗੁਰੂ ਸਾਹਿਬ ਉਸ ਦਿਨ ਮੁਸਕਰਾਏ, ਸਿੱਖ ਬੈਠੇ ਸਨ। ਸਿੱਖ ਤਾਂ ਪਰੇਸ਼ਾਨ ਸਨ ਵੀ ਸਤਿਗੁਰ ਸੱਚੇ ਪਾਤਸ਼ਾਹ ਵੀ ਕਦੋਂ ਅਸੀਂ ਕਿਲਾ ਖਾਲੀ ਕਰੀਏ। ਭੁੱਖੇ ਭਾਣੇ ਆ, ਕਿੰਨੇ ਮਹੀਨੇ ਲੰਘ ਗਏ, ਕਦੀ ਇੱਕ ਅੱਧਾ ਵਕਤ ਦਾ ਪ੍ਰਸ਼ਾਦਾ ਮਿਲਦਾ ਨਹੀਂ ਮਿਲਿਆ, ਨਹੀਂ ਮਿਲਿਆ। ਦਰਖਤਾਂ ਦੇ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ। ਪ੍ਰਸ਼ਾਦੀ ਹਾਥੀ ਮਰ ਗਿਆ, ਬਹੁਤ ਸਾਰੇ ਘੋੜੇ ਚੜਾਈ ਕਰ ਗਏ, ਬਹੁਤ ਸਾਰੇ ਜਾਨੋ ਸਿੰਘ ਵੀ ਚਲੇ ਗਏ। ਮਹਾਰਾਜ ਕੁਝ ਕਰੋ। ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ। ਸਿੱਖ ਹੈਰਾਨ ਨੇ ਵੀ ਪਾਤਸ਼ਾਹ ਕੀ ਹੋਇਆ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਹੈ, ਅੱਜ ਇਹ ਲੋਕ ਹੱਥ ਖੜੇ ਕਰ ਗਏ, ਸੱਚ ਮੂਰੇ ਹੱਥ ਖੜੇ ਕਰ ਗਏ। ਇਹਨਾਂ ਨੇ ਹੁਣ ਧਰਮ ਵਿੱਚ ਲੈ ਕੇ ਆਂਦਾ। ਧਾਰਮਿਕ ਗ੍ਰੰਥ ਆ ਗਿਆ, ਧਰਮ ਦਾ ਚਿੰਨ੍ਹ ਆ ਗਿਆ। ਗਊ, ਹਿੰਦੂ ਵੀਰ ਗਊ ਮਾਤਾ ਕਹਿੰਦੇ ਨੇ, ਗਊ ਚਿੰਨ੍ਹ ਹੈ ਧਰਮ ਦਾ। ਇਹਨਾਂ ਨੇ ਧਰਮ ਦੇ ਚਿੰਨ੍ਹਾਂ ਤੇ ਧਰਮ ਦੇ ਗ੍ਰੰਥਾਂ ਨੂੰ ਵਿੱਚ ਪਾ ਲਿਆ। ਮਹਾਰਾਜ ਕਹਿੰਦੇ ਹੱਸ ਇਸ ਗੱਲ ਤੋਂ ਰਿਹਾ ਵੀ ਨਿਭਾਉਣੇ ਇਹਨਾਂ ਨੇ ਵੀ ਕੋਈ ਨਹੀਂ, ਖੜਨਾ ਇਹਨਾਂ ਨੇ ਇੱਥੇ ਵੀ ਨਹੀਂ ਹੈ। ਇਹ ਲੋਕ ਕਸਮਾਂ ਵੀ ਤੋੜਨਗੇ, ਵਾਅਦੇ ਵੀ ਤੋੜਨਗੇ, ਕੀਤੇ ਕੌਲ ਕਰਾਰ ਸਭ ਮੁਕਰ ਜਾਣਗੇ। ਜ਼ਫਰਨਾਮੇ ਚ ਮਹਾਰਾਜ ਨੇ ਅੱਗੇ ਜਾ ਕੇ ਲਿਖਿਆ ਸੀ, ਪੈਮਾ ਸ਼ਿਕਨ ਬੇਦ ਰੰਗ ਆਮਦੰਗ ਬਤੀਰੋ ਕਮਾਨੰ ਤਮਾ ਆਮਦੰਗ। ਪੈਮਾ ਸ਼ਿਕਨ ਦਾ ਅਰਥ ਹੁੰਦਾ ਕਸਮਾਂ ਤੋੜਨ ਵਾਲੇ। ਕਹਿੰਦੇ ਇਹ ਸਭ ਕੌਲ ਕਰਾਰ ਤੋੜ ਕੇ ਅਚਾਨਕ ਹਮਲਾਵਰ ਹੋ ਗਏ, ਸਾਨੂੰ ਮਜਬੂਰੀ ਚ ਆ ਕੇ ਫਿਰ ਤਲਵਾਰ ਚੁੱਕਣੀ ਪਈ। ਇਹਨਾਂ ਨੇ ਸਭ ਤੋੜਦੇ ਨੇ। ਮਹਾਰਾਜ ਕਹਿੰਦੇ ਅੱਜ ਹੱਥ ਰਿਆਂ ਵੀ ਕਮਾਲ ਹੈ, ਤੁਸੀਂ ਧਰਮ ਨੂੰ ਲੈ ਕੇ ਆਇਓ ਪਰ ਨਿਭਾਉਣਾ ਧਰਮ ਵੀ ਤੁਸੀਂ ਕੋਈ ਨਹੀਂ। ਪਰ ਗੁਰੂ ਸਾਹਿਬ ਕਹਿੰਦੇ ਤੁਸੀਂ ਧਰਮ ਲੈ ਕੇ ਆਂਦਾ, ਧਰਮ ਅਸੀਂ ਨਿਭਾਵਾਂਗੇ, ਅਸੀਂ ਨਿਭਾ ਕੇ ਦਿਖਾਵਾਂਗੇ। ਨਾ ਗੁਰੂ ਸਾਹਿਬ ਆਟੇ ਦੀ ਗਊ ਜਾਂ ਗਊ ਨੂੰ ਮੰਨਦੇ ਨੇ, ਨਾ ਕੁਰਾਨ ਨੂੰ ਮੰਨਦੇ ਨੇ, ਪਰ ਗੁਰੂ ਸਾਹਿਬ ਨੇ ਦੋਨਾਂ ਦਾ ਸਤਿਕਾਰ ਕੀਤਾ। ਮਹਾਰਾਜ ਨੇ ਕਿ ਅੱਜ ਜੇ ਧਰਮ ਆ ਗਿਆ ਜੀ ਕਿਲਾ ਖਾਲੀ ਕੀਤਾ ਜਾਏਗਾ। ਇਹ ਕਿਲਾ ਖਾਲੀ ਨਹੀਂ ਸੀ ਹੋਣਾ। ਮੈਂ ਬੇਨਤੀ ਕਰਾਂ, ਜ਼ੋਰ ਲਾ ਲੈਂਦੇ, ਹਮਲਾਵਰ ਕਰ ਦਿੰਦੇ, ਕੁਝ ਵੀ ਕਰ ਲੈਂਦੇ, ਕਿਲਾ ਖਾਲੀ ਨਹੀਂ ਸੀ ਹੋਣਾ। ਪਰ ਜਦੋਂ ਧਰਮ ਆਇਆ, ਧਰਮ ਦਾ ਸਤਿਕਾਰ ਕਰਦਿਆਂ ਗੁਰੂ ਨੇ ਕਿਲਾ ਖਾਲੀ ਕੀਤਾ। ਸਤਿਗੁਰੂ ਜੀ ਨੇ ਉੱਥੇ ਫੇਰ ਇੱਕ ਕੌਤਕ ਵਰਤਾਇਆ। ਸਿੱਖ ਪਹਿਲਾਂ ਮੰਨੇ ਨਹੀਂ ਨਾ, ਸਾਡੇ ਵਰਗਿਆਂ ਨੂੰ ਛੇਤੀ ਕਿਤੇ ਭਰੋਸਾ ਵੀ ਨਹੀਂ ਆਂਦਾ ਗੁਰੂ ਤੇ। ਕਹਿਣ ਲੱਗੇ ਮਹਾਰਾਜ ਇਹਨਾਂ ਨੇ ਤੇ ਕਸਮਾਂ ਚੁੱਕ ਲਈਆਂ, ਹੁਣ ਬੇਪਰਵਾਹ ਹੋ ਜਾਓ, ਹੁਣ ਆਪਾਂ ਬੇਫਿਕਰੀ ਨਾਲ ਇੱਥੋਂ ਜਾਵਾਂਗੇ, ਕੋਈ ਹਮਲਾ ਨਹੀਂ ਹੋਏਗਾ, ਖੁਸ਼ੀ ਖੁਸ਼ੀ ਆਪਣੇ ਘਰ ਚਲਾਂਗੇ, ਦੂਰ ਚਲਾਂਗੇ। ਮਹਾਰਾਜ ਕਹਿੰਦੇ ਨਹੀਂ, ਤੁਸੀਂ ਇਹਨਾਂ ਦੇ ਅੰਦਰ ਦੇ ਕਪਟ ਨੂੰ ਨਹੀਂ ਜਾਣਦੇ। ਇਹ ਉਹ ਲੋਕ ਨੇ, ਪੰਜਵੇਂ ਪਾਤਸ਼ਾਹ ਨੇ ਬਹੁਤ ਪਹਿਲਾਂ ਕਹਿ ਦਿੱਤਾ ਸੀ, ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਚ ਪ੍ਰੀਤ ਨਹੀਂ,
ਇਹ ਉਹਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਹਮੂ ਮਰਦ ਬਾਇਦ ਸ਼ਬਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜ਼ਫਰਨਾਮੇ ਚ ਮਹਾਰਾਜ ਨੇ ਲਿਖਿਆ, ਕਹਿੰਦੇ ਉਹ ਬੰਦਾ ਬੰਦਾ ਹੀ ਨਹੀਂ ਜਿਹਦਾ ਪੇਟ ਦਾ ਅਰਥ ਹੈ ਉਹਦੀ ਆਤਮਾ, ਉਹਦਾ ਅੰਦਰ, ਉਹਦਾ ਮਨ ਕੁਝ ਹੋਰ ਹੈ ਤੇ ਜ਼ੁਬਾਨ ਕੁਝ ਹੋਰ ਕਹਿ ਰਹੀ ਹੈ। ਮਹਾਰਾਜ ਨੇ ਉੱਥੇ ਕੌਤਕ ਸਾਡੇ ਵਰਗੇ ਦੀ ਅੱਖਾਂ ਖੋਲਣ ਲਈ ਪਹਿਲਾਂ ਨਾ ਗੱਡੇ ਭਰ ਕੇ ਭੇਜੇ ਜੀ ਵੇਸਟੇਜ ਤੇ, ਉਹਦੇ ਚ ਮਰੇ ਹੋਏ ਜਾਨਵਰਾਂ ਦੇ ਪਿੰਜਰ, ਪਾਟੀਆਂ, ਕੱਪੜੇ, ਪੁਰਾਣੀਆਂ ਜੁੱਤੀਆਂ, ਵੇਸਟੇਜ ਜਿੰਨੀ ਸੀ ਮਖਮਲੀ ਰੁਮਾਲਿਆਂ ਨਾਲ ਕੱਜ ਕੇ ਭੇਜੀ। ਮਨ ਬੇਈਮਾਨ ਹੋ ਗਿਆ, ਕਹਿੰਦੇ ਗੁਰੂ ਦਾ ਖਜ਼ਾਨਾ ਜਾ ਰਿਹਾ, ਲੁੱਟ ਲੋ। ਜਦੋਂ ਧਾਵਾ ਬੋਲਿਆ, ਉਹ ਮਖਮਲੀ ਕੱਪੜੇ ਉਤਾਰੇ ਤੇ ਦੇਖਿਆ ਵਿੱਚੋਂ ਪਿੰਜਰ ਨਿਕਲ ਆਏ। ਬੜੇ ਪਰੇਸ਼ਾਨ ਹੋਏ, ਹਤਾਸ਼ ਹੋ ਗਏ, ਬੇਪੱਤੀ ਮਹਿਸੂਸ ਕੀਤੀ। ਫਿਰ ਇਹਨਾਂ ਨੇ ਹੱਥ ਜੋੜੇ ਵੀ ਨਹੀਂ ਸਤਿਗੁਰੂ ਗਲਤੀ ਹੋ ਗਈ, ਵੀ ਸਾਡੇ ਕੁਝ ਲੋਕ ਸਨ ਚੋਰ ਬਿਰਤੀ ਵਾਲੇ, ਉਹਨਾਂ ਨੇ ਕਾਰਾ ਕੀਤਾ ਹੈ, ਹੁਣ ਬੇਨਤੀ ਹੱਥ ਜੋੜ ਕੇ ਹੁਣ ਐਸਾ ਕੁਝ ਨਹੀਂ ਹੋਵੇਗਾ, ਹੁਣ ਤੁਸੀਂ ਨਿਕਲ ਜਾਓ। ਮਹਾਰਾਜ ਨੇ ਤੇ ਸਾਡੀਆਂ ਅੱਖਾਂ ਹੀ ਖੁੱਲਣੀਆਂ ਸਨ। ਹੁਣ ਸਿੱਖ ਵੀ ਅਲਰਟ ਹੋ ਗਏ, ਸੁਚੇਤ ਹੋ ਗਏ। ਮਹਾਰਾਜ ਕਹਿੰਦੇ ਹਮਲਾ ਹੋਏਗਾ ਵੀ, ਜੰਗ ਲੱਗੇਗਾ ਵੀ, ਵਿਛੋੜੇ ਪੈਣਗੇ ਵੀ, ਕਸਮਾਂ ਟੁੱਟਣਗੀਆਂ ਵੀ, ਪਰ ਸਿੱਖੋ ਤੁਸੀਂ ਉਸ ਮਾਲਕ ਦੇ ਸ਼ੁਕਰ ਤੇ ਭਾਣੇ ਵਿੱਚ ਚੱਲਣਾ ਹੈ। ਅਸੀਂ ਆਪਣਾ ਈਮਾਨ ਨਹੀਂ ਤੋੜਨਾ, ਦੁਸ਼ਮਣ ਤੇ ਸਭ ਕੁਝ ਕਰਦਾ ਹੀ ਤੋੜਨ ਵਾਸਤੇ ਹੈ। ਸਿੱਖ ਆਪਣਾ ਈਮਾਨ ਨਾ ਡੋਲਣ ਦੇ, ਮਨ ਨਾ ਡਿਗੇ, ਤਨ ਕਾਹੇ ਕੋ ਡਰਾਏ। ਅਰਦਾਸ ਕਰੋ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਅਰਦਾਸਾ ਸੋਚ ਕੇ ਭਾਈ ਗੁਰਬਖਸ਼ ਦਾਸ ਮਹੰਤ ਸੀ ਜੀ, ਉਹਨੂੰ ਉੱਥੋਂ ਦਾ ਪ੍ਰਬੰਧ ਸੰਭਿਆ। ਮਹਾਰਾਜ ਅੱਜ ਉਸ ਧਰਤੀ ਨੂੰ ਨਮਸਕਾਰ ਕਰ, ਗੁਰੂ ਪਿਤਾ ਦੀ ਖਰੀਦੀ ਹੋਈ ਜ਼ਮੀਨ ਹੈ ਆਨੰਦਪੁਰ ਸਾਹਿਬ। ਮੈਂ ਬੇਨਤੀ ਕਰਾਂ ਵੀ ਦੇਖੋ, ਇਹ ਜ਼ਮੀਨ ਨਾ ਦੱਬੀ ਹੋਈ ਸੀ, ਨਾ ਕਿਸੇ ਤੋਂ ਗਿਫਟ ਮਿਲੀ ਸੀ, ਇਹ ਖਰੀਦੀ ਹੋਈ ਜ਼ਮੀਨ ਸੀ। ਜਦੋਂ ਤੁਸੀਂ ਕੋਈ ਜ਼ਮੀਨ, ਕੋਈ ਵਸਤੂ ਖਰੀਦ ਲਓ, ਕੋਈ ਧੱਕੇ ਨਾਲ, ਜ਼ੋਰ ਜ਼ਬਰਦਸਤੀ ਨਾਲ ਛੁਡਵਾ ਨਹੀਂ ਸਕਦਾ। ਖੈਰ, ਸਰਕਾਰ ਨੇ ਤਾਕਤ ਦੇ ਨਸ਼ੇ ਵਿੱਚ ਅੰਨੇ ਹੋ ਕੇ ਕਾਰਾ ਕੀਤਾ। ਮਹਾਰਾਜ ਨੇ ਅੱਜ ਉਸ ਧਰਤੀ ਨੂੰ ਨਤਮਸਤਕ ਹੋ ਕੇ ਅਰਦਾਸਾ ਸੋਧ ਕੇ ਚਾਲੇ ਪਾਏ। ਸਭ ਤੋਂ ਪਹਿਲਾਂ ਮਾਤਾਵਾਂ ਦੇ ਰੱਥ ਗਏ ਨੇ, ਇਹ ਐਵੇਂ ਨਹੀਂ ਵੀ ਇਕੱਠੇ ਹੀ ਤੁਰ ਪਏ। ਸਭ ਤੋਂ ਪਹਿਲਾਂ ਮਾਤਾਵਾਂ ਜੀ ਗਏ, ਉਹਦੇ ਵਿੱਚ ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ ਨਿਕਲੇ, ਗੁਰੂ ਕੇ ਸਿੱਖ ਗਏ, ਭਾਈ ਮਨੀ ਸਿੰਘ ਨਾਲ ਗਏ ਨੇ। ਉਹ ਤੋਂ ਬਾਅਦ ਫਿਰ ਛੋਟੇ ਲਾਲ ਤੇ ਮਾਤਾ ਗੁਜਰੀ ਜੀ ਦੇ ਬਹੁਤ ਸਾਰੇ ਸਿੱਖ ਨਾਲ ਗਏ ਨੇ। ਤੀਸਰੇ ਜੱਥੇ ਵਿੱਚ ਸਤਿਗੁਰੂ ਆਪ ਨੇ, ਬਹੁਤ ਸਾਰੇ ਸਿੱਖ ਨੇ। ਚੌਥਾ ਜੱਥਾ ਕੌਣ ਹੈ? ਚੌਥਾ ਜੱਥਾ ਜਦੋਂ ਨਿਕਲਦਾ, ਇਹਦੇ ਵਿੱਚ ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ ਆਦਿ ਮਹਾਨ ਗੁਰੂ ਕੇ ਸਿੱਖ ਨੇ, ਤੇ ਇਹਨਾਂ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹਨ। ਇਹ ਸਭ ਤੋਂ ਪਿੱਛੇ ਹਨ। ਹੁਣ ਗੁਰੂ ਨੇ, ਆਪਾਂ ਕਹਾਂਗੇ ਸਭ ਤੋਂ ਪਿੱਛੇ ਪੁੱਤਰ ਰੱਖਿਆ, ਪਿੱਛੇ ਨਹੀਂ, ਅਸਲ ਵਿੱਚ ਮੂਹਰੇ ਹੈ, ਕਿਉਂਕਿ ਦੁਸ਼ਮਣ ਨੇ ਹਮਲਾ ਘੇਰੇ ਤੋੜ ਕੇ ਪਿਛਲੇ ਪਾਸਿਓਂ ਕਰਨਾ। ਜਦੋਂ ਹਮਲਾ ਪਿੱਛੇ ਹੋਏਗਾ, ਪਿੱਛੇ ਵਾਲੇ ਆਪਣੇ ਆਪ ਮੂਹਰੇ ਹੋ ਜਾਣਗੇ ਜੂਝਣ ਵਾਸਤੇ। ਸਰਸਾ ਨਦੀ ਤੱਕ ਹਲੇ ਪਹੁੰਚੇ ਨਹੀਂ ਹਨ। ਕੀਰਤਪੁਰ ਸਾਹਿਬ ਇਹ ਜੱਥਾ ਪਹੁੰਚਿਆ। ਕੀਰਤਪੁਰ ਸਾਹਿਬ ਪਹੁੰਚਦਿਆਂ ਸਭ ਕੌਲ ਕਰਾਰ, ਛਿੱਕੇ ਟੰਗ, ਕਸਮਾਂ ਤੋੜ, ਵਾਦੇ ਤੋੜ, ਇਹਨਾਂ ਨੇ ਹਮਲਾ ਬੋਲ ਦਿੱਤਾ। ਪਤਾ ਲੱਗ ਗਿਆ ਵੀ ਪਿੱਛੇ ਹਮਲਾ ਹੋ ਗਿਆ। ਮਹਾਰਾਜ ਸਰਸਾ ਨਦੀ ਤੱਕ ਪਹੁੰਚ ਗਏ ਨੇ। ਹੁਣ ਸਰਸਾ ਪਾਰ ਕਰਨੀ ਸੀ, ਸਰਸਾ ਚੜੀ ਹੋਈ ਹੈ। ਸਰਸਾ ਵੀ ਪੂਰੇ ਵੇਗ ਤੇ ਹੈ, ਪੂਰੇ ਜੋਬਨ ਤੇ ਹੈ, ਪੂਰੇ ਉਫਾਨ ਤੇ ਹੈ। ਕਹਿੰਦੇ ਨੇ ਵੀ ਸਰਸਾ ਇਸ ਕਰਕੇ ਚੜੀ ਮਹਾਰਾਜ ਤੇਰੇ ਚਰਨ ਚੁੰਮਣੇ ਨੇ। ਮਹਾਰਾਜ ਕਹਿੰਦੇ ਵੀ ਚਰਨ ਚੁੰਮਣ ਦੇ ਸਮੇਂ ਹੋਰ ਬਹੁਤ ਸਨ, ਪਰ ਸਰਸਾ ਅੱਜ ਤੂੰ ਸਾਡੇ ਸਿੱਖਾਂ ਦੇ ਇਤਿਹਾਸ ਨੂੰ ਬਦਲ ਦੇਣਾ ਹੈ। ਪਰਿਵਾਰ ਵਿਛੋੜਾ ਪੈਂਦਾ ਹੈ। ਇੱਥੇ ਆ ਕੇ ਫਿਰ ਇਹ ਜਿਹੜਾ ਗੁਰੂ ਕੇ ਛੋਟੇ ਲਾਲਾਂ ਦਾ ਜੱਥਾ ਸੀ, ਮਾਤਾ ਗੁਜਰੀ ਜੀ ਵਾਲਾ, ਇਹ ਵੱਖ ਹੋ ਜਾਂਦਾ ਹੈ, ਵਿਛੋੜਾ ਪੈ ਗਿਆ। ਪਿਕਚਰ ਵਿੱਚ ਵੈਸੇ ਆਪਾਂ ਸਭ ਨੇ ਵੇਖਿਆ, ਜਿਵੇਂ ਵੀ ਉਹਨਾਂ ਨੇ ਕਾਫੀ ਚਲੋ ਕੋਸ਼ਿਸ਼ ਕੀਤੀ ਸੱਚ ਦਿਖਾਉਣ ਦੀ। ਵਿਛੋੜਾ ਪੈਂਦਾ ਹੈ। ਅੱਗੇ ਜਾ ਕੇ ਸ਼ਹੀੜੀ ਵਾਲਾ ਗੰਗੂ ਮਿਲ ਜਾਂਦਾ ਹੈ। ਗੰਗੂ ਇਹਨਾਂ ਨੂੰ ਆਪਣੇ ਨਾਲ ਆਪਣੇ ਘਰ ਵੱਲ ਲੈ ਜਾਂਦਾ। ਰਸਤੇ 'ਚ ਪਹਿਲਾ ਟਿਕਾਣਾ ਕੁੰਮੇ ਮਾਸ਼ਕੀ, ਛੰਨ ਬਾਬਾ ਕੁੰਮਾ ਮਾਸ਼ਕੀ, ਜਿੱਥੇ ਸਫਰੇ ਸ਼ਹਾਦਤ ਦਾ ਪਹਿਲਾ ਦੀਵਾਨ ਵੀ ਲੱਗਿਆ ਸੀ 21 ਤਰੀਕ ਨੂੰ। ਉੱਥੇ ਪਹਿਲਾ ਟਿਕਾਣਾ ਉਹ ਕਰਦੇ ਨੇ। ਇਹ ਜੱਥਾ ਸ਼ਹੀੜੀ ਵੱਲ ਨਿਕਲਦਾ ਹੈ। ਇਹ ਤੋਂ ਬਾਅਦ ਬਹੁਤ ਸਾਰੇ ਸਿੱਖ ਸਰਸਾ ਦੇ ਵਹਿਣ ਵਿੱਚ ਬਹਿ ਜਾਂਦੇ ਨੇ। ਬਹੁਤ ਸਾਰੇ ਜਿਹੜੇ ਬਚੇ, ਉਹ ਜਿੱਧਰ ਨੂੰ ਰਸਤਾ ਮਿਲਿਆ ਉਧਰ ਨੂੰ ਨਿਕਲ ਗਏ। ਇਹ ਸਰਸਾ ਦੇ ਵਿੱਚ ਸਿੰਘ ਹੀ ਨਹੀਂ ਰੁੜੇ। ਸਾਧ ਸੰਗਤ ਜੀ, ਸਾਡਾ ਬਹੁਤ ਜ਼ਿਆਦਾ ਕੀਮਤੀ ਸਰਮਾਇਆ, ਸਾਡਾ ਖਜ਼ਾਨਾ, ਸਾਡਾ ਸਾਹਿਤ ਵੀ ਚਲ ਗਿਆ। ਬਹੁਤ ਕੁਝ ਲਿਆ ਸਰਸਾ ਨੇ। ਪਰਿਵਾਰ ਵਿਛੋੜਾ ਅੱਜ ਗੁਰੂ ਘਰ ਬਣ ਗਿਆ, ਉਹ ਯਾਦਗਾਰ ਦੀ ਨਿਸ਼ਾਨੀ। ਸਤਿਗੁਰ ਸੱਚੇ ਪਾਤਸ਼ਾਹ ਨੇ ਸਰਸਾ ਪਾਰ ਕੀਤੀ। ਮਹਾਰਾਜ ਜੀ ਦੇ ਨਾਲ 2 ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਬਚਦੇ ਬਚਾਉਂਦੇ
ਚਮਕੌਰ ਦੀ ਗੜੀ 'ਚ ਪਹੁੰਚਦੇ ਨੇ। ਚਮਕੌਰ ਦੀ ਧਰਤੀ ਤੇ ਗੁਰੂ ਸਾਹਿਬ ਦਾ ਸਿੱਖ ਜ਼ਿਮੀਂਦਾਰ ਚੌਧਰੀ ਭਾਈ ਬੁੱਧੀ ਚੰਦ ਰਾਵਤ, ਇਹਨੂੰ ਜਦੋਂ ਪਤਾ ਲੱਗਾ ਵੀ ਆਨੰਦਪੁਰ ਸਾਹਿਬ ਵਾਲੇ ਗੁਰੂ ਸਾਹਿਬ ਤੇ ਹਮਲਾ ਹੋਇਆ ਤੇ ਮਹਾਰਾਜ ਆ ਰਹੇ ਨੇ, ਪਹਿਲਾਂ ਚਮਕੌਰ ਦੀ ਨਗਰੀ ਤੋਂ ਬਾਹਰ ਪਹੁੰਚਿਆ, ਸਤਿਗੁਰੂ ਜੀ ਨੂੰ ਮਿਲਿਆ, ਹੱਥ ਜੋੜ ਬੇਨਤੀ ਕੀਤੀ, ਦਾਤਾ ਪਤਾ ਲੱਗਾ ਵੀ ਭਾਣੇ ਵਾਪਰੇ ਨੇ, ਹਾਲਾਤ ਬੜੇ ਪੈਂਦੇ ਨੇ, ਵਿਖੜੇ ਨੇ, ਕਿਰਪਾ ਕਰੋ, ਮੇਰੇ ਕੋਲ ਇੱਕ ਨਿੱਕਾ ਜਿਹਾ ਕੱਚਾ ਘਰ ਹੈ, ਜੇ ਹੋ ਸਕੇ ਤੁਸੀਂ ਉਸ ਘਰ ਵਿੱਚ ਨਿਵਾਸ ਕਰ ਸਕਦੇ। ਮਹਾਰਾਜ ਪਹੁੰਚਦੇ ਨੇ ਚਮਕੌਰ ਨਗਰ ਦੇ ਅੰਦਰ ਬੁੱਧੀ ਚੰਦ ਰਾਵਤ ਦੀ ਹਵੇਲੀ, ਜਿਹਨੂੰ ਅਸੀਂ ਕੱਚੀ ਗੜੀ ਕਹਿੰਦੇ ਆ। ਗੜ ਦਾ ਅਰਥ ਹੁੰਦਾ ਕਿਲਾ, ਗੜੀ ਦਾ ਅਰਥ ਹੁੰਦਾ ਛੋਟਾ ਕਿਲਾ। ਉਹਨੇ ਕਿਲੇ ਦਾ ਕੰਮ ਕੀਤਾ, ਇਸ ਕਰਕੇ ਉਹਨੂੰ ਗੜੀ ਕਿਹਾ। ਪਰ ਪੁਰਾਣੇ ਸਮਿਆਂ ਦੇ ਘਰ ਕੱਚੇ ਹੁੰਦੇ ਸਨ। ਇੱਥੇ ਇਹ ਵੀ ਹੁਣ ਇੱਕ ਨਾਲ ਗੱਲ ਚੱਲੇਗੀ ਵੀ ਉਦੋਂ ਘਰ ਕੱਚੇ ਸੀ, ਸਿੱਖ ਪੱਕੇ ਸਨ, ਸਿੱਖੀ ਪੱਕੀ ਸੀ। ਅੱਜ ਬਹੁਤੀਆਂ ਥਾਵਾਂ ਤੇ ਗੁਰੂ ਘਰ ਪੱਕੇ ਨੇ ਤੇ ਸਿੱਖੀ ਕੱਚੀ ਹੋ ਗਈ। ਆਖੋ ਸਤਨਾਮ। ਸਿੱਖੀ ਕੱਚੀ ਹੈ ਸਾਰੀਆਂ ਦਿਨੀ ਬਹੁਤ ਥਾਂ ਤੇ। ਪੱਕਾ ਕੇਵਲ ਬੰਦੇ ਦਾ ਅਕੀਦਾ ਹੋਣਾ ਚਾਹੀਦਾ ਹੈ, ਪੱਕਾ ਸਾਡਾ ਮਨ ਹੋਣਾ ਚਾਹੀਦਾ, ਪੱਕਾ ਸਾਡਾ ਬਚਨ ਹੋਣਾ ਚਾਹੀਦਾ। ਬਾਕੀ ਸਭ ਕੁਝ ਕੱਚਾ ਚੱਲ ਜਾਏਗਾ, ਪਰ ਜੇ ਬੰਦੇ ਦਾ ਮਨ ਹੀ ਕੱਚਾ ਹੋ ਗਿਆ ਤੇ ਕਦੀ ਵੀ ਨਹੀਂ ਚੱਲੇਗਾ, ਨਾ ਸੰਸਾਰ 'ਚ ਚੱਲਦਾ ਨਾ ਗੁਰੂ ਦਰਬਾਰ 'ਚ ਚੱਲਦਾ। ਬੁੱਧੀ ਚੰਦ ਰਾਵਤ ਅਕੀਦੇ ਦਾ ਪੱਕਾ ਸੀ। ਮਹਾਰਾਜ ਨੇ ਉਤਾਰਾ ਕੀਤਾ, ਰਾਤ ਦਾ ਸਮਾਂ ਹੋਇਆ, ਜੋ ਵੀ ਉਹਦੇ ਕੋਲੋਂ ਸਰਦਾ ਪੁੱਜਦਾ ਹੋਇਆ ਉਹਨੇ ਰੁੱਖਾ ਮਿੱਸਾ ਜੋ ਬਣਿਆ ਉਹਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਕਈ ਦਿਨਾਂ ਬਾਅਦ ਅੱਜ ਸਭਨਾਂ ਨੇ ਰਲ ਮਿਲ ਕੇ ਪ੍ਰਸ਼ਾਦ ਪਾਣੀ ਛਕਿਆ। ਬੁੱਧੀ ਚੰਦ ਰਾਵਤ ਕਹਿੰਦਾ ਵੀ ਸਤਿਗੁਰੂ, ਹੋਰ ਤਾਂ ਮੇਰੇ ਕੋਲ ਤੁਹਾਡੇ ਵਾਸਤੇ ਭੇਟ ਕਰਨ ਨੂੰ ਕੁਝ ਨਹੀਂ, ਬਸ ਆ ਮਿੱਟੀ ਦੀ ਬਣੀ ਕੱਚੀ ਮਿੱਟੀ ਦੀ ਇੱਕ ਹਵੇਲੀ, ਇਹਨੂੰ ਜਿਵੇਂ ਜੀ ਕਰਦਾ ਵਰਤ ਲਓ। ਮਹਾਰਾਜ ਕਹਿੰਦੇ ਬੁੱਧੀ ਚੰਦ ਤੈਨੂੰ ਡਰ ਨਹੀਂ ਲੱਗਿਆ ਕਿ ਤੈਨੂੰ ਪਤਾ ਹੈ ਸਰਕਾਰ ਨੇ ਸਾਨੂੰ ਬਾਗੀ ਐਲਾਨਿਆ ਹੋਇਆ ਤੇ ਬਾਗੀ ਦਾ ਸਾਥ ਦੇਣ ਵਾਲਾ ਬਾਗੀ ਹੈ, ਉਹਦਾ ਸਿਰ ਕਲਮ ਕਰ ਦਿੱਤਾ ਜਾਏਗਾ। ਭਾਈ ਬੁੱਧੀ ਚੰਦ ਹੱਥ ਜੋੜ ਕੇ ਕਹਿਣ ਲੱਗਾ, ਦਾਤਾ ਤੇਰੀ ਸੇਵਾ ਕਰਦਿਆਂ ਇੱਕ ਸਿਰ ਕੀ ਅਗਰ 1000 ਸਿਰ ਦੇਣੇ ਵੀ ਪੈ ਜਾਣ, ਕੁਰਬਾਨ ਕਰਨੇ ਪੈ ਜਾਣ, ਮੈਂ ਆਪਣੇ ਭਾਗ ਸਮਝਾਂਗਾ ਕਿ ਗੁਰੂ ਨੇ ਮੇਰੀ ਸੇਵਾ ਪ੍ਰਵਾਨ ਕਰ ਲਈ ਹੈ। ਭਾਈ ਬੁੱਧੀ ਚੰਦ ਰਾਵਤ ਕਹਿਣ ਲੱਗਾ, ਸਤਿਗੁਰੂ ਕਿਰਪਾ ਕਰੋ, ਬਸ ਇਸ ਸੇਵਾ ਨੂੰ ਪ੍ਰਵਾਨ ਕਰ ਲਿਓ। ਮਹਾਰਾਜ ਨੇ ਕਹਿੰਦੇ ਹਵੇਲੀ ਦੀ ਨਾ ਦੀਵਾਰ ਤੇ ਹੱਥ ਲਾਇਆ ਜੀ, ਮਿੱਟੀ ਲੱਗੀ, ਥੋੜੀ ਜਿਹੀ ਮਿੱਟੀ ਹੱਥ ਨੂੰ ਲੱਗੀ। ਮਹਾਰਾਜ ਨੇ ਉੱਥੇ ਇੱਕ ਗੱਲ ਆਖੀ, ਕਹਿਣ ਲੱਗੇ ਬੁੱਧੀ ਚੰਦ ਰਾਵਤ, ਅੱਜ ਮਿੱਟੀ ਦੀ ਇਸ ਕੱਚੀ ਗੜੀ ਨੇ ਸਿੱਖੀ ਨੂੰ ਇੰਨਾ ਪੱਕਿਆ ਕਰ ਦੇਣਾ ਹੈ, ਅਕੀਦਾ ਇੰਨਾ ਪੱਕਾ ਹੋਏਗਾ, ਰਹਿੰਦੀ ਦੁਨੀਆ ਤੱਕ ਇਹ ਗੜੀ ਨੂੰ ਸੰਸਾਰ ਪੂਜੇਗਾ, ਮੱਥੇ ਟੇਕੇਗਾ। ਇੱਥੇ ਆ ਕੇ ਸਾਡੇ ਕੱਚੇ ਮਨਾਂ ਨੂੰ ਤਾਕਤ ਮਿਲਿਆ ਕਰੇਗੀ, ਇੱਥੋਂ ਲੋਕ ਪ੍ਰੇਰਣਾ ਲੈਣਗੇ। ਇੱਥੇ ਆ ਕੇ ਸਿੱਖਾਂ ਦੇ ਮਨਾਂ ਦੇ ਅੰਦਰ ਜੋ ਵੀ ਕੋਈ ਮਨ ਦੀ ਮਲੀਨਤਾ ਹੈ, ਕਚਿਆਈ ਹੈ, ਔਗਣ ਹੈ, ਉਹ ਇਸ ਗੜੀ ਦੇ ਵਿੱਚ ਆ ਕੇ ਦੂਰ ਹੋਏਗਾ। ਅੱਜ ਉਸ ਧਰਤੀ ਨੂੰ ਅਸੀਂ ਨਮਸਕਾਰ ਕਰਦੇ ਹਾਂ। 22 ਦਸੰਬਰ ਧਿਆਨ ਵਿੱਚ ਰੱਖਿਓ, 6 ਤੇ 7 ਪੋਹ ਦੀ ਰਾਤ ਹੈ ਜੀ। 7 ਪੋਹ ਨੂੰ ਸ਼ਾਮ ਨੂੰ ਪਹੁੰਚਦੇ ਨੇ, 6-7 ਦੀ ਰਾਤ ਨੂੰ ਕਿਲਾ ਖਾਲੀ ਕਰਦੇ ਨੇ, 7 ਸ਼ਾਮ ਤੱਕ ਪਹੁੰਚ ਜਾਂਦੇ ਨੇ। 21 ਦਸੰਬਰ 22 ਦਸੰਬਰ ਨੂੰ ਸੰਸਾਰ ਦਾ ਸਭ ਤੋਂ ਲਾਸਾਨੀ ਜੰਗ ਹੁੰਦਾ ਹੈ। ਹੁਣ ਇਹ ਲਾਸਾਨੀ ਕਿਉਂ ਹੈ? ਮਹਾਰਾਜ ਨੂੰ ਪਤਾ ਸੀ ਵੀ ਸੈਨਾ ਪਿੱਛੇ ਆ ਰਹੀ ਹੈ। ਸਤਿਗੁਰੂ ਨੇ ਰਾਤ ਬੈਠ ਕੇ ਸਿੱਖਾਂ ਨਾਲ ਗੱਲਬਾਤ ਕੀਤੀ, ਕਹਿਣ ਲੱਗੇ ਸਿੱਖੋ, ਸਵੇਰ ਨੂੰ ਇੱਥੇ ਘੇਰੇ ਪੈ ਜਾਣੇ ਨੇ ਤੇ ਘੇਰਿਆਂ ਚੋਂ ਨਿਕਲ ਕੇ ਬਚ ਕੇ ਨਿਕਲਣਾ ਬਹੁਤ ਮੁਸ਼ਕਲ ਹੈ। ਅੱਜ ਵੀ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ, ਮਹਾਰਾਜ ਨੇ ਉੱਥੇ ਗੱਲ ਆਖੀ ਵੀ ਦੇਖੋ ਕੇਵਲ 40 ਹੋ, ਕੱਲ ਇਹ ਨਾ ਕਹਿਣਾ ਜਾਂ ਤੁਹਾਡੇ ਪਰਿਵਾਰ ਚੋਂ ਉਲਾਮਾ ਨਾ ਆ ਜਾਏ ਵੀ ਗੁਰੂ ਸਾਡੇ ਪੁੱਤਾਂ ਨੂੰ, ਸਾਡੇ ਬੱਚਿਆਂ ਨੂੰ ਲੈ ਗਿਆ ਤੇ ਸ਼ਹੀਦ ਕਰਵਾ ਦਿੱਤਾ, ਉਹਨੇ ਛੱਡਿਆ ਨਹੀਂ। ਕਹਿੰਦੇ ਹਲੇ ਵੀ ਕੋਈ ਜਾਣਾ ਚਾਹੁੰਦਾ ਹੁਣ ਜਾ ਸਕਦਾ, ਸਵੇਰ ਦੇ ਵਕਤ ਵੀ ਜਾ ਸਕਦਾ ਹੈ, ਪਰ ਜੇ ਇੱਕ ਵਾਰ ਜੰਗ ਦਾ ਬਿਗਲ ਵੱਜ ਗਿਆ ਫਿਰ ਰਣ ਤੱਤੇ ਚੋਂ ਜਾਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੋਗੀ। ਫਿਰ ਮਤਾਂ ਕੋਈ ਆਖਿਓ ਮੇਰਾ ਪਰਿਵਾਰ ਸੀ ਜੀ, ਮੇਰੇ ਬੱਚੇ ਸੀ ਜੀ, ਮੇਰੀ ਜ਼ਮੀਨ ਜਾਇਦਾਦ ਸੀ, ਮੇਰਾ ਕਾਰੋਬਾਰ ਸੀ, ਸਤਿਗੁਰੂ ਮੈਂ ਤੇ ਉਹ ਸਾਂਭਣਾ, ਮੈਂ ਮਾਪੇ ਸਾਂਭਣੇ ਨੇ, ਮੈਂ ਬੱਚੇ ਸਾਂਭਣੇ ਨੇ। ਮਹਾਰਾਜ ਕਹਿੰਦੇ ਖੁੱਲੀ ਛੁੱਟੀ ਹੈ, ਗੜੀ ਦਾ ਗੇਟ ਖੁੱਲਾ, ਕੋਈ ਵੀ ਨਿਕਲ ਕੇ ਜਾ ਸਕਦਾ, ਕੋਈ ਰੋਕ ਟੋਕ ਨਹੀਂ, ਕੋਈ ਸ਼ਿਕਾਇਤ ਨਹੀਂ ਹੈ। ਸਿੱਖਾਂ ਨੇ ਆਖਿਆ ਮਹਾਰਾਜ ਤੇਰੀ ਬਾਣੀ ਪੜ੍ਹੀ ਹੈ, ਤੇਰੇ ਘਰੋਂ ਆਤਮਾ ਦੀ ਖੁਰਾਕ ਬਾਣੀ ਮਿਲੀ ਹੈ, ਸਰੀਰ ਦੀ ਖੁਰਾਕ ਗੁਰੂ ਕਾ ਲੰਗਰ ਮਿਲਿਆ। ਸਰੀਰ ਨੇ ਤਨ ਨੂੰ ਤਾਕਤ ਦਿੱਤੀ ਹੈ, ਬਾਣੀ ਨੇ ਮਨ ਨੂੰ ਤਾਕਤ ਦਿੱਤੀ ਹੈ, ਤੇ ਆ ਤੁਹਾਡੀ ਬਾਣੀ ਦੇ ਬਚਨ ਨੇ ਸਾਹਿਬ ਸੰਕਟ ਵੈ ਸੇਵਕ ਭਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਮਾਲਿਕ ਤੇ ਬਿਪਤਾ ਪੈ ਜਾਏ ਤੇ ਨੌਕਰ ਛੱਡ ਕੇ ਭੱਜ ਜਾਏ,
ਕਹਿੰਦੇ ਦੋਵਾਂ ਲੋਕਾਂ ਵਿੱਚ ਉਹਦਾ ਮੂੰਹ ਕਾਲਾ ਹੋਏਗਾ। ਨਹੀਂ ਮਹਾਰਾਜ, ਇਹ ਭੱਜਣ ਦਾ ਸਮਾਂ ਨਹੀਂ ਹੈ, ਇਹ ਗੱਜਣ ਦਾ ਸਮਾਂ ਹੈ। ਮਹਾਰਾਜ ਨੇ ਕਿਹਾ ਫਿਰ ਕੱਲ ਪਰਖ ਹੋਣੀ ਹੈ ਉਸ ਖੰਡੇ ਬਾਟੇ ਦੀ ਪੌਲ ਦੀ, ਕੱਲ ਪਰਖ ਹੋਣੀ ਹੈ ਪੜੀ ਹੋਈ ਬਾਣੀ ਦੀ, ਕੱਲ ਪਰਖ ਹੋਣੀ ਹੈ ਪੰਜ ਕਕਾਰਾਂ ਦੀ, ਕੱਲ ਪਰਖ ਹੋਣੀ ਹੈ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਦੇ ਪੜ੍ਹੇ ਸੁਣੇ ਸਮਝੇ ਤੇ ਦੁਹਰਾਏ ਹੋਏ ਇਤਿਹਾਸ। 40 ਵਿੱਚੋਂ ਇੱਕ ਵੀ ਵਾਪਸ ਨਹੀਂ ਗਿਆ। ਹੁਣ ਇੱਥੇ ਮੈਂ ਇੱਕ ਬੇਨਤੀ ਤੁਹਾਨੂੰ ਕਰਨ ਲੱਗਾ, ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਕਿਉਂ ਹੈ? ਬੜੀਆਂ ਵਿਲੱਖਣਤਾਵਾਂ ਨੇ ਵੈਸੇ ਸਾਡੀਆਂ, ਬੜਾ ਕੁਝ ਸਤਿਗੁਰੂ ਨੇ ਐਸਾ ਨਿਆਰਾ ਦਿੱਤਾ ਸਾਨੂੰ ਵੀ ਕਮਾਲ ਹੈ, ਵੀ ਦੁਨੀਆ ਚਾਹ ਕੇ ਵੀ ਬਰਾਬਰੀ ਨਹੀਂ ਕਰ ਸਕਦੀ। ਤੁਹਾਨੂੰ ਸਭ ਨੂੰ ਇਲਮ ਹੋਏਗਾ, ਅੰਗਰੇਜ਼ਾਂ ਵਿੱਚ 13 ਨੰਬਰ ਮਨਹੂਸ ਮੰਨਿਆ ਜਾਂਦਾ ਹੈ। 13 ਵਰਡ ਉਹ ਮਨਹੂਸ ਮੰਨਦੇ ਨੇ, 13 ਦਾ ਅੰਕੜਾ ਨੈਗੇਟਿਵ ਮੰਨਦੇ ਨੇ, ਇਹਨੂੰ ਬਦਸ਼ਕ ਨਹੀਂ ਮੰਨਦੇ। ਉਹਨਾਂ ਵਿੱਚ 13 ਅੰਕ ਨਹੀਂ ਲਿਖਿਆ ਮੰਨਿਆ ਜਾਂਦਾ। ਉਹ ਇੱਕ ਬਿਲਡਿੰਗ ਬਣਾਉਣਗੇ ਜੀ 20, 25, 50 ਮਾਲਿਆਂ ਦੀ, ਮੰਜ਼ਲਾਂ ਦੀ, ਫਲੈਟ ਜਿਹੜੇ ਹੁੰਦੇ ਨੇ, ਅਪਾਰਟਮੈਂਟ ਵੀ ਕਹਿੰਦੇ ਨੇ। 10, 11, 12, 14, 13 ਨਹੀਂ ਰੱਖਦੇ। ਚੰਡੀਗੜ੍ਹ ਸ਼ਹਿਰ ਬਣਿਆ, ਆਰਕੀਟੈਕਟ ਅੰਗਰੇਜ਼ ਸੀ ਕਾਰਬੂਜ਼ੀਅਰ, ਉਹਨੇ ਸਾਰੇ ਸੈਕਟਰ ਬਣਾਏ, 13 ਨੰਬਰ ਦਾ ਸੈਕਟਰ ਹੀ ਨਹੀਂ ਬਣਾਇਆ। ਕਹਿੰਦਾ ਵੀ ਅਸੀਂ 13 ਨੂੰ ਮਨਹੂਸ ਮੰਨਦੇ ਹਾਂ, ਅਸੀਂ 13 ਨਹੀਂ ਬਣਾਉਣਾ। ਉਹ 13 ਮੰਨਦੇ ਨਹੀਂ। ਮੈਂ ਇੱਥੇ ਇੱਕ ਗੱਲ ਤੇ ਹੈਰਾਨ ਵੀ ਹੁੰਨਾ, ਵੀ ਕਮਾਲ ਦੀ ਗੱਲ ਹੈ ਵੀ ਉਹਨੂੰ ਕਿਹਾ ਜਾਂਦਾ ਭਲਿਆ ਤੈਨੂੰ ਤੇਰੇ ਕੰਮ ਦੇ ਪੈਸੇ ਦੇਣੇ ਨੇ, ਤੂੰ ਇਹ ਚੰਡੀਗੜ੍ਹ ਤੂੰ ਹਿੰਦੁਸਤਾਨ ਚ ਬਣਾ ਰਿਹਾ, ਵਿਦੇਸ਼ ਚ ਨਹੀਂ ਬਣਾ ਰਿਹਾ। ਤੇਰੇ ਵਾਸਤੇ ਮਨਹੂਸ ਹੋਏਗਾ, ਸਾਡੇ ਵਾਸਤੇ ਨਹੀਂ। ਸਾਡੇ ਲੀਡਰ ਪਤਾ ਨਹੀਂ ਕੈਸੇ ਅੱਖਾਂ ਦੇ ਅੰਨੇ ਨੇ, ਇਹਨਾਂ ਨੇ ਉਹਦੀ ਗੱਲ ਤਾਂ ਮੰਨ ਕੇ ਆਪਣੇ ਹਿੰਦੁਸਤਾਨ ਵਿੱਚ ਉਹਦੀ ਗੱਲ ਲਾਗੂ ਕਰ ਲਈ, ਆਪਣੀ ਨਹੀਂ ਮਨਾ ਸਕੇ, ਜਿਨ੍ਹਾਂ ਨੂੰ ਅਸੀਂ ਲੋਕ ਵੋਟਾਂ ਪਾ ਕੇ ਚੁਣਦੇ ਹਾਂ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ ਸੁਚੇਤ ਹੋਇਓ ਅੰਧਾ ਆਗੂ ਜੇ ਥੀਆ, ਕਿਉਂ ਪਾਦਰ ਜਾਣਾ ਹੈ ਆਪ ਮੁੱਸਾ ਮਤ ਹੋਛੀਏ, ਕਿਉਂ ਰਾਹ ਪਛਾਣਾ ਹੈ। ਆਗੂ ਜਦੋਂ ਚੁਣਨਾ ਸੁਚੇਤ ਚੁਣਿਓ, ਜਾਗਿਆ ਹੋਇਆ ਚੁਣਿਓ, ਮਰਜੀ ਬੜਾ ਚੁਣਿਓ, ਮੰਗਤਾ ਨਾ ਚੁਣ ਲਿਓ, ਲਾਲਚੀ ਨਾ ਚੁਣ ਲਿਓ। ਦੁਨੀਆ ਨੂੰ, ਸਮਾਜ ਨੂੰ, ਦੇਸ਼ ਨੂੰ, ਕੌਮ ਨੂੰ, ਧਰਮ ਨੂੰ ਕਰਾਹੇ ਪਾ ਦੇਗਾ, ਪਟਕਾ ਦੇਗਾ, ਲੜਾਈਆਂ ਲਵਾ ਦੇਗਾ, ਅੱਗਾਂ ਲਵਾ ਦੇਗਾ, ਗ੍ਰੰਥਾਂ ਦੀ ਬੇਅਦਬੀ ਵੀ ਕਰਾਉਂਦੇ ਨੇ ਲੋਕ। ਉਹਨਾਂ ਨੇ 13 ਨਹੀਂ ਰੱਖਿਆ। ਹੁਣ 13 ਕਿਉਂ ਨਹੀਂ ਰੱਖਿਆ? ਜਦੋਂ ਯਿਸੂ ਮਸੀਹ ਨੂੰ ਸੂਲੀ ਤੇ ਚੜਾਇਆ, ਉਹਦੇ ਨਾਲ ਉਹਦੇ 13 ਸਾਥੀ ਸੀ। ਜਦੋਂ ਉਹਨੂੰ ਸੂਲੀ ਤੇ ਟੰਗਣ ਲੱਗੇ ਨਾ, 13 ਨੂੰ ਸੂਲੀ ਤੇ ਟੰਗਣ ਵਾਲਿਆਂ ਨੇ ਕਹਿ ਦਿੱਤਾ ਵੀ ਦੇਖੋ ਇਹਨੂੰ ਤੇ ਅਸੀਂ ਟੰਗ ਦੇਣਾ ਹੈ, ਜਿਹਨੂੰ ਤੁਸੀਂ ਆਪਣਾ ਇਸ਼ਟ ਆਗੂ ਰਹਿਬਰ ਮੰਨਦੇ ਹੋ। ਜਿਹੜਾ ਇਹਦਾ ਸਾਥ ਦੇਗਾ, ਇਹਦੇ ਨਾਲ ਹਾਮੀ ਭਰੇਗਾ, ਉਹ ਵੀ ਟੰਗਿਆ ਜਾਏਗਾ। ਜੇ ਜਾਨ ਬਚਾਉਣੀ ਹੈ ਤੁਸੀਂ ਕਹਿ ਦਿਓ ਅਸੀਂ ਇਹਦੇ ਨਾਲ ਨਹੀਂ। 13 ਦੇ 13 ਹੀ ਸਾਥ ਛੱਡ ਗਏ, ਕਹਿੰਦੇ ਇਹ ਸਾਡਾ ਕੁਝ ਨਹੀਂ ਲੱਗਦਾ, ਸੀ ਇਹਦੇ ਕੁਝ ਨਹੀਂ ਲੱਗਦੇ, ਇਹਨੂੰ ਟੰਗੋ, ਸਾਡਾ ਇਹਦੇ ਨਾਲ ਨਾਤਾ ਹੀ ਕੋਈ ਨਹੀਂ। 13 ਹੀ ਸਾਥ ਛੱਡ ਗਏ। ਉਹਨਾਂ ਨੇ 13 ਅੰਕੀ ਮਨੂਸ ਮੰਨ ਲਿਆ। ਚਲੋ ਉਹਨਾਂ ਦੀ ਆਪਣੀ ਅਕੀਦਤ, ਉਹਨਾਂ ਦੀ ਭਾਵਨਾ। ਹੁਣ ਤੁਸੀਂ ਮਾਣ ਕਰੋ ਵੀ ਤੁਹਾਡਾ ਇਤਿਹਾਸ ਕੀ ਹੈ, ਤੁਸੀਂ ਵਿਲੱਖਣ ਕਿਉਂ, ਤੁਸੀਂ ਨਿਆਰੇ ਕਿਉਂ, ਤੁਸੀਂ ਨਿਰਾਲੇ ਕਿਉਂ ਹੋ? ਕਿਉਂ ਭਾਈ ਸਾਹਿਬ ਨੇ ਕਹਿਤਾ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ? ਕਿਉਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਭਗਤਾਂ ਕੀ ਚਾਲ ਨਿਰਾਲੀ? ਕਿਉਂ ਦਸ਼ਮੇਸ਼ ਪਿਤਾ ਨੇ ਕਿਹਾ ਸੀ ਜਬ ਲਗ ਖਾਲਸਾ ਰਹਿ ਨਿਆਰਾ? ਨਿਰਮਲ ਕਿਉਂ ਹੋ, ਨਿਰਾਲੇ ਕਿਉਂ ਹੋ, ਨਿਆਰੇ ਕਿਉਂ ਹੋ? ਉਹ ਇਸੇ ਕਰਕੇ ਉਹ ਜਿਹੜੇ ਕੰਮ ਦੁਨੀਆ ਨਹੀਂ ਕਰਦੀ, ਗੁਰੂ ਨਾਨਕ ਦਾ ਘਰ ਉਹ ਕੰਮ ਕਰਦਾ ਹੈ। ਦੁਨੀਆ ਜਾਨ ਬਚਾਉਂਦੀ ਹੈ, ਗੁਰੂ ਨਾਨਕ ਦਾ ਘਰ ਸਿਰ ਦਿੰਦਾ ਹੈ, ਜਾਨ ਦਿੰਦਾ ਹੈ। 3 ਉਦਾਹਰਨਾਂ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਹੈ। 3 ਗੁਰੂ ਕੇ ਸਿੱਖ ਨਾਲ ਨੇ, ਤਿੰਨਾਂ ਨੂੰ ਆਫਰ ਆ ਗਈ ਜਾਨ ਬਚਾ ਲਓ। ਕਹਿਦੀ ਅਸੀਂ ਗੁਰੂ ਦੇ ਸਿੱਖ ਨਹੀਂ ਹਾਂ। ਤਿੰਨਾਂ ਚੋਂ ਇੱਕ ਨੇ ਵੀ ਨਹੀਂ ਕਿਹਾ ਮੈਨੂੰ ਜਾਨ ਪਿਆਰੀ ਹੈ, ਕਹਿੰਦੇ ਨਹੀਂ ਮੈਂ ਗੁਰੂ ਦਾ ਸਿੱਖ ਹਾਂ, ਮੈਨੂੰ ਸ਼ਹੀਦ ਕਰ, ਮੈਂ ਆਪਣੇ ਗੁਰੂ ਦੇ ਸਾਹਮਣੇ ਸ਼ਹੀਦ ਹੀ ਹੋਣਾ ਚਾਹੁੰਦਾ। ਤਿੰਨਾਂ ਚੋਂ ਕੋਈ ਨਹੀਂ ਗਿਆ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਸ਼ਹੀਦ ਹੋ ਗਏ ਜੀ, ਤਿੰਨੇ ਸ਼ਹੀਦ ਹੋਏ। ਦਸ਼ਮੇਸ਼ ਪਿਤਾ ਨੇ 40 ਨੂੰ ਆਫਰ ਕੀਤੀ, 40 ਚੋਂ ਇੱਕ ਵੀ ਘਰ ਵਾਪਸ ਨਹੀਂ ਗਿਆ, 40 ਦੇ 40 ਸ਼ਹੀਦ ਹੋ ਗਏ। ਕਹਿੰਦੇ ਗੁਰੂ ਸਾਹਿਬ ਤੇਰੇ ਲਈ ਜੀਆਂ ਤੇ ਤੇਰੇ ਲਈ ਮਰਾਂਗੇ। ਇੱਕ ਵੀ ਵਾਪਸ ਨਹੀਂ ਗਿਆ, ਇੱਕ ਨੇ ਵੀ ਜਾਨ ਨਹੀਂ ਬਚਾਈ, ਇੱਕ ਨੇ ਤਰਲਾ ਨਹੀਂ ਪਾਇਆ। ਫਿਰ ਸਿੱਖ ਇਤਿਹਾਸ ਆ ਗਿਆ। ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ, ਅਬਦਾਲੀ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ। ਦਮਦਮਾ ਸਾਹਿਬ ਬੈਠਿਆਂ ਨੂੰ ਖਬਰ ਮਿਲੀ, 75 ਸਾਲ ਦੀ ਉਮਰ ਚ ਕਲਮ ਨਾਲ ਆਦਿ ਗ੍ਰੰਥ ਸਾਹਿਬ ਦੀਆਂ 4 ਬੀੜਾਂ ਲਿਖੀਆਂ। ਉੱਥੇ ਲਿਖਤੀ ਦਾ ਕੰਮ ਚੱਲਦਾ ਸੀ, ਛੱਡ ਦਿੱਤੀ ਕਲਮ, ਖੰਡਾ ਚੁੱਕ ਲਿਆ। ਗੁਰਦੁਆਰਾ ਲਕੀਰ ਸਾਹਿਬ ਉੱਥੇ ਪਹੁੰਚਦਿਆਂ 5000 ਦਾ ਇਕੱਠ ਹੋ ਜਾਂਦਾ। ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ,
ਕਹਿੰਦੇ ਹਲੇ ਵੀ ਮੌਕਾ, ਕਿਸੇ ਨੂੰ ਜਿੰਦ ਪਿਆਰੀ ਹੈ, ਜਾਨ ਪਿਆਰੀ ਹੈ, ਪਰਿਵਾਰ ਪਿਆਰਾ, ਬੱਚੇ ਪਿਆਰੇ ਨੇ, ਜਾ ਸਕਦਾ ਹੈ। ਲਕੀਰ ਉਹੀ ਟੱਪੇ ਜਿਹਨੇ ਸਿਰ ਦੇਣਾ ਹੈ। ਜਿਹਨੂੰ ਸਿੱਖੀ ਪਿਆਰੀ ਹੈ, ਲੀਕ ਉਹੀ ਟੱਪੇਗਾ। ਬਾਬੇ ਕਿਹਾ ਭੋਏ ਤੇ ਲੀਕ ਖਿੱਚ ਕੇ, ਸੱਚਾ ਸਿੱਖ ਉਲਾਰ ਕੇ ਬਾਹ ਆ ਜਾਏ। ਉਹ ਜਿਹਨੂੰ ਜਿੰਦ ਪਿਆਰੀ ਪਿਛਾਂ ਮੁੜ ਜਾਏ, ਜਿਹਨੂੰ ਸਿੱਖੀ ਪਿਆਰੀ ਅਗਾਂਹ ਆ ਜਾਏ। 5000 ਦੇ 5000 ਜਕਾਰਿਆਂ ਦੀ ਗੂੰਜ ਵਿੱਚ ਲੀਕ ਟੱਪ ਗਏ। ਇੱਕ ਨੇ ਵੀ ਨਹੀਂ ਕਿਹਾ ਮੈਨੂੰ ਜਾਨ ਪਿਆਰੀ ਆ, ਪੰਜਾਂ ਨੇ ਜਾ ਕੇ ਸਿਰ ਦਿੱਤੇ ਨੇ। ਇਹ ਗੁਰੂ ਨਾਨਕ ਦੀ ਸਿੱਖੀ ਹੈ। ਇੱਥੇ ਭੱਜਣ ਵਾਲੇ ਨਹੀਂ ਸਾਧ ਸੰਗਤ, ਇੱਥੇ ਗੱਜਣ ਵਾਲਿਆਂ ਦਾ ਇਤਿਹਾਸ ਬਣਦਾ ਹੈ। ਇੱਕ ਪਾਸੇ 13 ਸਾਧ ਛੱਡ ਗਏ, ਇੱਕ ਪਾਸੇ ਨਾ 3 ਗਏ, ਨਾ 40 ਗਏ, ਨਾ 5000 ਗਏ। ਵੈਸੇ 84 ਵਿੱਚ ਵੀ ਨਾਲ ਜੁੜ ਸਕਦਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾ ਵਾਲੇ, ਉਹਨਾਂ ਨੇ ਆਫਰ ਕੀਤੀ ਜਿਹੜੇ ਨਾਲ ਸਿੰਘ ਸੀ, ਕਹਿੰਦੇ ਦੇਖੋ ਘੇਰਾ ਪੈ ਗਿਆ, ਜਿਹੜਾ ਜਾਣਾ ਚਾਹੇ ਜਾ ਸਕਦਾ ਹੈ। ਕੋਈ ਨਹੀਂ ਗਿਆ। ਜਿੰਨੇ ਨਾਲ ਅੰਦਰ ਸਨ, ਬਾਣੀ ਪੜਨ ਵਾਲੇ ਮਰਜੀਬੜੇ ਸਾਰਿਆਂ ਨੇ ਸ਼ਹੀਦੀਆਂ ਦਿੱਤੀਆਂ, ਇੱਕ ਵੀ ਨਹੀਂ ਮੁੜਿਆ। ਤੇ ਸਿੱਖੀ ਚੀਜ਼ ਹੀ ਐਸੀ ਹੈ। ਇੱਥੇ ਤੇ ਜਿਸ ਪਿਆਰੇ ਸਿਉ ਨੇਹ ਤਿਸ ਆਗੇ ਮਰ ਚੱਲੀਐ, ਉਹ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੈ ਜੀਵਨ। ਦਾਤਾ ਤੈਨੂੰ ਛੱਡ ਕੇ ਜੀਵਨ ਤਰਕਾਰ ਜੋਗ ਹੈ। 20-50 ਸਾਲ ਦੀ ਜ਼ਿੰਦਗੀ ਜੀ ਵੀ ਲਵਾਂਗੇ, ਪਰ ਕਲੰਕ ਖੱਟ ਕੇ ਜੀਵੇ ਤੇ ਕੀ ਜੀਵੇ। ਸਿਰ ਦਿੱਤੇ। 22 ਦਸੰਬਰ ਦਾ ਦਿਨ ਆਇਆ ਜੀ 1704 ਈਸਵੀ। ਸੰਸਾਰ ਦਾ ਲਾਸਾਨੀ ਤੇ ਵਿਲੱਖਣ ਜੰਗ। ਇਹ ਕਿਉਂ ਲਾਸਾਨੀ ਹੈ, ਵਿਲੱਖਣ ਕਿਉਂ ਹੈ, ਅਦੁੱਤੀ ਕਿਉਂ ਹੈ, ਅਨੋਖਾ ਕਿਉਂ ਹੈ, ਅਨੂਠਾ ਕਿਉਂ ਹੈ? ਇਹ ਐਸਾ ਜੰਗ ਸੀ, ਪਹਿਲੀ ਗੱਲ ਤੇ ਇਹ ਸੀ ਕਿ ਇਹ 40 ਦੇ ਨਾਲ 10 ਲੱਖ ਦਾ ਮੁਕਾਬਲਾ, ਜੋ ਗਿਣਤੀ 'ਚ ਕਿਸੇ ਪੱਖੋਂ ਵੀ ਬਰਾਬਰੀ ਦਾ ਨਹੀਂ ਹੈ। ਮੁਕਾਬਲਾ ਇਹ ਹੁੰਦਾ ਵੀ ਇੱਕ ਪਾਸੇ 10 ਲੱਖ ਸੀ, ਦੂਜੇ ਪਾਸੇ 7 ਹੋਏਗਾ, 8 ਲੱਖ ਹੋਣਾ ਚਾਹੀਦਾ, 5 ਲੱਖ ਵੀ ਹੋਵੇ, ਘੱਟੋ ਘੱਟ ਲੱਖਾਂ 'ਚ ਤੇ ਹੋਵੇ ਨਾ। ਇੱਥੇ ਤੇ ਹਜ਼ਾਰਾਂ ਵਿੱਚ ਵੀ ਨਹੀਂ, 100 ਵਿੱਚ ਵੀ ਨਹੀਂ, ਕੇਵਲ 40। ਔਰ 40 ਦੇ 40 ਲੜੇ, ਜੂਝੇ, ਡਟ ਕੇ ਜੂਝੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਇੱਕ ਵੀ ਨਹੀਂ ਭੱਜਿਆ। ਵੈਸੇ ਸਾਰਾ ਗੜੀ ਨਾਲ ਵੀ ਜੋੜ ਸਕਦੇ ਹੋ, 5ਵੀਂ ਉਦਾਹਰਣ ਉਹ ਵੀ ਮੇਰੇ ਯਾਦ ਆ ਗਈ। ਸਾਰਾ ਗੜੀ 'ਚ ਵੀ 21 ਸਨ, 21 ਦੇ 21 ਸ਼ਹੀਦ ਹੋਏ, ਕੋਈ ਵਾਪਸ ਨਹੀਂ ਗਿਆ। ਐਡਾ ਅਨਮੋਲ ਅਮੀਰ ਵਿਰਸਾ ਸਾਡਾ, ਤੇ ਅਸੀਂ ਅਣਭੋਲ ਹੀ ਤੁਰੇ ਫਿਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ 22 ਦਸੰਬਰ ਦਾ ਦਿਨ ਚੜ੍ਹਦਾ ਹੈ। ਔਰ 22 ਦਸੰਬਰ ਧਿਆਨ ਵਿੱਚ ਰੱਖਿਓ, ਹਿਸਟਰੀ ਆਫ ਦਾ ਸਿੱਖਸ ਹਰੀ ਰਾਮ ਗੁਪਤਾ, ਉਹਨੇ ਇੱਕ ਜ਼ਿਕਰ ਕੀਤਾ, ਜਦੋਂ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ, ਉਸ ਦਿਨ 22 ਦਸੰਬਰ ਹੈ। ਅੰਗਰੇਜ਼ੀ ਤਰੀਕ 22 ਦਸੰਬਰ ਹੈ, ਦੇਸੀ 23 ਪੋ ਮਨਾਉਂਦੇ ਆਪਾਂ। 22 ਦਸੰਬਰ 1666 ਦਸ਼ਮੇਸ਼ ਪਿਤਾ ਦਾ ਆਗਮਨ ਦਿਵਸ। 22 ਦਸੰਬਰ 1704 ਗੁਰੂ ਕੇ ਲਾਲਾਂ ਦਾ ਸੰਸਾਰ ਤੋਂ ਜਾਣ ਦਾ ਦਿਨ ਹੈ, ਪਿਤਾ ਦਾ ਆਉਣ ਦਾ ਦਿਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 39ਵਾਂ ਜਨਮ ਦਿਨ ਹੈ 22 ਦਸੰਬਰ ਵਾਲੇ ਦਿਨ। ਉਸੇ ਦਿਨ ਪੁੱਤਰਾਂ ਦੀ ਸ਼ਹਾਦਤ ਹੋ ਰਹੀ ਹੈ। ਅਨੋਖਾ ਅਨੂਠਾ ਕਿਉਂ ਹੈ? 40 ਦਾ ਮੁਕਾਬਲਾ 10 ਲੱਖ ਨਾਲ। ਦੂਜਾ ਇਸ ਕਰਕੇ ਵਿਲੱਖਣ ਹੈ, ਲਾਸਾਨੀ ਹੈ। ਸਾਧ ਸੰਗਤ, ਇਸ ਜੰਗ ਦੇ ਵਿੱਚ ਕਿਸੇ ਆਗੂ ਵੱਲੋਂ, ਜਰਨੈਲ ਵੱਲੋਂ, ਰਹਿਬਰ ਵੱਲੋਂ ਉਹਨੇ ਲੋਕਾਂ ਦੇ ਪੁੱਤ ਬਚਾਏ ਨੇ, ਆਪਣੇ ਪੁੱਤ ਕੁਰਬਾਨ ਕੀਤੇ ਹਨ। ਨਹੀਂ ਸੰਸਾਰ 'ਚ ਤੁਸੀਂ ਦੇਖੋ, ਸਾਡੇ ਪੰਜਾਬ ਦੀ ਦੇਖ ਲਓ, ਸਾਡੇ ਆਗੂਆਂ ਨੇ, ਲੀਡਰਾਂ ਨੇ ਆਪਣੇ ਬਚਾਏ, ਸਾਡੇ ਤੁਹਾਡੇ ਮਰਵਾਏ ਨੇ। ਜਦੋਂ ਵਿਪਤਾ ਪੈਂਦੀ ਹੈ ਸਾਨੂੰ ਕਹਿਣਗੇ ਕੁਰਬਾਨੀਆਂ ਕਰੋ, ਜੇਲਾਂ ਭਰੋ, ਮੁਜ਼ਾਹਰੇ ਕਰੋ, ਤੁਸੀਂ ਵਿਦੇਸ਼ਾਂ 'ਚ ਬੈਠ ਕੇ ਐਸ਼ ਕਰੋ, ਤੁਸੀਂ ਸਾਡੇ ਟੈਕਸਾਂ ਦੇ ਪੈਸੇ ਨਾਲ ਐਸ਼ ਪ੍ਰਸਤੀਆਂ ਕਰੋ, ਕੁਰਬਾਨੀ ਦੇਣ ਦਾ ਸਮਾਂ ਹੈ ਤੇ ਅਸੀਂ ਆਈਏ। ਸਮਾਜ ਵਿੱਚ ਇਹ ਹੁੰਦਾ, ਗੁਰੂ ਨੇ 3 ਸਿੱਖ ਆਪਣੇ ਨਾਲ ਲਏ ਜੋ ਗੁਰੂ ਦੇ ਜਾਏ ਨਹੀਂ ਹਨ, ਗੁਰੂ ਦੇ ਜੰਮੇ ਨਹੀਂ ਹਨ, ਲੋਕਾਂ ਦੇ ਜੰਮੇ, ਲੋਕਾਂ ਦੀਆਂ ਜਾਇਆਂ ਨੂੰ ਬਚਾ ਕੇ ਲੈ ਕੇ ਗਿਆ, ਆਪਣੇ ਜਾਇਆਂ ਨੂੰ ਕੁਰਬਾਨ ਕਰਕੇ ਗਿਆ। 22 ਦਸੰਬਰ ਨੂੰ ਜੰਗ ਲੱਗਦਾ ਜੀ, ਏਲਚੀ ਆਉਂਦਾ ਹੈ ਉੱਪਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ। ਉਹ ਆ ਕੇ ਥੋੜੇ ਜਿਹੇ ਹੰਕਾਰ ਜਿਹੇ ਭਰੇ ਬੋਲ ਬੋਲਦਾ ਹੈ ਸਤਿਗੁਰੂ ਜੀ ਨੂੰ, ਕਹਿੰਦਾ ਵੀ ਦੇਖੋ ਤੁਹਾਡਾ ਬਚ ਕੇ ਜਾਣਾ ਤੇ ਨਾਮੁਮਕਿਨ ਹੈ, ਮਾਰੇ ਤੁਸੀਂ ਸਾਰਿਆਂ ਨੇ ਜਾਣਾ ਹੈ। ਜੇਕਰ ਤੁਸੀਂ ਸਾਡੀ ਸੁਲਾ ਮੰਨ ਲਓ, ਈਨ ਮੰਨ ਲਓ, ਇੱਕ ਵਾਰ ਔਰੰਗਜ਼ੇਬ ਦੇ ਅੱਗੇ ਸਿਰ ਝੁਕਾ ਦਿਓ, ਤੁਹਾਡੀ ਜਾਨ ਬਖਸ਼ੀ ਹੋ ਜਾਏਗੀ। ਉਹਨੇ ਕੁਝ ਕਹਿੰਦੇ ਤੋਹੀਨ ਭਰੇ ਲਫ਼ਜ਼ ਬੋਲਣ ਦੀ ਜੁਰਤ ਕੀਤੀ। ਬਾਬਾ ਅਜੀਤ ਸਿੰਘ ਨੇ ਤਲਵਾਰ ਨੂੰ ਹੱਥ ਪਾ ਲਿਆ, ਕਹਿਣ ਲੱਗੇ ਦੇਖ ਤੂੰ ਆਇਆ ਏਲਚੀ ਬਣ ਕੇ, ਜੇ ਤੂੰ ਏਲਚੀ ਨਾ ਬਣ ਕੇ ਆਇਆ ਹੁੰਦਾ ਤਾਂ ਹੁਣ ਨੂੰ ਤੇਰਾ ਸਿਰ ਜ਼ਮੀਨ ਤੇ ਪਿਆ ਹੋਣਾ ਸੀ। ਇੱਥੇ ਹੀ ਚੁੱਪ ਹੋ ਜਾ, ਇੱਕ ਸ਼ਬਦ ਵੀ ਆਪਣੇ ਮੁਖਾਰਬਿੰਦ ਤੋਂ ਨਾ ਬੋਲੀ। ਜੇ ਇੱਕ ਸ਼ਬਦ ਵੀ ਤੂੰ ਬੋਲਿਆ ਫਿਰ ਅਸੀਂ ਭੁੱਲ ਜਾਾਂਗੇ ਤੂੰ ਏਲਚੀ ਹੈ ਤੇ ਅਸੀਂ ਗੁਰੂ ਦੇ ਸਿੱਖ ਹਾਂ।
ਕਹਿੰਦੇ ਹੁਣ ਤੂੰ ਜੰਗ ਦੇ ਮੈਦਾਨ 'ਚ ਜਾਈਂ, ਉੱਥੇ ਹੀ ਹੁਣ ਟਾਕਰੇ ਹੋਣਗੇ, ਉੱਥੇ ਹੀ ਦੇਖਾਂਗੇ ਅਸੀਂ ਕੌਣ ਹੈ ਤੇ ਤੂੰ ਕੌਣ ਹੈ। ਚਲਾ ਗਿਆ ਜੀ, ਜੰਗ ਦਾ ਬਿਗਲ ਵੱਜਿਆ। ਪਾਤਸ਼ਾਹ ਨੇ ਸਾਰਾ ਨਜ਼ਾਰਾ ਗੜੀ ਦੇ ਉੱਪਰ ਖੜ ਕੇ ਵੇਖਿਆ ਵੀ ਸਾਰੇ ਪਾਸੇ ਘੇਰਾ ਪਿਆ, 10 ਲੱਖ ਦੀ ਫੌਜ। ਹੁਣ 10 ਲੱਖ ਦਾ ਜ਼ਿਕਰ ਜਿਹੜਾ ਹੈ ਉਹ ਸਾਨੂੰ ਇਹਦਾ ਪ੍ਰਮਾਣਿਕ ਪ੍ਰੂਫ ਕਿੱਥੇ ਹੈ? ਉਹ ਹੈ ਜ਼ਫਰਨਾਮਾ। ਗੁਰ ਸਨੈ ਚਕਾਰੇ ਕੁਨਦ ਚਹਿਲ ਨਰ ਕਿ ਦਾ ਲੱਖ ਬਰ ਆਇਦ ਬਰੋ ਬੇਖਬਰ। ਬਰੋ ਬੇਖਬਰ ਦਾ ਬਿਨਾ ਖਬਰ ਤੋਂ ਅਚਾਨਕ। ਕਹਿੰਦੇ ਚਹਿਲ ਨਰ ਦਾ ਅਰਥ ਹੁੰਦਾ 40 ਨਰ। ਗੁਰਸਨੈ ਭੁੱਖੇ ਭਾਣੇ ਥੱਕੇ ਟੁੱਟੇ। ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਲਿਖਿਆ, ਇਹ ਔਰੰਗਜ਼ੇਬ ਮੇਰੇ 40 ਸਿੱਖ ਜੋ ਕਈ ਦਿਨਾਂ ਦੇ ਥੱਕੇ ਟੁੱਟੇ ਭੁੱਖੇ ਭਾਣੇ ਹਨ, ਉਹ ਕੀ ਕਰਦੇ ਜਦੋਂ ਤੇਰੀ 10 ਲੱਖ ਦੀ ਫੌਜ ਨੇ ਅਚਾਨਕ ਹਮਲਾ ਕਰ ਦਿੱਤਾ ਬਰੋ ਬੇਖਬਰ। ਇਹਦੇ ਵਿੱਚ ਇਹ ਨਹੀਂ ਵੀ ਕੱਲਾ ਔਰੰਗਜ਼ੇਬ ਦੀ ਫੌਜ ਹੈ, ਸੂਬੇਦਾਰ ਲਾਹੌਰ ਦੀ ਫੌਜ ਹੈ, ਸੂਬੇਦਾਰ ਜੰਮੂ ਵਾਲੇ ਦੀ ਫੌਜ ਹੈ, ਸੂਬਾ ਸਰਹੰਦ ਦੀ ਫੌਜ ਹੈ, ਭਾਈ ਧਾਰ ਦੇ ਪਹਾੜੀ ਰਾਜਿਆਂ ਦੀ ਫੌਜ ਹੈ। ਇਹ ਸਾਰੀ ਟੋਟੈਲਿਟੀ, ਟੋਟਲ ਗਿਣਤੀ 10 ਲੱਖ ਬਣਦੀ ਸੀ। ਉਹਨਾਂ ਨੇ ਦੱਸਿਆ ਨਾ ਵੀ ਸਾਡੀ 1 ਲੱਖ ਆ ਰਹੀ ਹੈ, ਸਾਡੀ 2 ਆ ਰਹੀ ਹੈ, ਕਿਸੇ ਦੀ 50,000 ਆ ਰਹੀ ਹੈ। ਮਹਾਰਾਜ ਜੀ ਤੱਕ ਸਾਰੀਆਂ ਖਬਰਾਂ ਪਹੁੰਚੀਆਂ, ਤਾਂ ਸਤਿਗੁਰੂ ਨੇ ਉੱਥੇ ਇਸ ਗੱਲ ਦੀ ਗਵਾਹੀ ਭਰੀ। ਮਹਾਰਾਜ ਨੇ ਕਿਹਾ ਵੀ ਹੁਣ ਕੀ ਕਰਨਾ, ਫੈਸਲਾ ਕੀਤਾ। ਮਹਾਰਾਜ ਕਹਿੰਦੇ ਵੀ 5-5 ਸਿੰਘ ਜਾਣਗੇ। ਗੜੀ ਦਾ ਗੇਟ ਖੁੱਲਦਾ, ਪਹਿਲਾ ਜੱਥਾ ਜਾਂਦਾ ਜੀ 5 ਸਿੰਘਾਂ ਦਾ। ਜੂਝ ਕੇ ਡਟ ਕੇ ਟਾਕਰਾ ਕਰਦਾ ਹੋਇਆ ਦੁਸ਼ਮਣਾਂ ਦੇ ਆਹੂ ਲਾਉਂਦਾ ਪਹਿਲਾ ਜੱਥਾ ਸ਼ਹੀਦ ਹੋ ਜਾਂਦਾ। ਕਰਦਿਆਂ ਕਰਦਿਆਂ 5 ਜੱਥੇ ਦੁਪਹਿਰ ਤੱਕ ਸ਼ਹੀਦ ਹੁੰਦੇ ਨੇ। ਜਦੋਂ 5 ਜੱਥੇ ਸ਼ਹੀਦ ਹੋ ਜਾਂਦੇ ਨੇ, 17 ਕੁ ਸਾਲ ਦੀ ਉਮਰ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਲਖਤੇ ਜ਼ਿਕਰ। ਬਾਬਾ ਅਜੀਤ ਸਿੰਘ ਜੀ ਆਪ ਅੱਗੇ ਆ ਗਏ, ਕਹਿਣ ਲੱਗੇ ਗੁਰੂ ਪਿਤਾ ਵੀ ਹੁਣ ਸਮਾਂ ਐਸਾ ਬਣਿਆ ਹੈ, ਬਾਣੀ ਦੇ ਮੁਤਾਬਿਕ ਜਿੰਨੇ ਕੋ ਮੈਨੂੰ ਸਮਝ ਹੈ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਦੌਰਾ ਲੀਨ। ਅੱਜ ਦੇਸ਼ ਕੌਮ ਅਣਖ ਦੀ ਖਾਤਰ ਕਹਿੰਦੇ ਹੁਣ ਜੰਗ ਦੇ ਮੈਦਾਨ 'ਚ ਜੂਝ ਕੇ ਸ਼ਹੀਦ ਹੋਣ ਵਿੱਚ ਹੀ ਸਾਡਾ ਭਲਾ ਹੈ। ਮੈਂ ਸ਼ਹੀਦ ਹੋਣਾ ਚਾਹੁੰਦਾ, ਮੈਨੂੰ ਜੰਗ ਦੇ ਮੈਦਾਨ 'ਚ ਜਾਣ ਦੀ ਆਗਿਆ ਦਿਓ। ਭਾਈ ਦਇਆ ਸਿੰਘ ਖਲੋਤੇ ਨੇ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਨੂੰ ਬਾਅਦ 'ਚ ਮਹਾਰਾਜ ਨੇ ਕਲਗੀ ਦਿੱਤੀ। 10-15 ਸਿੱਖ ਬਚੇ ਨੇ। ਦਇਆ ਸਿੰਘ ਜੀ ਕਹਿਣ ਲੱਗੇ ਵੀ ਸਤਿਗੁਰੂ ਬੇਨਤੀ ਹੈ, ਤੁਹਾਡੇ ਕੋਲ ਕੱਲ 4 ਸਨ, ਅੱਜ 4 ਚੋਂ 2 ਦਾ ਪਤਾ ਨਹੀਂ, 2 ਬਚੇ ਨੇ, ਇਹਨਾਂ ਦੋਵਾਂ ਨੂੰ ਬਚਾ ਲਓ। ਸਿੱਖਾਂ ਅਸੀਂ ਹਾਂ ਜਾਨਾਂ ਦਿਆਂਗੇ, ਸ਼ਹੀਦੀਆਂ ਦਿਆਂਗੇ, ਪਰ ਆਪਣੇ ਪੁੱਤਰ ਕੁਰਬਾਨ ਨਾ ਕਰੋ। ਇੱਥੇ ਮਹਾਰਾਜ ਨੇ ਕਿਹਾ ਸੀ ਵੀ ਦੇਖੋ ਦਇਆ ਸਿੰਘ ਜੀ, ਮੈਂ ਕਦੀ ਵੀ ਸਿੱਖਾਂ ਤੇ ਪੁੱਤਰਾਂ ਵਿੱਚ ਫਰਕ ਨਹੀਂ ਕੀਤਾ, ਕਦੀ ਵੀ। ਐਸਾ ਗੁਰੂ ਮਿਲੇਗਾ? ਕਹਿੰਦੇ ਜਿੰਨੇ ਪਿਆਰੇ ਪੁੱਤਰ ਹਨ ਉਨੇ ਸਿੱਖ ਹਨ। ਸਿੱਖ ਅਤੇ ਪੁੱਤਰ, ਪੁੱਤਰ ਅਤੇ ਸਿੱਖ ਮੇਰੇ ਲਈ ਇੱਕੋ ਹੀ ਹਨ, ਵੱਧ ਘੱਟ ਕੋਈ ਵੀ ਨਹੀਂ ਹੈ। ਦਇਆ ਸਿੰਘ ਜੀ ਦੀ ਗੱਲ ਨੂੰ ਗੁਰੂ ਸਾਹਿਬ ਨੇ ਉੱਥੇ ਹੀ ਰੋਕ ਦਿੱਤਾ। ਬਾਬਾ ਅਜੀਤ ਸਿੰਘ ਜੀ ਤਿਆਰ ਹੁੰਦੇ ਨੇ, 5 ਸਿੰਘਾਂ ਦਾ ਜੱਥਾ ਨਾਲ ਜਾਂਦਾ ਹੈ, ਜੰਗ ਦੇ ਮੈਦਾਨ 'ਚ ਜਾ ਕੇ ਜੂਝਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਆਪ ਸਾਰਾ ਨਜ਼ਾਰਾ ਤੱਕਦੇ ਨੇ। ਮਹਾਰਾਜ ਨੇ ਆਖਿਆ ਦੇਖ ਦਇਆ ਸਿੰਘ, ਅੱਜ ਜੰਗ ਦੇ ਮੈਦਾਨ ਦਾ ਨਜ਼ਾਰਾ ਹੀ ਵੱਖਰਾ ਹੈ। ਕੈਸਾ ਕਮਾਲ ਦਾ ਮਾਹੌਲ ਹੈ। ਬਾਬਾ ਅਜੀਤ ਸਿੰਘ ਕਮਾਲ ਦੇ ਯੋਧੇ ਸਨ। ਕੁਝ ਘਟਨਾਵਾਂ ਆਪਾਂ ਉਹਨਾਂ ਦੇ ਇਤਿਹਾਸ ਦੀਆਂ ਪੜ੍ਹਦੇ ਵੀ ਹਾਂ, ਖੈਰ ਉਹ ਸਮਾਂ ਨਹੀਂ। ਉਹਨਾਂ ਨੇ ਐਸੀ ਕਮਾਲ ਨਾਲ ਜੰਗ ਦੇ ਮੈਦਾਨ ਦੇ ਵਿੱਚ ਹਥਿਆਰ ਚਲਾਏ, ਨੇਜ਼ਾ ਚਲਾਇਆ, ਤੀਰ ਚਲਾਏ, ਤਲਵਾਰ ਚਲਾਈ। ਇੱਕ ਵਾਰ ਤੇ ਦੁਸ਼ਮਣ ਵੀ ਦੰਗ ਰਹਿ ਗਿਆ। ਜਮਾ ਹੋਈ ਭੀੜ ਨੂੰ ਖਦੇੜ ਕੇ ਕਾਫੀ ਪਿੱਛੇ ਤੱਕ ਲੈ ਗਏ। ਬਾਬਾ ਅਜੀਤ ਸਿੰਘ ਨੇਜ਼ੇ ਨਾਲ ਲੜੇ, ਨੇਜ਼ਾ ਟੁੱਟ ਗਿਆ। ਤਲਵਾਰ ਚੁੱਕੀ, ਕਿੰਨਿਆਂ ਨੂੰ ਮਾਰਦੇ ਹੋਏ ਖਤਮ ਕਰਦੇ, ਆਖਰ ਨੂੰ ਤਲਵਾਰ ਵੀ ਟੁੱਟੀ। ਘੋੜੇ ਦੇ ਉੱਪਰ ਹਮਲਾ ਹੋਇਆ, ਘੋੜਾ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗਾ। ਬਾਬਾ ਅਜੀਤ ਸਿੰਘ ਜੀ ਜ਼ਮੀਨ ਤੇ ਆ ਗਏ, ਜ਼ਮੀਨ ਤੇ ਆ ਕੇ ਵੀ ਲੜੇ। ਆਖਰ ਨੂੰ ਹੁਣ ਗੱਲ ਹੋਈ ਹੈ ਵੀ ਲੱਖਾਂ ਨਾਲ ਕੱਲੇ ਦਾ ਪੰਜਾਂ ਦਾ ਕੀ ਮੁਕਾਬਲਾ। ਕਈ ਇੱਕੋ ਵਾਰ 'ਚ ਕਈ ਤੀਰ, ਕਈ ਨੇਜ਼ੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਨੂੰ ਪਰੋਗੇ ਤੇ ਬਾਬਾ ਅਜੀਤ ਸਿੰਘ ਨੇ ਗੁਰੂ ਪਿਤਾ ਵੱਲ ਮੁੱਖ ਕਰਦਿਆਂ ਹੱਥ ਜੋੜ ਮਨ 'ਚ ਫਤਿਹ ਬੁਲਾਉਂਦਿਆਂ ਉੱਥੇ ਹੀ ਸ਼ਹਾਦਤ ਤੇ ਜਾਮ ਪੀ ਲਿਆ। 22 ਦਸੰਬਰ ਨੂੰ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ। ਇਹ ਸਾਰਾ ਨਜ਼ਾਰਾ ਉੱਪਰ ਖੜੇ ਗੁਰੂ ਦਸ਼ਮੇਸ਼ ਪਿਤਾ, ਨਾਲ ਖੜੇ ਹਨ 14 ਵਰਿਆਂ ਦੇ ਧੰਨ ਧੰਨ ਬਾਬਾ ਜੁਝਾਰ ਸਿੰਘ। ਅੱਖਾਂ ਨਾਲ ਸਭ ਕੁਝ ਵੇਖਿਆ। ਉਸੇ ਵੇਲੇ ਤੁਰੰਤ बकौल एक कवि भाई से बिछड़ कर हमें जीना नहीं आता, सोना नहीं, खाना नहीं, पीना नहीं बाता। गुरु पिता भरा तो बिना विछड़ के नहीं रह सकता। बड़ा लंबा समा कट्ठियां ने माणिया, कट्ठे तलवारां सिखियां, कट्ठे गतका खेले, कट्ठे असी खांदे पींदे रहे, कट्ठे बाणी पढ़दी, कट्ठे विचरे हां,
ਭਰਾ ਜਿੱਥੇ ਚਲਾ ਗਿਆ ਮੈਂ ਵੀ ਉੱਥੇ ਜਾਣਾ ਚਾਹੁੰਦਾ। ਭਾਈ ਦਇਆ ਸਿੰਘ ਫੇਰ ਕਹਿਣ ਲੱਗੇ ਵੀ ਸਤਿਗੁਰੂ ਇੱਕ ਹੀ ਬਚਿਆ, ਘੱਟੋ ਘੱਟ ਕੁੱਲ ਵਾਸਤੇ ਇੱਕ ਤੇ ਰੱਖੋ। ਮਹਾਰਾਜ ਕਹਿੰਦੇ ਕਿਹੜੀ ਗੁੱਲ ਦੀ ਗੱਲ ਕਰਦੇ ਦਇਆ ਸਿੰਘ, ਆ ਤੁਸੀਂ ਸਾਰੇ ਸਿੰਘ ਮੇਰੀ ਕੁੱਲੀ ਤੇ ਹੋ ਨਾ, ਤੁਹਾਡੇ ਵਿੱਚ ਕੋਈ ਫਰਕ ਹੈ? ਭਾਈ ਦਇਆ ਸਿੰਘ ਮਹਾਰਾਜ ਸਤਿਗੁਰੂ ਦੇ ਸਾਹਮਣੇ ਖੜੇ ਖਾਮੋਸ਼ ਨੇ, ਜ਼ੋਰ ਚਲਾਉਣ ਦੀ ਕੋਸ਼ਿਸ਼ ਪਰ ਚੱਲਦਾ ਕੋਈ ਨਹੀਂ। ਬਾਬਾ ਜੁਝਾਰ ਸਿੰਘ ਨੂੰ ਆਪ ਮਹਾਰਾਜ ਨੇ ਤੋਰਿਆ। ਹਮੀ ਨੇ ਕਹਾ ਥਾ ਬਾਪ ਕੋ ਦਸ਼ਮੇਸ਼ ਪਿਤਾ, जान दीजिए धर्म पर, बेटा लोग कहते हैं अब आपको जान दीजिए धर्म पर। समा सी मैं पिता तोरिया सी धर्म लई, अणख लई, इस देश लई। अज समा बनिया, अज पुत्र भी तोरदा हां, अज तू भी जाके शहीदी दा जाम पी। बाबा जुझार सिंह 14 वरे सोच के वेखो, ये गल मैं कह देना, तुसी सुन लेना। साध संगत एहसास करो, इनू रियलाइज करो। 4 पुत्र होण, 2 ਦਾ ਪਤਾ ਨਾ ਹੋਵੇ, ਇੱਕ ਬਚਿਆ, ਲੋਕ ਕਹਿਣਗੇ ਇਹਨੂੰ ਬਚਾਓ, ਜਿਵੇਂ ਮਰਜ਼ੀ ਸੁਰੱਖਿਅਤ ਕੱਢੋ, ਪਰ ਇਹ ਕੇਵਲ ਗੁਰੂ ਦਸ਼ਮੇਸ਼ ਪਿਤਾ ਦਾ ਜਿਗਰ ਹੈ, ਕਹਿੰਦਾ ਇਹਨੂੰ ਕੁਰਬਾਨ ਕਰੋ। हमारी ख्वाहिश है तुम्हें तेग चलाते हुए देखे, अपनी आंख से तुम्हें बर्छी खाते हुए देखे। कवि अल्लाह यार खां जो लोकां दी ख्वाहिश हुंदी है, मैं अपने पुत्र नूं वकील बनिया देखा, जज बनिया देखा, पायलट बने, वड्डा पुत्र बने, दुनिया च नाम कमाए, मेरी इच्छा मेरे लाल तू वड्डा बन। पर गुरु गोबिंद सिंह कहंदे मेरे पुत्र मैं देखना चाहुंदा, तू खंजर खा ते इस चमकौर दी गड़ी दा महान शहीद दा रुतबा प्राप्त कर। 14 वरियां दा जुझार भी तू दिता। 5 सिंह उसे तरह नाल जांदे ने। कईयां ने जिक्र किया भी 3 प्यारियां चों 2 प्यारे दोवें फिर बाबा अजीत सिंह ते जुझार सिंह नाल क्रमवार जांदे ने। ਇਹ ਜੱਥਾ ਵੀ ਉਸੇ ਤਰ੍ਹਾਂ ਜਾਂਦਾ ਜੀ। ਦਸ਼ਮੇਸ਼ ਪਿਤਾ ਤੀਰ ਚਲਾਉਂਦੇ ਨੇ, ਤੀਰਾਂ ਨਾਲ ਦੁਸ਼ਮਣ ਨੂੰ ਖਦੇੜਦੇ ਨੇ। ਇਹ ਜੱਥਾ ਵੀ ਦੁਸ਼ਮਣ ਤੇ ਧਾਈ ਕਰਕੇ ਪੈਂਦਾ, ਕਈਆਂ ਦੇ ਆਹੂ ਲਾਉਂਦਾ। ਬਾਬਾ ਜੁਝਾਰ ਸਿੰਘ ਨਾ ਕਹਿੰਦੇ ਜਦੋਂ ਪਹੁੰਚੇ ਜੰਗ ਦੇ ਮੈਦਾਨ 'ਚ ਦੂਰੋਂ ਵੇਖਿਆ, ਪਹਿਚਾਨ ਸੀ ਜੀ। ਬੋਲੇ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਦੂਸਰਾ ਪੁੱਤਰ ਹੈ, ਉਮਰ ਛੋਟੀ ਹੈ ਪਰ ਧਿਆਨ ਰੱਖੋ ਇਹ ਬੜਾ ਫੁਰਤੀਲਾ ਹੈ। ਦੁਸ਼ਮਣ ਦੇ ਵਿਚਕਾਰ ਜਾ ਕੇ ਇਹਨੇ ਤੇਜ਼ੀ ਨਾਲ ਤਲਵਾਰ ਵਾਹੀ। ਕਹਿੰਦੇ 40 ਉਹਨਾਂ ਦੇ ਸਰੀਰ ਆਲੇ ਦੁਆਲੇ ਡਿੱਗੇ ਪਏ ਨੇ। 10-20 को जख्मी किया, 10-20 को मारा। एक हमले में इस एक ने 21 को मारा, खन्नास को मारा, कभी इबलीस को मारा। गुल मच गया। एक तिफल ने 40 को मारा। तिफल कहते ने छोटा बच्चा, पाकिस्तानी उर्दू भाषा फारसी। एक तिफल ने 40 को मारा। कहते हद हो गई, एक निक्की उम्र का बच्चा 40 साडे योधे जरनैल मार गया। एक किड्डा बड़ा जरनैल। मैं फिर बेनती करा, उन्होंने नाम अजीत जिन्हों जित्या नहीं जा सकता, जुझार जिहड़ा अत दर्जे का जुझारू है, जोरावर जिहदे अंदर दी ताकत बड़ी है। जिथे 3 चीजां मिलदियां ने उत्थे फतेह अपने आप आ जाती है। बाबा फतेह सिंह दोवें साहिबजादे बाबा जुझार सिंह कहते बाबा अजीत सिंह तो चंद कदम अगाह हो गए। जूझते जूझते चंद कदम अगे जाके उत्थे जाके फिर उन्हां ते भी उसे तरीके नाल इक्को बार कई तीर तलवारां नाल हमला करके बाबा जुझार सिंह नूं भी शहीद कर दिता जाता। ये दोवें गुरु के लाल ते शामा हुंदियां हुंदियां सिख ये शहीद हो जाते। 5 सिख बचे ने जी पिछे। ते उस वेले कहंदे दशमेश पिता ने भी तैयारी कर ली। सतगुरु कहने लगे भी असीं भी जंग दे मैदान च जाना है, हुण शहीद होना है धर्म लई। भाई दया सिंह ने हथ बन्ने भी नहीं सतगुरु ये नहीं करन देंगे, सतगुरु तुसी ना जाओ, तुहानू रुकना पएगा। महाराज कहते भी नहीं, कल समा कहेगा भी अपने पुत्र मराते, सिख मराते, अपना आप बचा लिया, ये मैं नहीं सुन सकता। फिर उत्थे फिर इन्हां ने गुरमत्ता कीता। भाई दया सिंह ने आख्या भी सतगुरु माली हुंदा ते माली दा बाग हुंदा है। बाग हरा भरा तां रहिंदा है, माली सुरक्षित है। माली होएगा सुक्किया बाग भी हरा भरा हो जाएगा, पर जे माली चला जाए हरे भरे बाग भी उजड़ जाते हैं। सिखां नाल मिल के उसे वेले तुरंत गुरमत्ता सोधिया। कहंदे जेड़ा अधिकार तुसीं खालसे पंथ नूं दित्ता है उहदी वरतों करदिआं तुहानूं इह हुक्म कीता जांदा है खालसे पंथ वल्लों कि तुहानूं अज दी रात गड़ी छड्ड के निकलना। हुण वाह वाह गोबिंद सिंह आपे गुर चेला। क्यों आपे गुर चेला है? वो गुरु होके उन्हें सिंघां दा हुक्म मन्निया ते हुक्म मन्नण वाला हमेशा चेला ही हुंदा। कोई ये नहीं कहा भी नहीं तुसी कौन हुंदे हो, तुहानूं ते मैं साजिया जी, मैं तुहाडी गल क्यों मन्ना। नहीं, हर गल ते महाराज ने पूरने पाए।
ਹੁਣ ਕਹਿੰਦੇ ਜੇ ਪੰਥ ਦਾ ਹੁਕਮ ਹੈ ਫਿਰ ਇਹਨੂੰ ਨਹੀਂ ਮੋੜਿਆ ਜਾ ਸਕਦਾ। ਪਰ ਇੱਕ ਗੱਲ ਹੈ, ਇੱਕ ਸ਼ਰਤ ਹੈ, ਅਸੀਂ ਚੁੱਪ ਚਪੀਤੇ ਲੁਕ ਕੇ ਨਹੀਂ, ਰਾਤ ਨੂੰ ਦੁਸ਼ਮਣ ਨੂੰ ਲਲਕਾਰ ਕੇ, ਤਾੜੀ ਮਾਰ ਕੇ, ਆਵਾਜ਼ਾਂ ਮਾਰ ਕੇ, ਨਗਾਰੇ ਤੇ ਚੋਟ ਲਾ ਕੇ ਨਿਕਲਣਾ ਹੈ। ਸਿੱਖ ਕਹਿੰਦੇ ਵੀ ਇਹ ਗੱਲ ਮਨਜ਼ੂਰ ਹੈ। ਫੈਸਲਾ ਹੋਇਆ। ਭਾਈ ਸੰਗਤ ਸਿੰਘ ਜੀ ਨੂੰ ਕਲਗੀ ਸਜਾਈ ਜਾਂਦੀ ਹੈ। ਜ਼ਿੰਮੇਵਾਰੀ, ਕਲਗੀ ਦਾ ਅਰਥ ਹੈ ਵੀ ਜ਼ਿੰਮੇਵਾਰੀ ਦਿੱਤੀ, ਕਿਉਂਕਿ ਭਾਈ ਸੰਗਤ ਸਿੰਘ ਜੀ ਦਾ ਨਾ ਸੱਚ ਚਿਹਰਾ ਗੁਰੂ ਸਾਹਿਬ ਨਾਲ ਰਲਦਾ ਮਿਲਦਾ ਸੀ। ਤੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ 3 ਸਿੱਖ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਇਹ ਪਿਆਰਿਆਂ ਵਿੱਚੋਂ ਤੀਜੇ ਸਿੱਖ ਭਾਈ ਮਾਨ ਸਿੰਘ, ਇਹ ਤਿੰਨੋਂ ਸਿੱਖ 4 ਜਣੇ ਗੁਰੂ ਸਾਹਿਬ ਸਮੇਤ ਵੱਖੋ ਵੱਖਰੀਆਂ ਚਾਰੇ ਦਿਸ਼ਾਵਾਂ ਵੱਲ ਨਿਕਲਦੇ ਨੇ। ਉੱਤਰ, ਦੱਖਣ, ਪੂਰਬ, ਪੱਛਮ ਚਾਰੇ ਪਾਸੇ ਨਿਕਲਣਾ। ਜੰਗ ਦੀ ਰਣਨੀਤੀ ਤਹਿਤ ਤਾਰੇ ਦੀ ਸੇਧ ਲੈ ਕੇ ਚੱਲੇ। ਪੁਰਾਤਨ ਸਮਿਆਂ 'ਚ ਜਿਵੇਂ ਅੱਜ ਨੈਵੀਗੇਸ਼ਨ, ਉਸ ਵੇਲੇ ਦਾ ਕੀ ਹੈ, ਅਸਮਾਨ ਦੇ ਤਾਰੇ ਵੀ ਜਿੱਧਰ ਇਹ ਤਾਰਾ ਹੈ ਉਸ ਤਾਰੇ ਵਾਲੇ ਪਾਸੇ ਜਾਣਾ ਹੈ। ਸਪਸ਼ਟ ਸੀ ਵੀ ਉਹ ਤਾਰਾ ਜਾਂਦਾ ਹੈ ਮਾਛੀਵਾੜੇ ਦੇ ਇਲਾਕੇ, ਮਾਛੀਵਾੜੇ ਦੀ ਜੂ, ਬਾਹਰਲਾ ਇਲਾਕਾ, ਜੰਗਲੀ ਇਲਾਕਾ, ਉੱਥੇ ਜਾ ਕੇ ਮਿਲਣਾ। ਨਿਕਲਾਂਗੇ ਵੱਖੋ ਵੱਖਰੇ, ਜਿੱਧਰ ਨੂੰ ਸਿੱਖ ਜਾਏਗਾ ਜਕਾਰੇ ਲਾਉਂਦਾ ਜਾਏਗਾ, ਦੁਸ਼ਮਣ ਉਧਰ ਨੂੰ ਹਮਲਾ ਕਰੇਗਾ। ਉਹਨਾਂ ਨੂੰ ਖੰਡਾਉਣ ਵਾਸਤੇ, ਉਹਨਾਂ ਦੀ ਤਾਕਤ ਨੂੰ ਖੰਡਾਉਣ ਵਾਸਤੇ ਰਣਨੀਤੀ ਤਿਆਰ ਕੀਤੀ ਹੈ। तो खैर ये चारे सिख फिर महाराज ताड़ी मार के पीरे हिंद मेर वद्दा नारा ला के उथों निकलते हैं। समा वैसे समाप्त है। मेरे को चरण सिंह सफरी होरां दियां वो लाइनां ने सुने भी होनी पर इत्थे पूरियां टुकदियां कह के आपां समाप्ति करदे हां। महाराज निकलते ने, 2 शरीर वैसे तो सिखां दे पए ने, 2 शरीर बाबा अजीत सिंह ते बाबा जुझार सिंह दा शरीर महाराज लंघ जांदे ने। दया सिंह जी पिछे ने। वो देखते भी सतगुरु ने एक पल भी रुके ना बाबा अजीत सिंह का चेहरा तकिया, ना बाबा जुझार सिंह का चकिया, ना उन्होंने मुख ते कपड़ा पाया। दया सिंह जी बैठ गए। इत्थे दा जो नज़ारा है उन्होंने कवि चरण सिंह जी सफरी वो कहते होई रोशनाई जां सुनहरी जिही तार दी, बदलां च बिजली झमके जिहे मार दी। दया सिंह वल पई निगाह जा दातार दी, ओ गोद विच लाश लैके बैठा सी जुझार दी। मौत दे नशे च उत्थे जिंदगी सी झूमदी, बोले दया सिंह लाश तक के मासूम दी। कलंगी वालिया, सुनहरी बाजां वालिया, बड़े ही प्यार नाल पुत्तां नूं सी पालिया, जो नहीं सी किसे सिखिया तू ओ सिखा लिया, चुक के जुझार नूं कलेजे क्यों ना ला लिया। लगा होया दाता तू पिछे किहड़ी गल दे, बच्चियां दी पीड़ ते पंखेरू भी ना झल दे। जी करे इत्थे कुछ प्यार जतला दियां, निभाई दी अखीरी जो ओ रस्म निभा दियां। पग ला के सिर दी 2 टोटके बना दियां, अद्धा अद्धा दोहां दे शरीरां उत्ते पा दियां। भाई दया सिंह जी कहंदे मेरा दिल करदा भी 2 लाल पए ने, कट्टू कट्टे इन्हां दे मूंह ही ढकदा, इन्हां दा चेहरे ते ढकदा ना। जी करे इत्थे कुछ प्यार जतला दियां, निभाई दी अखीरी जो रस्म निभा दियां। पग ला के सिर दी 2 टोटके बना दियां, अद्धा अद्धा दोहां दे शरीरां उत्ते पा दियां। लखां ही गरीब मापे जग उत्ते पए ने, दातिया कफनों बगैर दस किहदे पुੱਤ गए ने। हुण सतगुरु जो उत्तर दिंदे ने। अगों दशमेश पिता बोले ललकार के, लैना की है ਸਿੰਘਾ मेरे पुत्तां नूं प्यार के। वेख लै मैदान अंदर जरा झाती मार के, सिंह भी शहीद होए किन्ने जाना वार के। वेख लै मैदान विच पए किहड़े हाल ने, बिना तनखाहां दे जो रहे मेरे नाल ने। दुख सुख विच मेरे सिंह भाईवाल ने, वो अजीत ते जुझार ही नहीं ये भी मेरे लाल ने। जिन्ना चिर इन्हां दा हिसाब नहीं मुकदा, अजीत ते जुझार दी मैं लाश नहीं चुकदा। मंजिलां दा पंध ही नहीं, वो राहां विच रुकदा, वो कफन पाउण वाला इत्थे सवाल ही नहीं टुकदा। दया सिंघा मोह वाले रिश्ते तोड़ दे, अजीत दे जुझार दा ख्याल इत्थे छोड़ दे। कौम दे शहीद नहीं ओ कफनां नूं लोड़ दे, इहदा ही दुशाला इहदे मुख उत्ते मोड़ दे। दया सिंघा मोह दियां क्यों देई जाना थम्मियां, ओ सिੱਖੀ दियां वाटां अजे होर भी ने लम्मियां, सिੱਖੀ दियां वाटां अजे होर भी ने लम्मियां। इस तो बाद फिर चारे सिख निकलदे ने। बीबी शरण कौर तीसरे दिन आके सारे ਸਿੰਘਾਂ ਦਾ पहचान के संस्कार करदी है। ओ महान साडी भैन बीबी शरण कौर, कईयां ने हरशरण भी लिखिया नाम, उन्हें भी जान तली ते धर के बाजी लाई। चमकौर गढ़ी दी वो भी महान शहीद है। क्यों? जदों उन्हें संस्कार किया, चिखा इकट्ठी सारियां दी बाली, दुश्मनां दे पहरेदार फिरदे सी, उन्होंने देखिया भी कोई स्वाणी
ਸਿੰਘਾਂ ਦਾ ਸੰਸਕਾਰ ਕਰਦੀ ਹੈ। ਕੋਲ ਆਏ, ਉਹਨੇ ਮੁਕਾਬਲਾ ਕੀਤਾ, ਮੁਕਾਬਲਾ ਕਰਨ ਤੋਂ ਬਾਅਦ ਉਹਨੂੰ ਜਿਉਂਦੀ ਨੂੰ ਚੁੱਕ ਕੇ ਉਹਨਾਂ ਨੇ ਵੀ ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ ਚਮਕੌਰ ਗੜੀ ਦਾ ਮਹਾਨ ਇਤਿਹਾਸ ਜੋ ਸਾਨੂੰ ਪ੍ਰੇਰਣਾ ਦੇ ਰਿਹਾ ਹੈ ਵੀ ਧਰਮ ਲਈ, ਸੱਚ ਲਈ ਸਭ ਕੁਝ ਕੁਰਬਾਨ ਕੀਤਾ ਜਾ ਸਕਦਾ ਹੈ। ਸਰੀਰ ਨਹੀਂ ਬਚਾਇਆ ਜਾ ਸਕਦਾ, ਸਰੀਰ ਬਚਾਉਣਾ ਜ਼ਰੂਰੀ ਨਹੀਂ, ਸੱਚ ਧਰਮ ਬਚਾਉਣਾ ਜ਼ਰੂਰੀ है। चमकौर गढ़ी का महान इतिहास, यहीं से बनकर गए सितारे आसमां के लिए, चमक है मेहर की चमकौर तेरे जर्रों में, यहीं से बनकर गए सितारे आसमां के लिए। सतगुर मेहर करन, किरपा करन, इतिहास नूं पढ़ो, समझो, विचारो ते उन्हां गुरु के लालां दी, उन्हां महान गुरसिखां दी शहीदी नूं, उस लहू नूं, उस डुੱਲੇ ਹੋਏ खून नूं असीं प्यार करिए, उन्हां दा सत्कार करिए, उन्हां वर्गे बणीए, उन्हां वर्गी सोच, उन्हां वर्गी वेशभूषा, उन्हां वर्गा पहरावा, बाणी बाणे दे धारनी बणो तां कि साडे इह दिन सार्थक रूप विच मनाउणे सफल हो सकण। बहुत बहुत धन्नवाद आप सारी संगत दा। बड़े प्यार नाल तुसीं इस लोह भਿੱਜੇ साके नूं सरवण करन लई गुरु दरबार च आए हो। महाराज सबना दियां हाਜ਼ਰੀਆਂ, सेवावां, भेटावां थाएं पावन, तुहानूं चढ़दी कला, नामदान, गुरसिੱਖੀ जीवन की दात बख्शिश करन। अगली वार्ता कल दे दीवान सरवण करांगे। इत्थे समाप्ति हो गईयां भुल्लां दी खिमा, मिल के आखो जी वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी।